ਜਵਾਬਦਾਰੀ ਜਿਸ ਪ੍ਰਮਾਤਮਾ ਨੂੰ ਅਸੀਂ ਦੇਣੀ ਆ, ਅਸੀਂ ਉਹਦੀ ਕਚਹਿਰੀ 'ਚ ਸੱਚੇ ਹਾਂ। ਇਹ ਸਰਟੀਫਿਕੇਟ ਮੈਨੂੰ ਇਹ ਲੋਕ ਦੇਣਗੇ ਜਿਨ੍ਹਾਂ ਨੇ 1999 ਦੇ ਵਿੱਚ ਕਿਤਾਬਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਲਾਤਕਾਰੀ ਲਿਖਤਾ। ਅੱਜ ਪੱਤਰਕਾਰੀ ਦੇ ਵਿੱਚ ਪੱਤਰਕਾਰ ਹੀ, ਜਿੱਦਾਂ ਇੱਕ ਪਹਿਲਾਂ ਬਹੁਤ ਕਹਾਵਤ ਫੇਮਸ ਸੀ ਨਾ ਕਿ ਔਰਤ ਹੀ ਔਰਤ ਕੀ ਦੁਸ਼ਮਣ ਹੈ, ਅੱਜ ਉਹ ਹੋ ਗਿਆ ਪੱਤਰਕਾਰ ਹੀ ਪੱਤਰਕਾਰ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਬਿਲਕੁਲ 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 ਸੈਣੀ ਸਾਹਿਬ, ਤੁਸੀਂ ਗੱਲ ਕਰੀ ਆ ਪੱਤਰਕਾਰਾਂ ਦੀ ਹੁਣ ਦੋ ਕੁਆਲਿਟੀਆਂ ਨਹੀਂ ਪੱਤਰਕਾਰਾਂ ਦੀਆਂ, ਤਾਂ ਕੁਆਲਿਟੀ ਬਹੁਤ ਹੁੰਦੀਆਂ। ਫੀਲਡ 'ਚ ਕੰਮ ਕਰਨ ਵਾਲਾ ਪੱਤਰਕਾਰ, ਸਟੂਡੀਓ 'ਚ ਬੈਠ ਕੇ ਗੱਲ ਕਰਨ ਵਾਲਾ ਪੱਤਰਕਾਰ, ਦਫ਼ਤਰ 'ਚ ਬੈਠ ਕੇ ਖਬਰਾਂ ਤਿਆਰ ਕਰਨ ਵਾਲੇ ਪੱਤਰਕਾਰ, ਫੀਲਡ 'ਚ ਜਿਹੜੇ ਇਕੱਠੇ ਕਰਦੇ ਨੇ ਉਹ ਪੱਤਰਕਾਰ, ਅਖਬਾਰਾਂ ਦੀਆਂ ਕੱਟੀਆਂ ਚੱਕ ਕੇ ਖਬਰਾਂ ਲਿਖਣ ਵਾਲੇ ਉਹ ਪੱਤਰਕਾਰ। ਪੱਤਰਕਾਰ ਤਾਂ ਜਿਹੜਾ ਹੈਗਾ ਉਹ ਤਾਂ ਹੁਣ ਉਹਦਾ ਤਾਂ ਰੱਬ ਹੀ ਰੱਖ ਹੈਗਾ। ਜਿਨ੍ਹਾਂ ਨੇ ਸਾਡੇ ਗੁਰੂ ਨਹੀਂ ਬਖਸ਼ੇ, ਜਿਹੜਾ ਗੁਰੂ ਘਰਾਂ ਦੇ ਵਿੱਚ ਇਹ ਸੇਵਾ ਨਿਭਾ ਰਹੇ ਨੇ, ਜਿਨ੍ਹਾਂ ਦਰਾਂ ਦੇ ਵਿੱਚ ਕੰਮ ਕਰਕੇ ਇਹ ਆਪਣੇ ਪਰਿਵਾਰ ਪਾਲਦੇ ਨੇ, ਘਰ ਚਲਾ ਰਹੇ ਨੇ, ਜਿਹੜੇ ਉਸ ਦਰ ਦੇ ਨਹੀਂ ਹੋਏ, ਉਹ ਫਿਰ ਮੇਰੇ ਕਿੱਥੋਂ ਹੋ ਜਾਣਗੇ, ਤੁਹਾਡੇ ਕਿੱਥੋਂ ਸਕੇ ਹੋ ਜਾਣਗੇ, ਜਿਹੜਾ ਆਪਣੇ ਪਿਓ ਦਾ ਨਹੀਂ ਹੋਇਆ। ਸਰ ਬਾਬਾ ਜੀ, ਠੀਕ ਹੈ, ਹੁਣ ਤੁਸੀਂ ਕਿਸੇ ਵੀ ਧਰਮ ਨਾਲ ਤਾਲੁਕ ਕਿਉਂ ਨਾ ਰੱਖਦੇ ਹੋ, ਤੁਸੀਂ ਦੱਸੋ ਕਿ ਕੋਈ ਹਿੰਦੂ ਵੀਰ ਹੋਵੇ, ਕੋਈ ਮੁਸਲਮਾਨ ਵੀਰ ਹੋਵੇ, ਕੋਈ ਈਸਾਈ ਵੀਰ ਹੋਵੇ, ਉਹ ਆਪਣੇ ਇਸ਼ਕ ਨੂੰ ਧੋਖਾ ਦੇ ਕੇ ਖੁਸ਼ੀ ਨਾਲ ਰਹਿ ਸਕਦਾ ਹੈ? ਦੋਸਤੋ, ਤੁਸੀਂ ਕਾਫੀ ਦੇਰ ਦੇ ਪ੍ਰੀਤ ਸਿੰਘ ਸੈਣੀ ਦੀ ਦੁਆ ਕਰਦੇ ਸੀ। ਅੱਜ ਪ੍ਰੀਤ ਸਿੰਘ ਸੈਣੀ ਸਾਡੇ ਨਾਲ ਨੇ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੈਣੀ ਸਾਹਿਬ, ਤੁਹਾਡਾ ਇਸ ਪ੍ਰੋਗਰਾਮ ਸਵਾਗਤ ਹੈ ਜੀ। ਅੱਜ ਸੈਣੀ ਸਾਹਿਬ ਤੁਹਾਡੇ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਅੱਜ ਅਸੀਂ ਆਪਣੇ ਦਰਸ਼ਕਾਂ ਤੱਕ ਪਹਿਲਾਂ ਤੁਹਾਡੀ ਗੱਲ ਹੀ ਕਰਦੇ ਸੀਗੇ, ਅੱਜ ਰੂਬਰੂ ਕਰਾਉਣ ਲੱਗੇ ਆ ਦਰਸ਼ਕਾਂ ਨਾਲ। ਅਸੀਂ ਇਹ ਜਿਹੀ ਕੋਈ ਗੱਲ ਨਹੀਂ ਤੁਹਾਡੇ ਨਾਲ ਕਰਨੀ ਜਿਹੜੀ ਗੱਲਾਂ ਤੁਸੀਂ ਲੈ ਕੇ ਪਿਛਲੇ ਸਮੇਂ 'ਚ ਵਿਵਾਦਾਂ 'ਚ ਰਹੇ ਆ। ਆਪਾਂ ਸਿਰਫ ਗੱਲ ਕਰਨੀ ਆ ਕਮਲਪ੍ਰੀਤ ਸਿੰਘ ਸੈਣੀ ਤੋਂ ਪ੍ਰੀਤ ਸਿੰਘ ਸੈਣੀ ਤੱਕ ਦਾ ਜਿਹੜਾ ਤੁਸੀਂ ਸਫ਼ਰ ਤੈਅ ਕੀਤਾ ਉਹਦੇ ਜੀ। ਸਭ ਤੋਂ ਪਹਿਲਾਂ ਤਾਂ ਪੰਜਾਬਨਾਮਾ ਦਾ ਤੇ ਤੁਹਾਡੇ ਦਰਸ਼ਕਾਂ ਦਾ, ਸੰਗਤ ਦਾ ਬਹੁਤ ਧੰਨਵਾਦ। ਤੁਹਾਡੇ ਵਰਗੇ ਪੱਤਰਕਾਰਾਂ ਦਾ ਧੰਨਵਾਦ। ਤੇ ਸਾਮਤ ਜੀ ਨੂੰ ਬਹੁਤ ਲੰਬੇ ਸਮੇਂ ਤੋਂ ਜਾਣਦਾ, ਆਈ ਥਿੰਕ ਤਕਰੀਬਨ 25 ਸਾਲ ਹੋ ਗਏ ਨੇ ਉਹਨਾਂ ਦੇ ਨਾਲ ਵਿਚਰਦੇ ਆ। ਤੇ ਉਹਨਾਂ ਸਾਰੇ ਪੱਤਰਕਾਰ ਜਿਹੜੇ ਤੁਹਾਡੇ ਵਰਗੇ ਹੈਗੇ ਨੇ, ਈਵਨ ਕਿਰਨ ਵਿਸ਼ੇਸ਼ ਜੀ ਦਾ ਧੰਨਵਾਦ, ਜਿਨ੍ਹਾਂ ਨੇ ਸਾਹਮਣੇ ਆ ਕੇ ਸੱਚ ਦੀ ਆਵਾਜ਼ ਦਾ ਸਾਥ ਦਿੱਤਾ। ਕਿਉਂਕਿ ਮੈਂ ਮਾਫ ਕਰਨਾ, ਪੱਤਰਕਾਰੀ ਦੇ ਉੱਤੋਂ ਹੀ ਸ਼ੁਰੂ ਕਰਾਂਗਾ ਇਹ ਚੀਜ਼, ਕਿਉਂਕਿ ਇਹ ਵੀ ਸਾਡੇ ਵਾਸਤੇ ਇੱਕ ਬਹੁਤ ਵੱਡਾ ਸੁਨੇਹਾ ਤੇ ਸਮਝਣ ਵਾਲੀ ਚੀਜ਼ ਹੈ ਕਿ ਪੱਤਰਕਾਰੀ ਸਿਰਫ ਵਿਊਜ਼ ਤੱਕ ਜਾਂ YouTube ਦੀ ਇਨਕਮ ਤੱਕ ਸੀਮਿਤ ਨਹੀਂ ਹੈ। ਸਾਡਾ ਇੱਕ ਫਰਜ਼ ਹੈ। ਲੋਕਤੰਤਰ ਦਾ ਚੌਥਾ ਥੰਮ ਪੱਤਰਕਾਰੀ ਨੂੰ ਕਿਹਾ ਜਾਂਦਾ ਹੈ, ਕਿਉਂਕਿ ਹਰ ਪੱਤਰਕਾਰ ਦੇ ਜੋ ਵੀ ਪੱਤਰਕਾਰੀ ਕਰ ਰਿਹਾ ਹੈ, ਚਾਹੇ ਉਹ ਡਿਗਰੀ ਹੋਲਡਰ ਹੈ ਤੇ ਚਾਹੇ ਐਕਸਪੀਰੀਅੰਸ ਹੋਲਡਰ ਹੈ, ਕਿਉਂਕਿ ਪੱਤਰਕਾਰ ਹੁਣ ਦੋ ਤਰ੍ਹਾਂ ਦੇ ਨੇ ਮਾਰਕੀਟ ਦੇ ਵਿੱਚ। ਕਈਆਂ ਨੇ ਐਜੂਕੇਸ਼ਨ ਪ੍ਰੋਪਰਲੀ ਕੀਤੀ ਹੋਈ ਹੈ, ਮਾਸ ਕਮਿਊਨੀਕੇਸ਼ਨ ਕੀਤੀ ਹੋਈ ਹੈ, ਉਹ ਮਾਰਕੀਟ ਦੇ ਵਿੱਚ ਹੈ ਨੇ। ਬਹੁਤ ਸਾਰੇ ਅਜਿਹੇ ਨੇ ਜਿਨ੍ਹਾਂ ਨੇ ਮਾਸ ਕਮਿਊਨੀਕੇਸ਼ਨ ਨਹੀਂ ਕੀਤੀ, ਪਰ ਹਾਂ ਐਕਸਪੀਰੀਅੰਸ ਦੇ ਨਾਲ ਰਿਪੋਰਟਿੰਗ ਕਰਦੇ ਹੋਏ ਪੱਤਰਕਾਰੀ ਬਹੁਤ ਵਧੀਆ ਕਰਦੇ ਨੇ। ਪਰ ਅੰਤ ਉੱਥੇ ਸਾਡੀ ਪੱਤਰਕਾਰੀ ਦਾ ਹੋ ਜਾਂਦਾ ਹੈ ਜਦੋਂ ਅਸੀਂ ਕਿਸੇ ਇੱਕ ਧੜੇ ਨਾਲ, ਇੱਕ ਸਿਆਸੀ ਧਿਰ ਦੇ ਨਾਲ ਜੁੜ ਕੇ ਪੱਤਰਕਾਰੀ ਕਰਨ ਲੱਗ ਪੈਂਦੇ ਹਾਂ। ਜਦੋਂ ਅਸੀਂ ਇੱਕ ਧਿਰ ਦਾ ਘੜਾ ਭਰਨ ਦੇ ਉੱਤੇ ਮਜਬੂਰ ਹੋ ਜਾਂਦੇ ਹਾਂ, ਦੂਜੀ ਧਿਰ ਚਾਹੇ ਜਿੰਨੀ ਮਰਜ਼ੀ ਸਾਫ਼ ਹੋਵੇ, ਸਾਨੂੰ ਉਹ ਸਾਫ਼ ਨਜ਼ਰ ਨਹੀਂ ਆਉਂਦੀ। ਇੱਧਰ ਦੇ ਕਾਲੇ ਬੰਦਿਆਂ ਨੂੰ ਵੀ ਅਸੀਂ ਸਿਰਫ ਚਿੱਟਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਪੱਤਰਕਾਰੀ ਦੇ ਵਿੱਚ ਪੱਤਰਕਾਰ ਹੀ, ਜਿੱਦਾਂ ਇੱਕ ਪਹਿਲਾਂ ਬਹੁਤ ਕਹਾਵਤ ਫੇਮਸ ਸੀ ਨਾ ਕਿ ਔਰਤ ਹੀ ਔਰਤ ਕੀ ਦੁਸ਼ਮਣ ਹੈ, ਅੱਜ ਉਹ ਹੋ ਗਿਆ ਪੱਤਰਕਾਰ ਹੀ ਪੱਤਰਕਾਰ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਕਿ ਮੇਰੇ ਤੋਂ ਵੱਧ ਇਹਨੂੰ ਨੇਮ ਤੇ ਫੇਮ ਕਿੱਦਾਂ ਮਿਲੇਗਾ। ਤਾਂ ਹੀ ਤੁਹਾਨੂੰ ਪਤਾ ਬਹੁਤ ਸਾਰੇ ਪ੍ਰੋਗਰਾਮਸ ਦੇ ਵਿੱਚ ਕਿਹਾ ਕਿ ਮੈਂ ਭਰਾ ਕੋਈ ਮੈਨੂੰ ਕ੍ਰੈਡਿਟ ਨਹੀਂ ਚਾਹੀਦਾ, ਤੁਸੀਂ ਆਓ ਸਾਥ ਦਿਓ ਮੇਰਾ, ਅੱਗੇ ਵਧੀਏ। ਕਿਉਂਕਿ ਇਹ ਇੱਕ ਸੋਸ਼ਲ ਕਾਜ਼ ਜਿੱਦਾਂ ਅਸੀਂ ਨਾਲ ਮਿਲ ਕੇ ਕਰਦੇ ਹਾਂ। ਹੁਣ ਹੜ੍ਹਾਂ ਦੀ ਤਰਾਸਦੀ ਆਈ, ਸਾਰਿਆਂ ਨੇ ਇੱਕ ਦੂਜੇ ਦੀ ਬਾਂਹ ਫੜੀ, ਪੰਜਾਬ ਨੂੰ ਉਸ ਤਰਾਸਦੀ ਤੋਂ ਬਾਹਰ ਕੱਢਿਆ। ਕਿਸੇ ਪਰਿਵਾਰ ਦੇ ਉੱਤੇ ਤਰਾਸਦੀ ਆਉਂਦੀ, ਅਸੀਂ ਸਾਰੇ ਇਕਜੁੱਟ ਹੋ ਜਾਂਦੇ ਹਾਂ। ਆ ਝੋਟੇ ਉੱਤੇ ਹੁਣ ਪ੍ਰੋਬਲਮ ਆਈ ਸੀਗੀ, ਨਸ਼ਿਆਂ ਦੇ ਖਿਲਾਫ ਲੜਦਾ ਸੀ, ਪੂਰਾ ਪੰਜਾਬ ਇਕਜੁੱਟ ਹੋਇਆ, ਕਿਸੇ ਸਿਆਸੀ ਧਿਰ ਦਾ ਸਾਥ ਨਹੀਂ ਸੀ, ਉਹਨੂੰ ਆਜ਼ਾਦ ਕਰਵਾ ਲਿਆ ਨਾ। ਮੇਰਾ ਕੇਸ ਹੁਣ ਮਤਲਬ 1 ਮਹੀਨਾ ਮੈਂ ਚਾਹੇ ਰੂਹ ਪੋਸ਼ ਰਿਹਾ, ਮੈਨੂੰ ਕੋਈ ਦੁੱਖ ਨਹੀਂ, ਪਰ ਹਾਂ ਉਸ ਤੋਂ ਬਾਅਦ ਖੁਸ਼ੀ ਹੈ ਕਿ ਪੱਤਰਕਾਰ ਭਾਈਚਾਰਾ ਬਹੁਤ ਹੱਦ ਤੱਕ ਇਕਜੁੱਟ ਹੋਇਆ। ਵਨ ਇੰਡੀਆ ਪੰਜਾਬ ਕਰਕੇ ਆਈ ਥਿੰਕ ਜਲੰਧਰ ਤੋਂ ਚੈਨਲ ਚੱਲਦਾ, ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਹੋਰ ਬਹੁਤ ਸਾਰੇ ਚੈਨਲਸ ਨੇ ਜਿਨ੍ਹਾਂ ਨੇ ਦਿਨ ਰਾਤ ਇੱਕ ਅਪਡੇਟ ਦਿੱਤੀ ਹੈ ਕਿ ਮਤਲਬ ਮੈਨੂੰ ਵੀ ਨਹੀਂ ਸੀ ਪਤਾ। ਹੁਣ ਹਾਈ ਕੋਰਟ ਦੇ ਆਰਡਰਸ ਜਦੋਂ ਤੁਸੀਂ ਮੈਨੂੰ ਦਿੱਤੇ, ਮੇਰੇ ਕੋਲ ਉਦੋਂ ਤੱਕ ਆਰਡਰਸ ਪਹੁੰਚੇ ਨਹੀਂ ਸੀਗੇ। ਤੁਸੀਂ ਮੈਨੂੰ ਫੋਨ ਕਰ, ਮਤਲਬ ਤੁਸੀਂ ਮੈਨੂੰ ਆਰਡਰ ਅਵੇਲੇਬਲ ਕਰਵਾਏ। ਤੇ ਆਬਵੀਅਸਲੀ ਇਹ ਸਾਥ ਦੇਣਾ ਸਾਡਾ ਬਣਦਾ ਆ।
ਮਤਲਬ ਇੱਕ ਇਨਸਾਨੀਅਤ ਦਾ ਫਰਜ਼ ਅਸੀਂ ਜਿਹੜਾ ਨਿਭਾਉਂਦੇ ਆ ਉਹ ਸਾਨੂੰ ਹੋਣਾ ਚਾਹੀਦਾ ਪਤਾ ਕਿ ਅਸੀਂ ਕਰ ਕੀ ਰਹੇ ਹਾਂ, ਬਜਾਏ ਕਿ ਅਸੀਂ ਇਹ ਦੇਖੀਏ ਕਿ ਸਾਡੇ ਹਿੱਸੇ 'ਚ ਕਿੰਨਾ ਕੀ ਵਿਊ ਭੁਗਤ ਰਿਹਾ ਆ, ਸਾਡੇ ਹਿੱਸੇ 'ਚ ਕਿੰਨੀ ਲਾਈਮਲਾਈਟ ਆ ਰਹੀ ਹੈ, ਸਾਡੇ ਨਾਲ ਕਿੰਨੀਆਂ ਕੀ ਵੱਡੀਆਂ ਹਸਤੀਆਂ ਜੁੜ ਰਹੀਆਂ ਨੇ, ਤੇ ਉਹ ਵੱਡੀਆਂ ਹਸਤੀਆਂ ਜਦੋਂ ਜੁੜਦੀਆਂ ਨੇ ਚਾਹੇ ਉਹ ਜਿੰਨੀਆਂ ਮਰਜ਼ੀ ਕਰਪਟ ਹੋਣ, ਸਾਨੂੰ ਪਤਾ ਸਾਡੇ ਚੈਨਲ ਦੇ ਉੱਤੇ ਬੈਠ ਕੇ ਬੋਲਣਗੀਆਂ, ਸਾਨੂੰ ਵਿਊ ਆਉਣਗੇ, ਸਾਨੂੰ ਉਹਨੇ ਡਾਲਰ ਗਿਰਨਗੇ, ਸਾਡਾ ਫਾਇਦਾ ਹੋਊਗਾ, ਕੋਈ ਮਰੇ ਕੋਈ ਜੀਏ, ਸੁਥਰਾ ਘੋਲ ਪਤਾਸੇ ਪੀਏ, ਅੰਤ ਜੋ ਮਰਜ਼ੀ ਹੋਵੇ, ਚਾਹੇ ਸੈਣੀ ਨੂੰ ਫਾਹਾ ਲੱਗ ਜੇ, ਸਾਨੂੰ ਕੋਈ ਮਤਲਬ ਨਹੀਂ, ਬਸ ਅਸੀਂ ਰੋਟੀਆਂ ਸਿੱਖਣੀਆਂ ਨੇ। ਪਰ ਦਿਲੋਂ ਧੰਨਵਾਦ ਹੈ ਤੁਹਾਡਾ ਵੀ ਤੁਸੀਂ ਜੋ ਕੀਤਾ ਦਿਲੋਂ ਕੀਤਾ, ਸੱਚਾਈ ਦੀ ਤਾਂ ਹੀ ਜਿੱਤ ਹੋਈ ਹੈ, ਤੇ ਇਹ ਜਿੱਤ ਮੇਰੀ ਨਹੀਂ ਹੈ, ਇਹ ਸੰਗਤ ਦੀ ਜਿੱਤ ਹੈ, ਇਹ ਵੀਰ ਤੁਹਾਡੀ ਜਿੱਤ ਹੈ, ਇਹ ਉਸ ਹਰ ਇਨਸਾਨ ਦੀ ਜਿੱਤ ਹੈ ਜੋ ਦਿਲੋਂ ਚਾਹੁੰਦੇ ਨੇ ਕਿ ਚਾਹੇ ਕੋਈ ਗੁਰੂ ਘਰ ਹੈ, ਤੇ ਚਾਹੇ ਕੋਈ ਮੰਦਿਰ ਹੈ, ਮਸਜਿਦ ਹੈ, ਦਰਗਾਹ ਹੈ, ਗਿਰਜਾ ਘਰ ਨੇ, ਜਿੱਥੇ ਵੀ ਕੁਛ ਧਰਮ ਦੀਆਂ ਆਸਥਾ ਦੀਆਂ ਭਾਵਨਾਵਾਂ ਨੂੰ ਤਾਰ-ਤਾਰ ਕਰਦਾ ਹੋਵੇ ਨਾ, ਠੇਸ ਪਹੁੰਚਾਉਂਦਾ ਹੋਵੇ, ਜੋ ਉਸ ਚੀਜ਼ ਦੀ ਇੱਜ਼ਤ ਕਰਦੇ ਨੇ, ਉਸ ਚੀਜ਼ ਨੂੰ ਪਿਆਰ ਕਰਨ ਵਾਲੇ ਹਰ ਉਸ ਇਨਸਾਨ ਦੀ ਇਹ ਜਿੱਤ ਹੈ। ਇਹ ਜਿੱਤ ਮੇਰੀ ਨਹੀਂ ਹੈ, ਇਹ ਸੰਗਤ ਦੀ ਜਿੱਤ ਹੈ, ਤੁਹਾਡੀ ਜਿੱਤ ਹੈ। ਬਿਲਕੁਲ 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 ਸੈਣੀ ਸਾਹਿਬ, ਤੁਸੀਂ ਗੱਲ ਕਰੀ ਆ ਪੱਤਰਕਾਰਾਂ ਦੀ ਹੁਣ ਦੋ ਕੁਆਲਿਟੀਆਂ ਨਹੀਂ, ਪੱਤਰਕਾਰਾਂ ਦੀਆਂ ਤਾਂ ਕੁਆਲਿਟੀ ਬਹੁਤ ਹੋ ਗਈਆਂ। ਫੀਲਡ 'ਚ ਕੰਮ ਕਰਨ ਵਾਲਾ ਪੱਤਰਕਾਰ, ਸਟੂਡੀਓ 'ਚ ਬੈਠ ਕੇ ਗੱਲ ਕਰਨ ਵਾਲਾ ਪੱਤਰਕਾਰ, ਦਫ਼ਤਰ 'ਚ ਬੈਠ ਕੇ ਖਬਰਾਂ ਤਿਆਰ ਕਰਨ ਵਾਲੇ ਪੱਤਰਕਾਰ, ਫੀਲਡ 'ਚ ਜਿਹੜੇ ਇਕੱਠੇ ਕਰਦੇ ਨੇ ਉਹ ਪੱਤਰਕਾਰ, ਅਖਬਾਰਾਂ ਦੀਆਂ ਕੱਟੀਆਂ ਚੱਕ ਕੇ ਖਬਰਾਂ ਲਿਖਣ ਵਾਲੇ ਉਹ ਪੱਤਰਕਾਰ। ਪੱਤਰਕਾਰਤਾ ਤਾਂ ਜਿਹੜਾ ਹੈਗਾ ਉਹ ਤਾਂ ਹੁਣ ਉਹਦਾ ਤਾਂ ਰੱਬ ਹੀ ਰੱਖਾ ਹੈਗਾ, ਠੀਕ ਹੈ। ਲੋਕਤੰਤਰ ਦਾ ਚੌਥਾ स्तंभ ਹੈ। ਕਿਸ ਪਾਸੇ ਇਹ ਜਾ ਰਿਹਾ ਹੈਗਾ ਇਹ ਤਾਂ ਹੁਣ ਪੂਰਾ ਦੇਸ਼ ਹੀ ਜਾਣਦਾ ਗਾ। 14 ਪੱਤਰਕਾਰਾਂ ਦਾ ਪਿੱਛੋਂ ਇਹਨਾਂ ਦਾ ਇੰਡੀਆ ਗੱਠਜੋੜ ਨੇ ਜਿਹੜਾ ਸੀਗਾ ਉਹਨਾਂ ਨਾਲ ਨਾਤਾ ਵੀ ਤੋੜ ਲਿਆ। ਚਲੋ ਇਹ ਆਪਣਾ ਵਿਸ਼ਾ ਨਹੀਂ ਹੈਗਾ ਪੱਤਰਕਾਰਤਾ ਜੀ। ਸੋ ਆਪਣਾ ਵਿਸ਼ਾ ਸਿਰਫ ਇਹ ਹੈ ਕਿ ਪੱਤਰਕਾਰਾਂ ਨੇ ਪੰਜਾਬ ਦਿਆਂ ਨੇ ਪ੍ਰੀਤ ਸੈਣੀ ਦਾ ਸਾਥ ਦਿੱਤਾ, ਪ੍ਰੀਤ ਸੈਣੀ ਨਾਲ ਖੜੇ। ਪਰ ਮੈਂ ਇੱਕ ਗੱਲ ਤੁਹਾਡੇ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਇਸ ਤਰ੍ਹਾਂ ਦੀ ਜਿਹੜੀ ਪਬਲਿਸਿਟੀ ਹੈ ਜਾਂ ਇਸ ਤਰ੍ਹਾਂ ਦਾ ਲੋਕਾਂ ਦਾ ਪਿਆਰ ਆ ਜਾਂ ਇਸ ਤਰ੍ਹਾਂ ਲੋਕ ਜਿਹੜੇ ਅਰਦਾਸਾਂ ਕਰਦੇ ਨੇ, ਇਹ ਜਾਂ ਤਾਂ ਇਹ ਜਿਹੜੇ ਪ੍ਰਚਾਰਕ ਨੇ, ਕਿਸੇ ਵੀ ਧਰਮ ਦੇ ਪ੍ਰਚਾਰਕ ਨੇ, ਜਾਂ ਉਹਨਾਂ ਵਾਸਤੇ ਹੁੰਦਾ ਜਾਂ ਕੋਈ ਵੱਡੇ ਲੀਡਰਾਂ ਵਾਸਤੇ ਹੁੰਦਾ, ਕਿਸੇ ਪੱਤਰਕਾਰ ਵਾਸਤੇ ਇੰਨੀ ਜਿਹੜੀ ਸੰਸਥਾ ਆ ਗਈ, ਇੰਨੇ ਲੋਕ ਨੇ ਜਿਹੜੇ ਉਹ ਨਹੀਂ ਉਮੜਦੇ। ਇਹਦਾ ਕੀ ਰਾਜ ਆ, ਸਾਨੂੰ ਅੱਜ ਉਹ ਵੀ ਖੋਲ ਦਿਓ। ਦੇਖੋ, ਤੁਸੀਂ ਸਵਾਲ ਕੀਤਾ ਸੀ ਕਿ ਕਮਲ ਪ੍ਰਿੰਸ ਪ੍ਰੀਤ ਸਿੰਘ ਤੋਂ ਲੈ ਕੇ ਪ੍ਰੀਤ ਸਿੰਘ ਸੈਣੀ ਤੱਕ ਦਾ ਮੇਰਾ ਸਫ਼ਰ ਕਿੱਦਾਂ ਦਾ ਰਿਹਾ ਤੇ ਕਿੱਦਾਂ ਉਰੇ ਤੱਕ ਪਹੁੰਚਿਆ ਮੈਂ। ਤੇ ਆਈ ਥਿੰਕ ਗੁਰਮਿੰਦਰ ਸਾਮੰਤ ਜੀ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ, 2000 ਜਾਂ 2001 ਦੇ ਵਿੱਚ ਜਦੋਂ NRI ਚੈਨਲ ਸ਼ੁਰੂ ਹੋਇਆ ਸੀ ਤਾਂ ਮੈਂ 18 ਸਾਲ ਦਾ ਸੀ ਉਦੋਂ ਆਈ ਥਿੰਕ। ਤੇ ਉਦੋਂ ਇੰਨੇ ਲੰਬੇ ਲੰਬੇ ਮੇਰੇ ਵਾਲ ਹੁੰਦੇ ਸੀ। ਮੇਰਾ ਸ਼ੋਅ ਹੁੰਦਾ ਸੀ ਹੈਲੋ ਹਾਈ ਕੀ ਹਾਲ ਹੈ ਮਤਲਬ ਲਾਈਵ ਪ੍ਰੋਗਰਾਮ ਹੁੰਦਾ ਸੀ। ਫੋਨ ਦੇ ਉੱਤੇ ਮੈਂ ਲੋਕਾਂ ਦੇ ਨਾਲ ਗੱਲਾਂ ਕਰਦਾ ਸੀ ਤੇ ਜਿਹੜਾ ਗਾਣਾ ਲੋਕਾਂ ਨੇ ਡਿਮਾਂਡ ਕਰਨਾ ਉਹ ਗਾਣਾ ਮੈਂ ਚਲਾਉਂਦਾ ਸੀਗਾ, ਹਾਸੀ ਮਖੌਲ ਕਰਨੇ, ਠੀਕ ਹੈ ਜੀ। ਉਹ ਉਸ ਵੇਲੇ ਉਹ ਮਤਲਬ ਪ੍ਰੋਗਰਾਮ ਜਿਹੜਾ ਔਨ ਡਿਮਾਂਡ ਸੌਂਗ ਸ਼ੋਅ ਸੀਗਾ, ਮਤਲਬ ਟੀਨ ਏਜ ਸੀ, ਨਿਆਣ ਮੱਤ, ਤੇ ਉਸ ਛੋਟੀ ਉਮਰ ਦੇ ਵਿੱਚ ਤੁਸੀਂ ਕਮਾਈਆਂ ਕਰਨ ਲੱਗ ਪਓ ਤਾਂ ਫਿਰ ਤੁਹਾਡੇ ਓਬਵੀਅਸ ਹੈ ਕਿ ਮਾਪਿਆਂ ਨੇ ਕਦੀ ਸਾਨੂੰ ਕਿਹਾ ਨਹੀਂ ਵੀ ਤੁਸੀਂ ਕਮਾ ਰਹੇ ਹੋ, ਜੋ ਕਰਨਾ ਮਤਲਬ ਹਰ ਰੀਝ ਪੂਰੀ ਕੀਤੀ। ਉਸ ਟਾਈਮ ਆਈ ਥਿੰਕ ਮੇਰੀ 7000 ਤਨਖਾਹ ਹੁੰਦੀ ਸੀ ਜੀ, ਤੇ ਉਸ ਟਾਈਮ 7000 ਬਹੁਤ ਹੁੰਦੀ ਸੀ। ਤੇ ਮੈਂ 8 ਘੰਟੇ ਦੀ ਕੋਈ ਜੌਬ ਨਹੀਂ ਸੀ ਕਰਦਾ, ਸਿਰਫ 1 ਘੰਟੇ ਵਾਸਤੇ ਆਣਾ, ਆਪਣਾ ਲਾਈਵ ਕਰਨਾ ਤੇ ਚਲੇ ਜਾਣਾ। ਬਾਕੀ ਇਵਨ ਜਿੰਨਾ ਸਟਾਫ ਸੀ ਉਹ 8 ਘੰਟੇ ਦੀ ਸਾਰੇ ਸ਼ਿਫਟ ਕਰਦੇ ਸੀ। ਸੋ ਉੱਥੋਂ ਐਕਸਪੀਰੀਅੰਸ, ਜਿੱਦਾਂ ਉੱਥੋਂ ਕਰੀਅਰ ਇਹ ਸ਼ੁਰੂ ਹੋਇਆ, ਮੈਂ ਕਦੀ ਸੋਚਿਆ ਨਹੀਂ ਸੀ। ਰਿਲੀਜਨ, ਧਰਮ ਸ਼ਾਸਤਰ ਗ੍ਰੈਜੂਏਸ਼ਨ ਕਰਦੇ ਹੋਏ, ਸੱਚੀ ਦੱਸਾਂ ਮੈਂ ਪਹਿਲਾਂ ਵੀ ਕਿਹਾ ਹੋਇਆ, ਧਰਮ ਸ਼ਾਸਤਰ ਮੈਂ ਸਿਰਫ ਇਸ ਕਰਕੇ ਅਡਾਪਟ ਕੀਤਾ, ਗ੍ਰੈਜੂਏਸ਼ਨ ਦੇ ਵਿੱਚ ਲਿੱਤਾ ਸੀ ਕਿ ਧਰਮ ਸ਼ਾਸਤਰ ਹੀ ਹੈ ਜਿਹੜਾ ਪੜ੍ਹਨ ਦੀ ਲੋੜ ਹੈ। ਉਹਨਾਂ ਕੀ ਤਾਂ ਸਾਨੂੰ ਹਿੰਦੂ, ਮੁਸਲਿਮ, ਸਿੱਖ, ਈਸਾਈ, ਬੋਧੀ, ਜੈਨੀ ਸਾਰੇ ਧਰਮਾਂ ਬਾਰੇ ਮਾੜਾ ਮੋਟਾ ਪਤਾ ਹੀ ਆ ਵੀ 33-35 ਨੰਬਰ ਹੀ ਲੈਣੇ ਨੇ, ਕਿਉਂਕਿ ਸਟੱਡੀ ਵੱਲ ਮੇਰਾ ਕੋਈ ਇੰਟਰਸਟ ਨਹੀਂ ਸੀ ਹੁੰਦਾ। ਮੈਂ ਐਕਸਟਰਾ ਐਕਟੀਵਿਟੀਜ਼ ਦੇ ਵਿੱਚ ਬਹੁਤ ਜ਼ਿਆਦਾ ਸੀਗਾ, ਮਾਡਲਿੰਗ ਹੋ ਗਈ, ਡਾਂਸਿੰਗ ਹੋ ਗਈ, ਠੀਕ ਹੈ ਜੀ, ਗੇਮਸ ਹੋ ਗਈਆਂ, ਥੀਏਟਰ ਹੋ ਗਿਆ, ਉਹਦੇ ਵਿੱਚ ਬਹੁਤ ਜ਼ਿਆਦਾ ਸੀਗਾ ਮੈਂ ਅੱਗੇ। ਸੋਮ ਸੋਹਤਾ ਜੀ A1 ਦੇ ਵਿੱਚ ਨੇ, ਠੀਕ ਹੈ ਜੀ, ਉਹਨਾਂ ਤੋਂ ਮੈਂ ਐਕਟਿੰਗ ਸਿੱਖੀ ਆ। ਉਹ ਯੂਥ ਫੈਸਟੀਵਲਸ ਵਾਸਤੇ ਸਾਡੇ ਡਾਇਰੈਕਟਰ ਉਹ ਹੁੰਦੇ ਸੀ। ਸੋ ਉਹ ਚੀਜ਼ਾਂ ਵੱਲ ਮੇਰਾ ਹਮੇਸ਼ਾ ਧਿਆਨ ਰਿਹਾ। ਬਾਕੀ ਮੇਰੇ ਜਿੰਨੇ ਬ੍ਰਦਰ ਸਿਸਟਰ ਨੇ ਸਾਰੇ ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਠੀਕ ਹੈ ਜੀ। ਮੈਂ ਇੱਕ ਇੱਧਰਲੇ ਪਾਸੇ ਆ, ਤਾਂ ਮੈਨੂੰ ਉਦੋਂ ਇਹ ਵੀ ਸੁਣਨਾ ਪਿਆ ਸੀਗਾ ਵੀ ਤੂੰ ਤਾਂ ਨਚਾਰ ਹੀ ਬਣ ਕੇ ਰਹਿ ਗਿਆ, ਵੀ ਤੇਰਾ ਕੁਛ ਨਹੀਂ ਹੋ ਸਕਦਾ ਹੈਗਾ। ਬਟ ਸਹੀ ਗੱਲ ਹੈ ਵੀ ਜਦੋਂ ਬੰਬੇ ਚਲੇ ਜਾਂਦੇ ਹਾਂ ਅਸੀਂ, ਬੰਬੇ ਦੀ ਜ਼ਿੰਦਗੀ ਉਰੇ ਬਹਿ ਕੇ ਸਾਨੂੰ ਪੰਜਾਬ 'ਚ ਬਹਿ ਕੇ ਬਹੁਤ ਸੋਹਣੀ ਲੱਗਦੀ ਹੈ ਵੀ ਬਹੁਤ ਲਾਈਮਲਾਈਟ ਆ ਉੱਥੇ, ਬਹੁਤ ਐਸ਼ ਹੈ, ਬਹੁਤ ਸਕੂਨ ਹੈ। ਪਤਾ ਨਹੀਂ ਤੁਸੀਂ ਬੰਬੇ ਉਤਰੋਗੇ, ਤੁਸੀਂ ਮਿਸਟਰ ਪੰਜਾਬ ਬਣ ਗਏ ਜਾਂ ਮਿਸਟਰ ਪਟਿਆਲਾ ਬਣ ਗਏ, ਤੁਸੀਂ ਬੰਬੇ ਜਾ ਕੇ ਉਤਰੋਗੇ ਤਾਂ ਉੱਥੇ ਡਾਇਰੈਕਟਰਾਂ ਪ੍ਰੋਡਿਊਸਰਾਂ ਦੀਆਂ ਬਾਹਾਂ ਆਕੜੀਆਂ ਪਈਆਂ ਨੇ ਤੁਹਾਨੂੰ ਸਾਈਨ ਕਰਨ ਵਾਸਤੇ। ਪਰ ਜਦੋਂ ਤੁਸੀਂ ਬੰਬੇ ਦੀ ਧਰਤੀ ਤੇ ਪੈਰ ਧਰਦੇ ਹੋ ਤੁਹਾਨੂੰ ਅਸਲੀਅਤ ਦਾ ਉਦੋਂ ਪਤਾ ਲੱਗਦਾ, ਤੁਹਾਨੂੰ ਆਪਣੀ ਅਸਲ ਔਕਾਤ ਐਕਚੁਅਲੀ ਉਦੋਂ ਪਤਾ ਲੱਗਦੀ ਹੈ।
ਮੈਂ ਬੰਬੇ ਗਿਆ 1.5 ਸਾਲ, ਤੁਸੀਂ ਮੰਨੋਗੇ ਮੈਂ ਗੱਡੀਆਂ ਜਿਹੜੀਆਂ ਕਲਮਾਰ ਹੁੰਦੀਆਂ ਵੱਡੀਆਂ ਕੰਟੇਨਰ ਚੱਕਣ ਵਾਲੀਆਂ ਗੱਡੀਆਂ ਹੁੰਦੀਆਂ ਨੇ, ਉਹ ਕਲਮਾਰ ਜਿਹੜੀ ਗੋਦੀ ਦੇ ਵਿੱਚ ਲੱਗੀਆਂ ਹੁੰਦੀਆਂ, ਉਹਦਾ ਕਲੀਨਰ ਬਣ ਕੇ ਕੰਮ ਕੀਤਾ ਮੈਂ। ਮੇਰੇ ਜਿਹੜੇ ਜਿਹੜੇ ਵੱਡੇ 5-5 ਫੁੱਟ ਦੇ ਟਾਇਰ ਹੁੰਦੇ ਸੀ, ਮੈਂ ਉਹ ਚੇਂਜ ਕਰਦਾ ਸੀ ਉਸ ਉਮਰੇ, 20 ਸਾਲ ਦੀ ਉਮਰੇ, ਕਿਉਂਕਿ ਲੋਕਾਂ ਨੇ ਇੱਥੇ ਮੈਨੂੰ ਇੰਨਾ ਕੀ ਪੰਪ ਦਿੱਤਾ ਸੀ, ਤੂੰ ਤਾਂ ਮਿਸਟਰ ਪਟਿਆਲਾ ਬਣ ਗਿਆ, ਲੈ ਤੂੰ ਤਾਂ ਮਾਡਲਿੰਗ 'ਚ ਜਾ, ਤੂੰ ਇਹ ਕਰ ਉਹ ਕਰ। ਪਰ ਉੱਥੇ ਜਾ ਮੇਰੇ ਮਾਪੇ ਆਰਮੀ 'ਚੋਂ ਨਹੀਂ ਦੋਨਾ, ਉਹ ਕਹਿੰਦੇ ਪੁੱਤ ਜੋ ਕਰਨਾ ਆਪਣੇ ਬਲਬੂਤੇ ਕਰ, ਅਸੀਂ ਤੈਨੂੰ ਇੱਕ ਪੈਸਾ ਨਹੀਂ ਦਿੰਦੇ ਇਸ ਵਾਸਤੇ, ਗੋ ਹੈਡ। ਮੇਰੀ ਜੋ ਜੌਬ ਕਰਦਾ ਸੀ ਸੈਲਰੀ ਸੀਗੀ ਉਹ ਲੈ ਕੇ ਉੱਥੇ ਗਏ। ਸੋ ਉੱਥੇ ਚਲੋ ਸਾਲ ਇੱਕ ਸਟਰਗਲ ਕਰਕੇ ਆਪਣਾ ਫੋਟੋ ਸੈਸ਼ਨ ਕਰਵਾਇਆ, ਮਾਡਲਿੰਗ ਫੀਲਡ 'ਚ ਆਇਆ, ਬਹੁਤ ਕਾਮਯਾਬੀ ਮਿਲੀ। ਪਰ ਉੱਥੇ ਕਾਮਯਾਬੀ ਦੇ ਪਿੱਛੇ ਤੁਹਾਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ। ਛੋਟੀਆਂ ਕਾਮਯਾਬੀਆਂ ਤੁਹਾਨੂੰ ਬਹੁਤ ਈਜ਼ੀਲੀ ਮਿਲ ਜਾਂਦੀਆਂ ਨੇ, ਜਿੱਥੇ ਤੁਸੀਂ ਸਟਰਗਲ ਕਰਨਾ ਹੈ, ਦਿਨ ਰਾਤ ਮਿਹਨਤ ਕਰਨੀ ਹੈ, ਖੜੀ ਲੱਤੇ ਰਹਿਣਾ। ਮੈਂ ਤੁਹਾਨੂੰ ਦੱਸਦਾ ਵੀ ਇੱਕ ਕਿਆ ਕਹਿਣਾ ਮੂਵੀ ਸੀਗੀ, ਉਹਦਾ ਸ਼ੂਟ ਸੀਗਾ, ਬਹੁਤ ਫੇਮਸ ਹੋਈ ਸੀ ਪ੍ਰੀਟੀ ਜ਼ਿੰਟਾ ਦੀ ਮੂਵੀ, ਉਹ ਕਿਆ ਕਹਿਣਾ ਉਹਦਾ ਸ਼ੂਟ ਸੀਗਾ। ਅਸੀਂ 16 ਘੰਟੇ ਦੀ ਸ਼ਿਫਟ ਲਾਈ ਹੈ, ਮੈਂ ਮਤਲਬ ਦੱਸਾਂਗਾ ਨਹੀਂ ਮੂਵੀ ਦੇ ਵਿੱਚ ਕੀਤਾ ਹੈ ਕੰਮ, ਠੀਕ ਹੈ ਜੀ। ਐਜ਼ ਏ ਮੇਨ ਮਾਡਲ ਡਾਂਸਰਸ ਦੇ ਵਿੱਚ ਸੀਗਾ ਮੈਂ, ਉਹਦੇ ਵਿੱਚ ਅਸੀਂ 16 ਘੰਟੇ ਕੰਮ ਕੀਤਾ, ਖੜੀ ਲੱਤੇ ਰਹੇ ਹਾਂ। ਉੱਥੋਂ ਫਿਰ ਜਿਹੜੇ ਕੋਆਰਡੀਨੇਟਰਸ ਹੁੰਦੇ ਨੇ, ਉਹ ਐਕਟਿਵ ਬੱਚੇ ਜਾਂ ਜਿਹਨਾਂ ਦੀ ਬੋਡੀ ਅੱਛੀ ਹੈਗੀ ਹੈ ਜਾਂ ਲੁੱਕ ਬਹੁਤ ਅੱਛੀ ਹੈ, ਉਹਨਾਂ ਨੂੰ ਫਿਰ ਅੱਗੇ ਪ੍ਰਮੋਟ ਕਰਦੇ ਨੇ, ਤੇ ਉਹਦੇ ਵਿੱਚੋਂ ਪਰਸੈਂਟੇਜ ਲੈਂਦੇ ਨੇ ਵੀ ਮਤਲਬ ਅਗਰ ਮੈਨੂੰ ਇੱਕ ਕੰਟਰੈਕਟ ਦਾ 50,000 ਮਿਲ ਰਿਹਾ ਤਾਂ ਉਹਨਾਂ ਨੇ ਮੈਨੂੰ 25 ਦੇਣਾ, 50-50 ਹੁੰਦਾ ਹੈ, ਠੀਕ ਹੈ। ਉਦਾਂ ਕਰਦੇ ਕਰਦੇ ਮਾਡਲਿੰਗ ਫੀਲਡ ਦੇ ਵਿੱਚ ਰੋਹਿਤ ਬਾਲ ਹੋ ਗਿਆ, ਮਨੀਸ਼ ਮਲਹੋਤਰਾ, ਇਹਨਾਂ ਦੇ ਨਾਲ ਵੀ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ। ਪਰ ਇੱਕ ਮੂਮੈਂਟ ਐਸੀ ਆਈ ਜਿੱਥੇ ਸ਼ੋਅ ਸਟਾਪਰ ਬਣਨ ਦੀ ਮਤਲਬ ਆਫਰ ਆਂਦੀ ਹੈ ਤੇ ਕਿਹਾ ਜਾਂਦਾ ਹੈ ਵੀ ਇੱਕ ਰਾਤ ਸਾਡੇ ਨਾਲ ਬਿਤਾਣੀ ਪੈਣੀ ਹੈ। ਉਹ ਰੂਹ ਨੂੰ ਗਵਾਰਾ ਨਹੀਂ ਹੋਇਆ, ਕਿਉਂਕਿ ਮੇਰੇ ਮਾਪਿਆਂ ਨੇ ਜਦੋਂ ਨਿਕਲਣ ਵੀ ਲੱਗਿਆ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਪੁੱਤ, ਮੇਰੀ ਮਾਂ ਨੇ ਹੱਥ ਫੜ ਕੇ ਕਿਹਾ ਸੀਗਾ ਕਿ ਜ਼ਿੰਦਗੀ 'ਚ ਕੁਛ ਵੀ ਕਰੀ, ਸਿਰਫ 2 ਚੀਜ਼ਾਂ ਦਾ ਧਿਆਨ ਰੱਖੀ, ਤੇਰੀ ਸਿਹਤ ਤੇ ਸਾਡੀ ਇੱਜ਼ਤ। ਇਹਨਾਂ 2 ਚੀਜ਼ਾਂ ਉੱਤੇ ਆਂਚ ਨਹੀਂ ਆਣੀ ਚਾਹੀਦੀ, ਤੇ ਜੇ ਇਹਨਾਂ ਦੋਨਾਂ ਵਿੱਚੋਂ ਕਿਸੇ ਵੀ ਚੀਜ਼ ਤੇ ਆਂਚ ਆ ਗਈ ਵੀ ਤੂੰ ਹੁਣ ਨਿਆਣ ਮੱਤ ਦੇ ਵਿੱਚ ਚੱਲਿਆ ਤਾਂ ਹੈ ਜਿੱਦ ਕਰਕੇ, ਤਾਂ ਫਿਰ ਮੁੜ ਕੇ ਕਦੇ ਘਰੇ ਨਾ ਆਈ। ਇਹਨਾਂ ਦੋਨਾਂ ਵਿੱਚੋਂ ਕੋਈ ਵੀ ਚੀਜ਼ ਤੂੰ ਖਰਾਬ ਕੀਤੀ ਤਾਂ ਤੂੰ ਇਹ ਸਮਝ ਲਈ ਕਿ ਤੇਰਾ ਪਿੱਛੇ ਟੱਬਰ ਹੈ ਨਹੀਂ। ਉੱਥੇ ਜਦੋਂ ਲੱਖਾਂ ਰੁਪਏ ਦਾ ਕੰਟਰੈਕਟ ਮੈਂ ਸਾਈਨ ਕਰ ਦਿੱਤਾ, ਕਰਨ ਤੋਂ ਬਾਅਦ ਇਹ ਸ਼ਰਤਾਂ ਮੇਰੇ ਸਾਹਮਣੇ ਰੱਖੀਆਂ ਗਈਆਂ, ਮੈਨੂੰ ਮੈਂਟਲੀ ਬਹੁਤ ਹਰਾਸ ਕੀਤਾ ਗਿਆ, ਤੇ ਮਤਲਬ ਫਿਜ਼ੀਕਲੀ ਟੌਰਚਰ ਕਰਨ ਤੱਕ ਦੀ ਨੌਬਤ ਆ ਗਈ ਸੀ ਕਿ ਮਤਲਬ ਮੈਨੂੰ ਕਮਰੇ ਦੇ ਵਿੱਚ ਬੰਦ ਕਰਕੇ ਉਹ ਟੌਰਚਰ ਕੀਤਾ ਗਿਆ, ਜਾਂ ਤਾਂ ਸਾਡੇ ਨਾਲ ਐਗਰੀ ਹੋ, ਠੀਕ ਹੈ, ਸਾਡੇ ਬੈੱਡ ਦੀ ਚਾਦਰ ਬਣਨ ਵਾਸਤੇ ਐਗਰੀ ਹੋ, ਨਹੀਂ ਤਾਂ ਇੰਨਾ ਤੈਨੂੰ ਫਾਈਨ ਦੇਣਾ ਪੈਣਾ। ਪਰ ਉਹੀ ਕਹਿੰਦੇ ਵੀ ਰੱਬ ਨੇ ਕਿਤੇ ਨਾ ਕਿਤੇ ਕੋਈ ਨਾ ਕੋਈ ਜ਼ਰੀਆ ਰੱਖਿਆ ਹੁੰਦਾ। ਉੱਥੇ ਵੀ ਰਾਜ ਕਪੂਰ ਦੀ ਫੈਮਿਲੀ ਦੇ ਵਿੱਚ ਡਿਜ਼ਾਈਨਰ ਸੀ ਰੁਦਰਾਕਸ਼ ਕਪੂਰ, ਉਹਨੂੰ ਪਤਾ ਲੱਗਾ ਕਿ ਇੱਕ ਨੌਜਵਾਨ ਨੂੰ ਸਿੱਧਾ ਪੰਜਾਬ ਦਾ ਉਹਨੂੰ ਐਵੇਂ ਟਰੈਪ ਕੀਤਾ ਗਿਆ ਆ ਬੁਰੀ ਤਰ੍ਹਾਂ ਨਾਲ ਕੁਝ ਲੋਕਾਂ ਵੱਲੋਂ। ਉਸ ਬੰਦੇ ਨੇ ਆ ਕੇ ਮੇਰੀ ਬਾਹ ਫੜੀ, ਉੱਥੋਂ ਮੈਨੂੰ ਬਾਹਰ ਕੱਢਿਆ। ਦੈਨ ਹੀ ਸੈਡ ਕਿ ਪ੍ਰਿੰਸ ਕਹਿੰਦੇ ਸੀ ਕਿ ਪ੍ਰਿੰਸ ਦਿਸ ਪਲੇਸ ਇਜ਼ ਨਾਟ ਫॉर ਯੂ, ਓਕੇ, ਦਿਸ ਇਜ਼ ਯੋਰ ਟਿਕਟ। ਉਸ ਬੰਦੇ ਨੇ ਮਤਲਬ ਟਿਕਟ ਮੇਰੇ ਹੱਥ 'ਚ ਫੜਾਈ ਕਿ 4 ਦਿਨਾਂ ਬਾਅਦ ਹੀ ਤੇਰੀ ਫਲਾਈਟ ਹੈ, ਪੈਕ ਅਪ ਯੋਰ ਲਗੇਜ ਐਂਡ ਗੋ ਬੈਕ ਟੂ ਯੋਰ ਵਿਲੇਜ। ਉਹਨੂੰ ਇਹੀ ਸੀਗਾ ਕਿ ਮੈਂ ਕਿਸੇ ਪਿੰਡ ਤੋਂ ਆਇਆ ਹਾਂ, ਤੇ ਉਸ ਬੰਦੇ ਦੀ ਮੈਂ ਉਹ ਚੀਜ਼ ਕਦੇ ਨਹੀਂ ਭੁੱਲ ਸਕਦਾ। ਮੈਂ ਰੋਂਦਾ ਹੋਇਆ ਆਇਆ ਸੀ ਬੰਬੇ ਤੋਂ, ਟੌਪ ਤੇ ਸੀਗਾ ਮਾਡਲਿੰਗ ਦੀ ਫੀਲਡ ਦੇ ਵਿੱਚ, ਤੇ ਆ ਕੇ ਮੈਂ ਡਿਪਰੈਸ਼ਨ ਦੇ ਵਿੱਚ ਰਿਹਾ ਉਸ ਤੋਂ ਬਾਅਦ ਕਾਫੀ ਟਾਈਮ। ਫਿਰ ਉਸ ਤੋਂ ਬਾਅਦ ਫਿਰ ਪੰਜਾਬੀ ਚੈਨਲਸ ਜੁਆਇਨ ਕਰਨੇ ਸ਼ੁਰੂ ਕਰਦੇ, ਪੀਵੀਸੀ ਖੁੱਲਿਆ ਸੀਗਾ ਉਸ ਵੇਲੇ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ, ਉਹ ਜੁਆਇਨ ਕੀਤਾ। ਉਸ ਤੋਂ ਬਾਅਦ P7 ਚੈਨਲ। ਹੁਣ ਚੈਨਲਸ ਦੇ ਵਿੱਚ ਸਾਨੂੰ ਐਂਕਰਿੰਗ, ਜਦੋਂ ਦਿੱਲੀ ਤੋਂ ਪੰਜਾਬ ਵਾਪਸੀ ਹੁੰਦੀ ਹੈ ਸਾਡੀ, ਤੇ 2012 ਦੇ ਵਿੱਚ ਮੇਰੀ ਮੈਰਿਜ ਹੋ ਜਾਂਦੀ ਹੈ। ਚੜ੍ਹਦੀ ਕਲਾ ਟਾਈਮ ਟੀਵੀ ਜੁਆਇਨ ਕਰਦਾ ਹਾਂ, ਚੜ੍ਹਦੀ ਕਲਾ ਦੇ ਵਿੱਚ 1 ਸਾਲ ਲਗਾਉਣਾ ਹੈ। ਬਟ ਉੱਥੇ ਜੋ ਮੈਂ ਕੰਮ ਕਰ ਰਿਹਾ ਸੀ ਪਤਾ ਨਹੀਂ ਕਈਆਂ ਨੂੰ ਸਮਝ ਨਹੀਂ ਆਇਆ, ਜਾਂ ਉਹ ਉਸ ਲੈਵਲ ਦਾ ਉਹ ਟੈਲੀਕਾਸਟ ਨਹੀਂ ਸੀ ਕਰਨਾ ਚਾਹੁੰਦੇ। ਖੁੱਲ ਕੇ ਬੋਲ, ਕਿਉਂਕਿ ਮੈਂ ਹਰ ਥਾਂ ਤੇ ਜੌਬ ਇਹੀ ਕਰਦਾ ਹਾਂ, ਕਹਿ ਕੇ ਸਾਮਤ ਜੀ ਨੂੰ ਬੇਸ਼ੱਕ ਤੁਸੀਂ ਪੁੱਛ ਸਕਦੇ ਹੋ ਵੀ ਜਿਹੜਾ ਮੈਂ ਕੰਮ ਕਰਨਾ ਮੈਂ ਕਿਸੇ ਦੇ ਅਧੀਨ ਹੋ ਕੇ ਨਹੀਂ ਕਰਦਾ। ਮੇਰੇ ਕੰਮ 'ਚ ਕਮੀ ਹੈ, ਮੈਨੂੰ ਦੱਸੋ, ਮੈਂ ਉਹ ਕਮੀ ਸੁਧਾਰਾਂਗਾ। ਪਰ ਤੁਸੀਂ ਮੈਨੂੰ ਇਹ ਨਹੀਂ ਕਹਿਣਾ ਵੀ ਆਹ ਚੀਜ਼ ਨੂੰ ਮਤਲਬ ਕਾਲੇ ਨੂੰ ਚਿੱਟਾ ਕਰਕੇ ਦਿਖਾਓ, ਮੇਰੇ ਤੋਂ ਨਹੀਂ, ਝੂਠੇ ਨੂੰ ਸੱਚਾ ਕਰਕੇ ਦਿਖਾਓ, ਮੇਰੇ ਤੋਂ ਨਹੀਂ ਹੋਣਾ। 1 ਸਾਲ ਮੰਨੋਗੇ ਮੈਂ ਚੜ੍ਹਦੀ ਕਲਾ ਦੇ ਵਿੱਚ ਕੰਮ ਕੀਤਾ, ਪਰ ਮੈਂ ਸੱਚੀ ਕਹਿਣਾ ਬਹਿ ਕੇ ਤਨਖਾਹ ਲਿੱਤੀ ਉੱਥੇ, ਤੇ ਸ਼ਾਇਦ ਸਾਰੇ ਸਟਾਫ ਤੋਂ ਵੱਧ ਮੇਰੀ ਤਨਖਾਹ ਸੀ। ਸਾਰੇ ਸਟਾਫ ਤੋਂ, ਜਿੰਨਾ ਉਹਨਾਂ ਦਾ ਸੀਨੀਅਰ ਸਟਾਫ ਵੀ ਹੈ, ਉਹਨਾਂ ਤੋਂ ਵੀ ਵੱਧ ਮੇਰੀ ਸੈਲਰੀ ਸੀ। ਪਰ ਫਿਰ ਵੀ ਮੈਂ ਧੰਨਵਾਦ ਕਰਦਾ ਉਹਨਾਂ ਨੇ ਕਿ 1 ਸਾਲ ਮੈਨੂੰ ਝੱਲਿਆ ਉੱਥੇ, ਤੇ ਮੈਂ ਆਪ ਉੱਥੋਂ ਜਾਣਾ ਚਾਹੁੰਦਾ ਸੀ। ਉਨੀ ਦੇਰ ਨੂੰ ਰਖੜਾ ਸਾਹਿਬ ਨੇ ਇਹਨਾਂ ਨੇ A1 ਸ਼ੁਰੂ ਕੀਤਾ। ਜਦੋਂ ਮੈਂ ਚੈਨਲ ਇਹ ਦੇਖਿਆ A1 ਪੰਜਾਬੀ, ਤੇ ਮੈਂ ਕਿਹਾ ਵੀ ਤੁਸੀਂ ਸੋਚਦੇ ਕੀ ਹੋ, ਕਿ ਉਦੋਂ ਹੁਣ ਸਿਰਫ ਇਹਨਾਂ ਕੋਲ ਕਥਾਵਾਂ ਜਾਂ ਕੀਰਤਨ ਵਗੈਰਾ ਜੋ ਡਾਟਾ ਪਿਆ ਹੋਇਆ ਸੀ ਉਹ ਚੱਲਦਾ ਸੀਗਾ। ਕਹਿੰਦੇ ਵੀ ਅਸੀਂ ਪ੍ਰੋਗਰਾਮਿੰਗ ਕਰਨੀ ਹੈ। ਮੈਂ ਕਿਹਾ ਆਈ ਨੀਡ ਸਮ ਟਾਈਮ, ਕਿ ਪ੍ਰੋਗਰਾਮਿੰਗ ਕਿੱਦਾਂ ਦੀ ਚਾਹੀਦੀ। ਕਹਿੰਦੇ ਤੂੰ ਜਿੱਦਾਂ, ਮੈਂ ਕਿਹਾ ਰਿਲੀਜੀਅਸ ਚੈਨਲ ਬਣਾ ਦਈਏ। ਕਹਿੰਦਾ ਧਾਰਮਿਕ ਚੱਲਦੇ ਨਹੀਂ। ਸ਼ਰਮਾ ਜੀ ਸੀਗੇ, ਅਸ਼ੋਕ ਸ਼ਰਮਾ ਜੀ, ਕਹਿੰਦੇ ਧਾਰਮਿਕ ਚੱਲਦਾ ਨਹੀਂ ਉਰੇ। ਮੈਂ ਕਿਹਾ ਜੀ ਮੈਨੂੰ ਇੱਕ ਮੌਕਾ ਦਿਓ,
ਕਿਉਂਕਿ 1 ਸਾਲ ਮੈਂ ਚੜ੍ਹਦੀ ਕਲਾ 'ਚ ਜਿਹੜਾ ਬੈਠਿਆ ਉੱਥੇ ਧਰਮ ਦਾ ਲਾਈਵ ਬਹੁਤ ਚੱਲਦੇ ਸੀ, ਅਲੱਗ-ਅਲੱਗ ਥਾਵਾਂ ਤੋਂ ਦੇਖ ਕੇ ਕਿਤੇ ਨਾ ਕਿਤੇ ਸਿੱਖ ਹਿਸਟਰੀ ਇੱਕ ਦੋ ਥਾਂ ਦੇ ਉੱਤੇ ਇੱਕ ਦੋ ਬੰਦੇ ਆਉਂਦੇ ਸੀ, ਉਹ ਅੱਜ ਦਾ ਇਤਿਹਾਸ ਦੱਸਦੇ ਸੀ। ਉਹ ਅੱਜ ਦਾ ਇਤਿਹਾਸ ਪ੍ਰੋਗਰਾਮ 2-4 ਵਾਰ ਮੇਰੇ ਸਾਹਮਣੇ ਸ਼ੂਟ ਹੋਇਆ, ਭਗਵਾਨ ਸਿੰਘ ਖੋਜੀ ਕਰਦੇ ਸੀਗੇ ਤੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਉਹਨਾਂ ਨੇ। ਤੇ ਫਿਰ ਮੈਂ ਸਿੱਖ ਹਿਸਟਰੀ, ਮੈਂ ਬੈਠੇ ਹੋਏ ਹੋਰ ਤਾਂ ਕੁਛ ਕੀਤਾ ਨਹੀਂ, ਮੈਂ ਸਿੱਖ ਹਿਸਟਰੀ ਪੜ੍ਹਨੀ ਸ਼ੁਰੂ ਕਰਤੀ। ਉਸ 1 ਸਾਲ ਦੇ ਵਿੱਚ ਮੈਂ, ਮਤਲਬ ਤੁਸੀਂ ਇਹ ਸੋਚ ਲਓ ਕਿ ਜਿਹੜੀ ਵੀ ਹਿਸਟਰੀ ਦੀ ਕਿਤਾਬ ਮੇਰੇ ਸਾਹਮਣੇ ਆਉਂਦੀ ਸੀ ਮੈਂ ਪੜ੍ਹਨ ਬਹਿ ਜਾਂਦਾ ਸੀ ਉਹਨੂੰ। ਬੰਦਾ ਸਿੰਘ ਬਹਾਦਰ ਜੀ ਦਾ ਮੈਨੂੰ ਕੋਈ ਇਤਿਹਾਸ ਨਹੀਂ ਸੀ ਪਤਾ ਕਿ ਸਾਨੂੰ ਜ਼ਮੀਨਾਂ ਦਾ ਮਾਲਕ ਉਹਨਾਂ ਨੇ ਬਣਾਇਆ, ਠੀਕ ਹੈ। ਸੰਤ ਭਿੰਡਰਾਂ ਵਾਲਿਆਂ ਨੇ ਕੀ ਕੁਝ ਕੀਤਾ ਮੈਨੂੰ ਨਹੀਂ ਸੀ ਪਤਾ। 2012 ਦੇ ਵਿੱਚ ਮੈਂ 1-2 ਪਹਿਲਾਂ ਵੀ ਆਪਣੇ ਪ੍ਰੋਗਰਾਮਾਂ 'ਚ ਦੱਸਿਆ ਆ, ਮੈਨੂੰ 2012 ਦੇ ਵਿੱਚ ਐਕਚੁਅਲੀ ਪਤਾ ਲੱਗਿਆ। ਇੰਨਾ ਪਤਾ ਸੀ ਕਿ 84 ਦੇ ਵਿੱਚ ਜੋ ਕਾਂਡ ਹੋਇਆ, ਕੀ ਵਾਪਰਿਆ ਕੀ ਨਹੀਂ ਵਾਪਰਿਆ, ਐਕਚੁਅਲ ਨਹੀਂ ਸੀ ਪਤਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਐਕਚੁਅਲੀ ਸ਼ਖਸੀਅਤ ਕੀ ਸੀ, ਕਦੀ ਪੜ੍ਹਿਆ ਹੀ ਨਹੀਂ ਸੀਗਾ ਉਸ ਬਾਰੇ। ਹੁਣ ਉਸ ਤੋਂ ਬਾਅਦ ਜਦੋਂ ਮੈਂ ਉਹ ਪ੍ਰੋਗਰਾਮ ਸ਼ੁਰੂ ਕੀਤੇ ਉੱਥੇ, ਮੈਂ ਉੱਥੇ ਵੀ ਸ਼ਰਮਾ ਜੀ ਦੇ ਕੋਲ ਵੀ ਮੈਂ ਪਹਿਲੇ 2 ਮਹੀਨੇ, ਬੜੇ ਲੋਕਾਂ ਨੇ ਕਿਹਾ ਕਿ ਸੈਣੀ ਵਿਹਲਾ ਬੈਠਿਆ ਹੈ, ਮੈਂ 2 ਮਹੀਨੇ ਬਹਿ ਕੇ ਤਨਖਾਹ ਲਿੱਤੀ ਉੱਥੇ ਵੀ। ਤੇ ਸ਼ਰਮਾ ਜੀ ਨੂੰ ਪਤਾ ਸੀਗਾ ਕਿ ਇਹ ਵਿਹਲਾ ਬੈਠਣ ਵਾਲਾ ਤਾਂ ਹੈ ਨਹੀਂਗਾ, ਇਹਨੂੰ ਜੁਆਇਨ ਕਰਵਾ ਲਿਆ ਆ, ਐਜ਼ ਅ ਚੈਨਲ ਹੈਡ ਹੈਗਾ ਇਹ ਉਰੇ, ਇਹਨੇ ਆਪਣੇ ਆਪ ਕਰਨਾ ਕਿ ਪ੍ਰੋਗਰਾਮ ਡਿਜ਼ਾਈਨ ਕਰ ਰਿਹਾ। ਤੇ ਪਹਿਲਾ ਸ਼ੋਅ ਜਿਹੜਾ ਮੈਂ ਡਿਜ਼ਾਈਨ ਕਰਕੇ ਔਨ ਏਅਰ ਕੀਤਾ ਉਹ ਸੀਗਾ ਮੈਂ ਮੁੜ ਸਿੱਖੀ ਵੱਲ। ਤੇ ਉਸ ਦਾ ਪ੍ਰੋਮੋ ਦੇਖ ਕੇ ਮਤਲਬ ਸ਼ਰਮਾ ਜੀ ਸਾਰੇ ਹੱਕੇ ਬੱਕੇ ਸੀ ਕਿ ਇਹ ਚੀਜ਼ ਕੀ ਹੈ, ਲੋਕੀ ਆਣਗੇ ਇਹ ਸ਼ੋਅ ਵਾਸਤੇ। ਮੈਂ ਮੁੜ ਸਿੱਖੀ ਮਤਲਬ ਜਿਹਨਾਂ ਨੇ ਅੰਮ੍ਰਿਤ ਛਕ ਲਿਆ, ਅੰਮ੍ਰਿਤ ਦੀ ਦਾਤ ਜਿਹਨਾਂ ਨੇ ਲਿੱਤੀ ਹੈ, ਉਹਨਾਂ ਨੇ ਕਿਸੇ ਕਾਰਨ ਅੰਮ੍ਰਿਤ ਭੰਗ ਕਰਤਾ, ਉਸ ਤੋਂ ਬਾਅਦ ਫਿਰ ਤੋਂ ਉਹਨਾਂ ਨੇ ਅੰਮ੍ਰਿਤ ਛਕਿਆ ਤੇ ਉਹ ਆ ਕੇ ਆਪਣੇ ਵਿੱਚ ਦੀਆਂ ਘਾਟਾਂ ਦੱਸਣ ਕਿ ਮੈਂ ਅੰਮ੍ਰਿਤ ਛਕਿਆ ਸੀ, ਮੇਰੇ ਤੋਂ ਆਹ ਗਲਤੀਆਂ ਹੋਈਆਂ, ਜਾਂ ਮੈਂ ਮਤਲਬ ਸ਼ਰਾਬ ਪੀ ਲਈ ਸੀ, ਜਾਂ ਮੈਂ ਮੀਟ ਖਾ ਲਿਆ ਸੀ, ਜਾਂ ਕਿਸੇ ਨੇ ਮੈਨੂੰ ਕਹਿ ਤਾ ਕਿ ਤੇਰਾ ਅੰਮ੍ਰਿਤ ਛਕਿਆ ਕੁਛ ਨਹੀਂ ਹੋਣਾ, ਤੂੰ ਬਾਬੇ ਕੋਲ ਜਾਓ ਤੇਰੀ ਵਧੀਆ ਮਦਦ ਕਰੂਗਾ। ਉਹ ਬਾਬੇ ਨੇ ਕਹਿ ਤਾ ਮੈਨੂੰ ਤੂੰ ਗਾਤਰੇ ਲਾ ਦੇ, ਜਾਂ ਮੈਂ ਅਮਰੀਕਾ ਚਲਾ ਗਿਆ, ਕੈਨੇਡਾ ਚਲੇ ਗਿਆ, ਉੱਥੇ ਕੰਮ ਬਹੁਤ ਸੀਗਾ, ਮੈਨੂੰ ਕੇਸ ਕਤਲ ਕਰਵਾਉਣੇ ਪੈ ਗਏ। ਕਹਿੰਦੇ ਹੋ ਹੀ ਨਹੀਂ ਸਕਦਾ ਕੋਈ ਬੰਦਾ ਆਵੇ, ਸ਼ੋਅ ਨਹੀਂ ਹੋਊਗਾ। ਮੈਂ 1 ਜਾਂ 2 ਜਿਹੜੇ ਬਹੁਤ ਜਿਹਨਾਂ ਨੇ ਮੈਨੂੰ ਨੋਨ ਸੀ ਉਹਨਾਂ ਦੀ ਰਿਕੁਐਸਟ ਕਰਕੇ ਪਹਿਲੇ 1 ਜਾਂ 2 ਸ਼ੋਜ਼ ਮੈਂ ਕਰਵਾਏ। ਉਸ ਤੋਂ ਬਾਅਦ ਮੰਨੋਗੇ ਮੋਰ ਦੈਨ 100 ਸ਼ੋਜ਼ ਆਈ ਡਨ ਜੀ, 100 ਤੋਂ ਵੱਧ ਐਪੀਸੋਡ, ਤੇ ਸਭ ਤੋਂ ਹਿੱਟ ਸ਼ੋਅ ਸੀਗਾ ਉਹ। ਉਸ ਤੋਂ ਬਾਅਦ ਮੇਰੇ ਰਾਮ ਪਿਆਰੇ, ਸੰਤ ਸਮਾਜ, ਠੀਕ ਹੈ, ਇਦਾਂ ਦੇ ਪਤਾ ਨਹੀਂ ਕਿੰਨੇ ਸ਼ੋਜ਼ ਕੀਤੇ। ਤੇ ਵਿਦ ਇਨ 3 ਮੰਥਸ ਫਾਸਟਵੇ ਦੇ ਉੱਤੇ ਹੋਰ ਜਿੰਨੇ ਪੰਜਾਬੀ ਚੈਨਲ ਨੰਬਰ 1 ਸੀਗੇ, ਉਹ ਸਾਰੇ ਪੰਜਾਬੀ ਚੈਨਲਸ ਬੈਕ ਫੁੱਟ ਤੇ ਲਿਆ ਕੇ ਤੇ ਨੰਬਰ 1 ਦੇ ਉੱਤੇ A1 ਪੰਜਾਬੀ ਆ ਗਏ ਸੀ। ਦੂਸਰੇ ਚੈਨਲ ਜਿਹੜੇ ਸੀਗੇ ਜਿਸ ਲਾਈਵ ਦਾ ਉਹ 60,000 ਚਾਰਜ ਕਰਦੇ ਸੀ 3 ਘੰਟੇ ਦੇ ਲਾਈਵ ਦਾ, ਮੈਂ ਮੂੰਹੋਂ ਕਹਿ ਕੇ ਲੱਖ ਸਵਾ ਲੱਖ ਰੁਪਏ ਲੈਂਦਾ ਸੀ, ਕਿਉਂਕਿ ਟਾਈਮ ਨਹੀਂ ਸੀ ਹੁੰਦਾ ਤੇ ਸੰਗਤ ਸਵਾ ਲੱਖ ਵੀ ਦੇਣ ਨੂੰ ਤਿਆਰ ਹੁੰਦੀ ਸੀ। ਸੋ ਉਸ ਤੋਂ ਬਾਅਦ ਜਿਹੜੇ 6 ਸਾਲ ਮੈਂ ਉੱਥੇ ਲਾਏ ਨੇ, 2018 ਤੱਕ ਉੱਥੇ ਕੰਮ ਕੀਤਾ ਤੇ ਉਹ ਧਰਮ ਦੇ ਨਾਲ ਹੀ ਜੁੜੀਆਂ ਸਾਰੀਆਂ ਚੀਜ਼ਾਂ, ਤੇ ਪਤਾ ਨਹੀਂ ਉਹ ਪ੍ਰਵਿਰਤੀ ਜਿਹੜੀ ਅੰਦਰ ਸੀਗੀ ਆਪਣੇ ਆਪ ਬਦਲਦੀ ਰਹੀ। ਫਿਰ ਜਿਹੜਾ ਹੁਣ ਤੁਸੀਂ ਕਹਿ ਰਹੇ ਹੋ ਕਿ ਪ੍ਰੀਤ ਸਿੰਘ ਸੈਣੀ, ਫਿਰ ਮੈਂ ਆਪਣਾ 18 ਦੇ 19 ਦੇ ਵਿੱਚ ਮੈਂ ਆਪਣਾ ਚੈਨਲ ਸ਼ੁਰੂ ਕੀਤਾ ਗੁਰਬਾਣੀ ਅਖੰਡ ਬਾਣੀ, ਤੇ ਇਹ ਵੀ ਨਾਮ ਰਾਤ ਨੂੰ ਮਤਲਬ ਰਾਤ 12 ਕੁ ਵਜੇ ਸੌਣ ਲੱਗਾ, ਸੋਚ ਰਿਹਾ ਸੀ ਨਾਮ ਕੀ ਰੱਖਾਂ ਤੇ ਅਚਾਨਕ ਇਹ ਹਿੱਟ ਕੀਤਾ, ਲਿਖਿਆ, ਮਾਰਨਿੰਗ ਚੈਨਲ ਬਣਾਤਾ ਜੀ, ਕ੍ਰੀਏਟ ਕਰਤਾ, ਚੱਲ ਗਿਆ। ਉਸ ਤੋਂ ਬਾਅਦ ਹੁਣ ਜਦੋਂ ਅੰਮ੍ਰਿਤਪਾਲ ਵਾਲਾ ਕਾਂਡ ਹੋਇਆ, ਕਿਉਂਕਿ ਪੱਤਰਕਾਰਾਂ ਸਾਡਾ ਤਾਂ ਸਾਰਿਆਂ ਨਾਲ ਸੰਪਰਕ ਹੋਣਾ ਹੈ, ਮੈਂ ਬਹੁਤ ਲੋਕਾਂ ਨੂੰ ਇਹ ਵੀ ਸੈਣੀ ਉੱਤੇ UAPA ਲੱਗੀ, ਸੈਣੀ ਉੱਤੇ NDPS ਲੱਗੀ, ਠੀਕ ਹੈ ਜੀ, ਨੋ ਡਾਊਟ ਲੱਗੀ, ਉਹ ਮੇਰੇ ਤੇ ਨਹੀਂ ਲੱਗੀ। ਉਹ ਉਹਨਾਂ ਕੇਸਾਂ ਦੇ ਰਿਲੇਟਿਡ ਇਨਕੁਆਇਰੀ ਵਾਸਤੇ ਮੈਨੂੰ ਉੱਥੇ ਬੁਲਾਇਆ ਗਿਆ ਸੀ ਦਿੱਲੀ, ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਸ਼ੱਕ ਸੀ ਕਿ ਸ਼ਾਇਦ ਮੇਰੇ ਵੀ ਕੋਈ ਇੰਟਰਫੇਅਰ ਉਹ ਕੇਸਿਸ ਦੇ ਵਿੱਚ ਹੋ ਸਕਦਾ ਹੈ। NDPS ਦਾ ਤਾਂ ਉਹਦੇ ਵਿੱਚ ਐਡ ਸੀਗਾ ਵੀ ਅੰਮ੍ਰਿਤਸਰ ਵੱਲੋਂ ਇੱਕ ਬਹੁਤ ਵੱਡੀ ਖੇਪ ਆਈ ਸੀ ਹੈਰੋਇਨ ਦੀ, ਤੇ ਉਹ ਪੁਲਿਸ ਨੇ ਜ਼ਬਤ ਕੀਤੀ ਸੀਗੀ, ਤੇ ਉਹ ਖਬਰ ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਬ੍ਰੇਕ ਹੋਈ ਸੀ ਗੁਰਬਾਣੀ ਅਖੰਡ ਬਾਣੀ ਤੇ ਉਹਦੇ ਵਿੱਚ ਜੋ ਸੋਰਸਿਸ ਮੈਨੂੰ ਦਿੱਤੇ ਸੀ, ਕਿਉਂਕਿ ਉਹ ਮੇਰੇ ਕਿਸੇ ਪੱਤਰਕਾਰ ਨੇ ਸੀ ਕੀਤੀ, ਉਹ ਜਿਸ ਪਿੰਡ ਦੇ ਵਿੱਚ ਹੋਇਆ ਸੀ ਉਹ ਪਿੰਡ ਦਾ ਕੋਈ ਬੰਦਾ ਸੀ ਜਿਹਨੇ ਫੋਨ ਕਰਕੇ, ਜਿੱਦਾਂ ਫੈਨ ਤੁਹਾਡੇ ਨਾਲ ਜੁੜ ਜਾਂਦੇ ਨੇ, ਉਹਨਾਂ ਨੇ ਇਨਫੋਰਮ ਕੀਤਾ ਵੀ ਆਹ ਪਿੰਡ ਦੇ ਵਿੱਚ ਇਸ ਥਾਂ ਦੇ ਵਿੱਚ ਉਰੇ ਦੀ ਆਹ ਚੀਜ਼ ਬਰਾਮਦ ਕੀਤੀ, ਉਰੇ ਦੀ ਆਹ ਚੀਜ਼ ਬਰਾਮਦ ਕੀਤੀ। ਉਹ ਇਨਫੋਰਮੇਸ਼ਨ ਸਿਰਫ ਸੀਗੀ CRPF ਕੋਲ, ਠੀਕ ਹੈ ਜੀ, ਤੇ ਜਾਂ ਜਿਹੜੀ ਬਾਰਡਰ ਪੈਰਾਮਿਲਟਰੀ ਫੋਰਸਿਸ ਆ ਉਹਨਾਂ ਕੋਲ ਸੀਗੀ। ਹੁਣ ਉਹਨਾਂ ਨੇ ਕੀ ਕੀਤਾ, BSF ਨੇ, ਉਹਨਾਂ ਨੇ ਹੁਣ ਸਾਰਾ ਕੁਝ ਕੀਤਾ ਹੋਇਆ ਵੀ ਇਹ ਇਨਫੋਰਮੇਸ਼ਨ ਤਾਂ ਸਾਡੇ ਕੋਲ ਕਿਸੇ ਪੱਤਰਕਾਰ ਕੋਲ ਨਹੀਂ ਹੈਗੀ। ਹੁਣ ਇੱਕ ਵਿਲੇਜ ਵਾਲਾ ਬੰਦਾ ਮੈਨੂੰ ਸਾਰਾ ਦੱਸ ਗਿਆ, ਠੀਕ ਹੈ ਜੀ। ਹੁਣ ਉਹਨਾਂ ਨੂੰ ਇਹ ਸੀ ਕਿ ਵੀ ਇਹ ਮਤਲਬ ਗੁਪਤ ਇਨਫੋਰਮੇਸ਼ਨ ਮੇਰੇ ਕੋਲ ਕਿੱਦਾਂ ਪਹੁੰਚੀ। NDPS ਉੱਥੇ ਮੇਰੇ ਨਾਲ ਜੁੜ ਗਿਆ, ਉਹਦੀ ਐਕਸਪਲੇਨੇਸ਼ਨ ਮੈਂ ਉਹਨਾਂ ਨੂੰ ਦਿੱਤੀ, ਤੇ ਅੰਮ੍ਰਿਤਪਾਲ ਦੇ ਸਾਰੇ ਗਰੁੱਪ ਦੇ ਕੋਲ ਮੇਰਾ ਨੰਬਰ ਸੀ, ਆਬਵੀਅਸ ਇਹ ਗੱਲ ਹੁੰਦੀ ਸੀ ਸਾਰਿਆਂ ਦੇ ਨਾਲ। ਅਸੀਂ ਜਲੰਧਰ ਤੱਕ ਖਾਲਸਾ ਵੀਰ ਪ੍ਰੋਪਰ ਸਾਰੀ ਕਵਰ ਕੀਤੀ ਹੈ, ਕਿਉਂਕਿ ਦੇਖੋ ਅੰਮ੍ਰਿਤ ਦੀ ਦਾਤ ਦੇਣਾ, ਨੌਜਵਾਨਾਂ ਨੂੰ ਇਕਜੁੱਟ ਕਰਨਾ ਕੋਈ ਗਲਤ ਨਹੀਂ ਹੈ, ਸਿੱਖ ਧਰਮ ਦਾ ਪ੍ਰਚਾਰ ਹੈ, ਅਸੀਂ ਸਿਰਫ ਉਹੀ ਕਵਰ ਕਰ ਰਹੇ ਸੀ। ਹੁਣ ਅਗਰ ਉਸ ਦੇ ਉੱਤੇ ਖਾਲਸਾ ਪੰਥ ਦੀ ਗੱਲ ਹੁੰਦੀ ਹੈ ਤੇ ਖਾਲਸਾ ਰਾਜ ਦੀ ਗੱਲ ਹੁੰਦੀ ਹੈ, ਉਹ ਸਿੱਖ ਇਤਿਹਾਸ ਆ, ਉਹਦੇ ਵਿੱਚ ਕੋਈ ਦੁਰਾਏ ਨਹੀਂ, ਅਸੀਂ ਕਰ ਸਕਦੇ ਹਾਂ।
ਤੇ ਹਰ ਚੀਜ਼ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਵਰ ਕੀਤਾ ਸੀ। ਉਸ ਚੀਜ਼ ਨੂੰ ਫਿਰ ਲੋਕਾਂ ਨੇ ਇਸ ਤਰੀਕੇ ਕੀ ਸੈਣੀ ਦੇ ਉੱਤੇ UAPA ਲੱਗ ਗਈ, ਇਹ ਲੱਗ ਗਿਆ, ਉਹ ਲੱਗ ਗਿਆ, ਉਹ ਪਰਚੇ। ਹੁਣ ਉਸ ਤੋਂ ਬਾਅਦ ਚੈਨਲ ਬੰਦ ਹੋ ਜਾਂਦੇ ਨੇ ਤੇ ਫਿਰ ਉਸ ਤੋਂ ਬੜੇ ਸਵਾਲ ਉੱਠਦੇ ਨੇ ਵੀ ਹੁਣ ਮਤਲਬ ਤੁਹਾਡੇ ਆਪਣੇ ਜ਼ਿਹਨ ਦੇ ਵਿੱਚ ਉੱਠਦੇ ਹੁਣ ਕਰੀਏ ਕੀ। ਫਿਰ ਮੈਨੂੰ ਇੱਕ ਵਾਰ ਕਾਲ ਆਉਂਦੀ ਵੀ SGPC ਦੀ ਮਤਲਬ ਕੋਈ SGPC ਦੀ ਲੇਡੀ ਮੁਲਾਜ਼ਮ ਸੀ, ਕੰਮ ਕਰ ਰਹੀ ਸੀ, ਉਹਨੇ ਰੋ ਕੇ ਮੈਨੂੰ ਕਿਹਾ ਕਿ ਮੇਰੇ ਨਾਲ ਆਹ ਧੱਕਾ ਹੋਇਆ ਜੀ, ਵੀ ਮੇਰੇ ਮਤਲਬ ਮੇਰਾ ਪਤੀ ਨਹੀਂ ਹੈ, ਮੇਰੇ ਇੰਨੇ ਬੱਚੇ ਨੇ ਤੇ ਮੈਨੂੰ ਸੀਨੀਅਰ ਅਥਾਰਟੀ ਵਾਲੇ ਰੋਜ਼ ਤੰਗ ਕਰਦੇ ਨੇ ਤੇ ਮਤਲਬ ਇੱਥੇ ਤੱਕ ਕਹਿ ਦਿੱਤਾ ਵੀ ਤੈਨੂੰ ਇੱਕ ਦਿਨ ਤਾਂ ਢਾਵਾਂਗੇ ਅਸੀਂ। ਮੈਨੂੰ ਲੱਗਿਆ ਵੀ ਗੁਰੂ ਘਰਾਂ ਦੇ ਵਿੱਚ ਏਦਾਂ ਹੋ ਸਕਦਾ ਹੈ। ਮੈਨੂੰ ਪਹਿਲਾਂ ਬਹੁਤ ਝਟਕਾ ਲੱਗਿਆ ਵੀ ਨਹੀਂ, ਵੀ ਚਲ ਠੀਕ ਹੈ ਕਰਪਸ਼ਨ ਮਾੜੀ ਮੋਟੀ ਚੱਲਦੀ ਹੈ ਹਰ ਥਾਂ ਦੇ ਉੱਤੇ, ਧਾਮੀ ਸਾਹਿਬ ਵੀ ਜਿੱਦਾਂ ਕਹਿੰਦੇ ਨੇ ਵੀ ਇੰਨੀ ਵੱਡੀ ਸੰਸਥਾ ਦਾ ਅਸੀਂ ਧਿਆਨ ਨਹੀਂ ਰੱਖ ਸਕਦੇ, ਮੰਨਦੇ ਨਹੀਂ ਰੱਖ ਸਕਦੇ, ਕਿਤੇ ਨਾ ਕਿਤੇ ਕੋਈ ਨਾ ਕੋਈ ਦਾਲ ਦੇ ਵਿੱਚ ਕਣਕ ਵਾਲਾ ਆ ਹੀ ਜਾਂਦਾ ਹੈ। ਪਰ ਨਹੀਂ ਪਤਾ ਸੀ ਕਿ ਬਹੁਤਾਤ ਦਾਲ ਹੀ ਕਾਲੀ ਹੈ। ਜਦੋਂ ਮੈਂ ਮਤਲਬ ਡਿਸਕਸ਼ਨ ਕਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ PTC ਵਾਲਾ ਪੰਗਾ ਪੈ ਗਿਆ ਗੁਰਬਾਣੀ ਪ੍ਰਸਾਰਣ ਦਾ। ਉਸ ਪੰਗੇ ਦੇ ਉੱਤੇ ਮੈਂ ਐਪੀਸੋਡ ਬਣਾ ਕੇ ਡਿਟੇਲ ਦੇ ਵਿੱਚ ਦੱਸਿਆ ਵੀ ਕਿਉਂ, ਅਗਰ ਬਾਣੀ ਹੈ, ਬਾਣੀ ਦਾ ਤਾਂ ਅਸੀਂ ਜਿੰਨਾ ਪ੍ਰਚਾਰ ਪ੍ਰਸਾਰ ਕਰੀਏ ਉਹਨਾਂ ਘੱਟ ਹੈ। ਹੁਣ ਈਸਾਈ ਮਤ ਨੂੰ ਲੈ ਲਓ, ਉਹਨਾਂ ਦੇ ਆਪਣੇ DTH ਨੇ 50 ਤੋਂ ਵੱਧ ਚੈਨਲ ਮੁਫਤ ਨੇ DTH ਦੇ ਉੱਤੇ, ਤੁਸੀਂ ਉਹਨਾਂ ਦਾ DTH ਲਗਵਾ ਲੈਣੇ ਹੋ, ਤੁਹਾਨੂੰ ਕੋਈ ਤਾਂ ਉਮਰ ਕੋਈ ਪੈਸਾ ਦੇਣ ਦੀ ਲੋੜ ਨਹੀਂ। ਉਹ 50 ਚੈਨਲ ਲਗਾਤਾਰ ਤੁਹਾਡੇ ਮਤਲਬ TV ਦੇ ਉੱਤੇ ਫਲੈਸ਼ ਹੁੰਦੇ ਰਹਿਣਗੇ, ਤੁਸੀਂ ਦੇਖ ਸਕਦੇ ਹੋ ਧਰਮ ਨਾਲ ਜੁੜੇ ਹੋਏ, ਉਹਨਾਂ ਦੇ ਧਰਮ ਨਾਲ ਜੁੜੇ ਹੋਏ। ਅਸੀਂ ਅਜਿਹਾ ਕਿਉਂ ਨਹੀਂ ਕਰ ਸਕਦੇ? ਤੇ ਅਸੀਂ ਅਗਰ ਗੁਰਬਾਣੀ ਪ੍ਰਸਾਰਣ ਕਰ ਵੀ ਰਹੇ ਹਾਂ, ਹੁਣ ਤੁਹਾਡੇ ਵਰਗਾ ਚੈਨਲ ਹੈ, ਮੇਰੇ ਵਰਗੇ ਚੈਨਲ ਨਹੀਂ ਆ, ਹੋਰ ਚੈਨਲਸ ਨੇ ਜਿਹੜੇ ਕਿ ਮਰਿਆਦਾ ਦੇ ਅੰਦਰ ਅਧੀਨ ਰਹਿ ਕੇ ਅਗਰ ਗੁਰਬਾਣੀ ਪ੍ਰਸਾਰਣ ਫ੍ਰੀ ਆਫ ਕਾਸਟ ਕਰ ਰਹੇ ਨੇ, ਤੁਸੀਂ ਜੋ ਮਾਪਦੰਡ ਤੈਅ ਕਰਦੇ ਹੋ, ਜੋ ਸ਼ਰਤਾਂ ਤੈਅ ਕਰਦੇ ਹੋ, ਉਹਨਾਂ ਸ਼ਰਤਾਂ ਦੇ ਅਧੀਨ ਗੁਰਬਾਣੀ ਪ੍ਰਸਾਰਣ ਕਰਨ ਨੂੰ ਤਿਆਰ ਨਹੀਂ, ਤੁਸੀਂ ਉਹਨਾਂ ਨੂੰ ਨਹੀਂ ਦੇ ਰਹੇ ਹੱਕ ਕਰਨ ਦਾ। ਤੇ ਦੂਜੇ ਪਾਸੇ ਈਸਾਈ ਧਰਮ ਆਪ ਮਤਲਬ ਉਹਨਾਂ ਨੇ ਹਰ ਕਿਸੇ ਨੂੰ ਹੱਕ ਦਿੱਤਾ, ਤੁਸੀਂ ਸੈਟੇਲਾਈਟ ਲਾਇਆ, ਤੁਸੀਂ ਚੈਨਲ ਲਾਇਆ, ਲਾਓ ਜੀ ਲਿੰਕ ਦੋ, ਅਸੀਂ ਆਪਣੇ DTH ਤੇ ਪਾਣਾ ਹੈ, ਕੋਈ ਚਾਰजेस ਨਹੀਂ। ਬਿਲਕੁਲ ਠੀਕ ਹੈ। ਹੁਣ ਉੱਥੇ ਇੱਕੋ ਹੀ ਪਰਿਵਾਰ ਨੂੰ ਅਗਰ ਅਸੀਂ ਸਭ ਕੁਝ ਦੇ ਦਿੰਦੇ ਹਾਂ, ਇੱਕੋ ਹੀ ਚੈਨਲ ਨੂੰ ਅਸੀਂ ਗੁਰਬਾਣੀ ਦਾ ਪ੍ਰਸਾਰਣ ਦੇ ਰਹੇ ਹਾਂ, ਰੌਲਾ ਪੈਂਦਾ ਹੈ, ਰੌਲਾ ਪੈਂਦਾ ਤੇ ਕਿਹਾ ਜਾਂਦਾ ਵੀ ਨਹੀਂ ਜੀ ਕੰਟਰੈਕਟ ਹੁਣ ਖਤਮ ਹੋ ਰਿਹਾ ਜੀ ਮਈ ਦੇ ਵਿੱਚ, ਠੀਕ ਹੈ ਜੀ, ਤੇ ਅਸੀਂ ਬਹੁਤ ਜਲਦੀ ਇਹਨੂੰ ਰੀਨਿਊ ਨਹੀਂ ਕਰਦੇ ਤੇ ਹੁਣ ਅਸੀਂ ਆਪਣਾ ਸੈਟਅਪ ਲਾਵਾਂਗੇ, ਆਪਣਾ ਚੈਨਲ ਖੜਾ ਕਰਾਂਗੇ, ਓਕੇ ਹੈ, ਸਾਨੂੰ ਕੋਈ ਪ੍ਰੋਬਲਮ ਨਹੀਂ। ਫਿਰ ਉਸ ਤੋਂ ਜਦੋਂ ਸਡਨਲੀ ਕਿਹਾ ਜਾਂਦਾ ਹੈ ਕਿ ਨਹੀਂ ਜੀ ਅਸੀਂ ਆਪਣਾ ਚੈਨਲ ਨਹੀਂ ਖੜਾ ਕਰਾਂਗੇ, ਸਾਡਾ ਵੀ ਚੈਨਲ ਸ਼ੁਰੂ ਹੋ ਜਾਊਗਾ ਤੇ ਪਰ ਪੈਰਲਲ ਇੱਥੇ ਵੀ ਚੱਲਦਾ ਰਹੂਗਾ। ਤੇ ਹੋਰ ਕਿਸੇ ਨੂੰ ਮਤਲਬ ਹੋਰ ਕਿਸੇ ਚੈਨਲ ਨੂੰ ਤਾਂ ਕੀ ਹੱਕ ਦੇਣਾ ਜੀ ਗੁਰਬਾਣੀ ਪ੍ਰਸਾਰਣ ਦਾ? ਜਿਹੜੇ ਉੱਥੇ ਮਤਲਬ ਹਜ਼ੂਰੀ ਰਾਗੀ ਕੀਰਤਨ ਕਰਦੇ ਨੇ, ਹਾਜ਼ਰੀ ਭਰਦੇ ਨੇ, ਉਹਨਾਂ ਨੇ ਵੀ ਅਗਰ ਕੀਰਤਨ ਆਪਣੇ ਚੱਕ ਕੇ ਆਪਣੇ ਫੇਸਬੁੱਕ ਪੇਜਸ ਤੇ ਜਾਂ YouTube ਚੈਨਲਸ ਤੇ ਅਪਲੋਡ ਕੀਤੇ ਤਾਂ SGPC ਵੱਲੋਂ ਕਾਪੀਰਾਈਟ ਦੀ ਸਟ੍ਰਾਈਕ ਦਾ ਉਹਨਾਂ ਨੂੰ ਮਤਲਬ ਧਮਕੀ ਪਹਿਲਾਂ ਦਿੱਤੀ ਗਈ ਤੇ ਕਈਆਂ ਨੂੰ ਸਟ੍ਰਾਈਕ ਮਾਰੀ ਵੀ ਗਈ। ਹੁਣ ਤੁਸੀਂ ਸੋਚੋ ਕਿ ਇਹ ਸਾਡੀ ਸਰਮੋਰ ਸਿੱਖ ਜਥੇਬੰਦੀ ਜਿਹੜੀ ਖੂਨ ਡੁੱਲਣ ਦਾ ਬਣੀ ਸੀ, ਜਿਹਨੇ ਨੇ ਗੁਰਬਾਣੀ ਦਾ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਸੀ, ਉਹ ਆਪ ਹੀ ਜਦ ਬੈਰੀਕੇਡ ਲਾ ਰਹੇ ਨੇ ਹਰ ਪਾਸੇ ਧਰਮ ਦਾ ਪ੍ਰਚਾਰ ਨਾ ਹੋਵੇ, ਜਿਹਨੇ ਦੇਖਣਾ ਆ ਉਹ ਸਿਰਫ PTC ਤੇ ਜਾਵੇ ਤੇ ਉਹ ਦੇਖੇ ਉੱਥੇ। ਜਾਂ ਹੁਣ ਆਪਣਾ ਇਹਨਾਂ ਨੇ YouTube ਚੈਨਲ ਖੋਲ ਲਿਆ ਹੈ ਤੇ ਜਿਹਦੇ ਵਾਸਤੇ ਕਹਿੰਦੇ ਸੀ ਬੜਾ ਵੱਡਾ ਸੈਟਅਪ ਲੱਗਣਾ, ਤੁਸੀਂ ਖੋਲ ਕੇ ਬੈਠੇ ਹੋ, ਮੈਨੂੰ ਦੱਸ ਦਿਓ ਕਿੰਨਾ ਵੱਡਾ ਸੈਟਅਪ ਲੱਗ ਗਿਆ ਤੁਹਾਡਾ, ਕਿੰਨਾ ਕੀ ਕਰੋੜਾਂ ਦਾ ਖਰਚਾ ਆ ਗਿਆ YouTube ਚੈਨਲ ਤੇ। ਬਿਲਕੁਲ ਬਿਲਕੁਲ ਬਿਲਕੁਲ। ਹੁਣ ਇਹ ਸਾਰੀਆਂ ਚੀਜ਼ਾਂ ਨਾ ਜੀ, ਇਹ ਜਿਹੜੀ ਆਪਾਂ ਗੱਲ ਕਰ ਰਹੇ ਇਹਦੇ ਤੇ ਆਪਾਂ ਕਿਤੇ ਫਿਰ ਵੀਡੀਓ ਬਣਾਵਾਂਗੇ। ਅੱਜ ਆਪਾਂ ਸਿਰਫ ਸੈਣੀ ਸਾਹਿਬ ਦੀ ਜ਼ਿੰਦਗੀ ਦੀ ਕਰ ਰਹੇ ਹਾਂ ਗੱਲ। ਤੇ ਸੈਣੀ ਸਾਹਿਬ, ਮੈਂ ਨਾ ਤੁਹਾਡੀ ਉਹ ਤਸਵੀਰ ਦੇਖੀ ਜਿਹੜੀ SGPC ਵਾਲਿਆਂ ਨੇ ਜਾਰੀ ਕੀਤੀ, ਇੱਕ ਸੋਹਣਾ ਜਿਹਾ ਮਾਡਲ ਮੁੰਡਾ ਜਿਹਦੇ ਕੰਨ 'ਚ ਨੱਤੀਆਂ ਪਾਈਆਂ ਹੋਈਆਂ ਨੇ, ਤੇ ਨੱਤੀਆਂ ਪਾਉਣ ਤੋਂ ਬਾਅਦ ਉਹ ਕਦੋਂ ਧਰਮ ਵੱਲ ਪ੍ਰਵੇਸ਼ ਕਰ ਗਿਆ, ਕਦੋਂ ਉਹਦੇ ਮਨ ਦੇ ਵਿੱਚ ਸਿੱਖੀ ਜਾਗ ਗਈ ਤੇ ਉਹ ਘਰ ਵਾਪਸੀ ਕਰਦਾ। ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬਨਾਮਾ ਤੇ ਸਾਡੇ ਨਾਲ ਜੁੜੇ ਹੋਏ ਨੇ ਪ੍ਰੀਤ ਸਿੰਘ ਸੈਣੀ ਜੀ। ਸੈਣੀ ਦੀਆਂ ਤੁਸੀਂ ਅੱਜ ਗੱਲਾਂ ਸੁਣੋ ਤੇ ਇਸ ਤੇ ਤੁਸੀਂ ਵਧੀਆ ਤੋਂ ਖੁੱਲ੍ਹ ਕੇ ਕਮੈਂਟ ਕਰੋ ਕਿ ਸੈਣੀ ਸਾਹਿਬ ਇੱਕ ਮਾਡਲਿੰਗ ਤੋਂ ਇੱਕ ਧਰਮ ਵੱਲ ਆਏ ਨੇ। ਤੇ ਉਹ ਜਿਹੜੇ ਮਾਡਲ ਦੀ ਮੈਂ ਇੱਕ ਦਿਨ ਤਸਵੀਰ ਦਿਖਾਈ ਸੀ ਮੈਨੂੰ ਨਾ, ਮੈਂ ਵੀ NRI 'ਚ ਕੰਮ ਕਰਿਆ, ਕਿਰਨਾ ਵੀ ਮੈਨੇ ਕੰਮ ਕਰਿਆ ਤੇ ਅਸ਼ੋਕ ਸ਼ਰਮਾ ਜੀ ਨਾਲ ਵੀ ਮੈਨੇ ਕੰਮ ਕਰਿਆ ਤੇ ਕਾਫੀ ਬੰਦੇ ਮਿਲੇ ਜਿਹੜੇ ਪੁਰਾਣੇ ਸੀਗੇ ਮੇਰੇ ਸਰਕਲ ਦੇ, ਤੇ ਤੁਸੀਂ ਉਹਨਾਂ ਨਾਲ ਵੀ ਕੰਮ ਕਰਿਆ। ਤੇ ਮੈਨੂੰ ਇਹਨਾਂ ਨੂੰ ਜਾਣਨ ਦੀ ਇਹੀ ਮੇਰੇ ਮਨ 'ਚ ਸੀਗੀ ਵੀ ਇੱਕ ਮੁੰਡਾ ਜਿਹਦੀ ਫੋਟੋ SGPC ਵਾਲਿਆਂ ਨੇ ਛਾਪੀ ਹੈ, ਉਹ ਕਿਰਨ ਵਸਿਸ਼ਟ ਦੇ ਮਗਰ ਖੜਾ ਗਾ, ਨੱਤੀਆਂ ਪਾਈਆਂ ਉਹਨੇ, ਮਾਡਲ ਬੰਦਾ। ਤੇ ਅੱਜ ਜਿਹੜੇ ਪ੍ਰੀਤ ਸੈਣੀ ਨੂੰ ਅਸੀਂ ਦੇਖ ਰਹੇ ਹਾਂ, ਉਹ ਪ੍ਰੀਤ ਸੈਣੀ ਪੂਰਾ ਗੁਰਸਿੱਖ ਤੇ ਭਾਸ਼ਾ ਵੀ ਉਹਦੀ ਉਹੀ ਹੈ ਜੀ। ਬਿਲਕੁਲ। ਦੇਖੋ, ਜਦੋਂ ਤੁਸੀਂ ਸੰਗਤ ਦਾ ਪਿਆਰ ਤੇ ਉਸ ਗੁਰੂ ਦੀ ਕਿਰਪਾ, ਹੁਣ ਮੈਨੂੰ ਨਹੀਂ ਸੀ ਪਤਾ ਵੀ ਉਸ ਗੁਰੂ ਰਾਮਦਾਸ ਨੇ ਮੇਰੇ ਤੋਂ ਕੀ ਸੇਵਾ ਲੈਣੀ ਹੈ। ਨਾ ਮੈਂ ਧਰਮ ਦੇ ਜਦੋਂ ਪ੍ਰੋਗਰਾਮ ਸ਼ੁਰੂ ਕੀਤੇ, ਨਾ ਮੈਂ ਉਦੋਂ ਇਹ ਸੋਚਿਆ ਸੀ ਕਿ ਅੱਗੇ ਕੀ ਹੋਣ ਵਾਲਾ ਹੈ, ਕੀ ਹੋਏਗਾ। ਤੇ ਜਦੋਂ ਮਤਲਬ ਨਿਸ਼ਾਨਦੇਹੀ ਮੁੱਦਾ ਪ੍ਰੋਗਰਾਮ ਚੱਲਦਾ, ਤੁਸੀਂ ਕਹਿ ਰਹੇ ਸੀ ਮੈਂ ਮਤਲਬ ਕਿੱਦਾਂ ਇੱਕਦਮ ਬਦਲ ਗਿਆ।
ਜਦੋਂ ਨਿਸ਼ਾਨਦੇਹੀ ਮੁੱਦਾ ਪ੍ਰੋਗਰਾਮ ਚੱਲਦਾ ਸੀ ਤੇ ਉਸ ਪ੍ਰੋਗਰਾਮ ਦੇ ਦੌਰਾਨ ਮਤਲਬ ਕਾਫੀ ਲੋਕ ਬਾਹਰੋਂ ਦੇਸ਼ੋਂ ਵਿਦੇਸ਼ਾਂ ਤੋਂ ਸੰਗਤ ਜੁੜੀ ਸੀ ਤੇ ਇੱਕ ਮਾਤਾ ਸੀਗੀ ਜਰਮਨ ਤੋਂ, ਇਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਕਿ ਪੁੱਤ ਮੇਰੀ ਖੁਆਇਸ਼ ਹੀ ਆ, ਮੈਂ 80 ਸਾਲ ਤੋਂ ਉੱਤੇ ਉਮਰ ਆ ਮੇਰੀ, ਕਾਸ਼ ਤੇਰੇ ਸਿਰ ਤੇ ਦਸਤਾਰ ਹੋਵੇ, ਮੂੰਹ ਤੇ ਤੇਰਾ ਦਾੜਾ ਹੋਵੇ ਤਾਂ ਤੂੰ ਕਿੱਦਾਂ ਦਾ ਲੱਗੇ। ਜਦੋਂ ਮਾਤਾ ਨੇ ਇਹ ਗੱਲ ਕਹੀ ਵੀ ਪੁੱਤ ਮੇਰੀ ਬਸ ਇਹ ਖੁਆਇਸ਼ ਹੈ, ਤੇਰੇ ਪ੍ਰੋਗਰਾਮ ਮੈਂ ਰੋਜ਼ ਦੇਖਦੀ ਆ ਵੀ ਸੈਣੀ ਕਾਸ਼ ਤੇਰੇ ਮੂੰਹ ਤੇ ਮਤਲਬ ਦਾੜਾ ਹੋਵੇ ਤੇ ਸਿਰ ਤੇ ਤੇਰੇ ਦਸਤਾਰ ਹੋਵੇ ਤਾਂ ਤੂੰ ਕਿੰਨਾ ਸੋਹਣਾ ਲੱਗੇ। ਜੀ ਤੇ ਉਸ ਤੋਂ ਬਾਅਦ ਮੈਨੂੰ ਮਤਲਬ ਸਾਰੀ ਰਾਤ ਮੈਂ ਸੋਚਦਾ ਰਿਹਾ ਕਿ ਕੱਲ ਪ੍ਰੋਗਰਾਮ ਕਰਨਾ ਹੈ ਕਿੱਦਾਂ। ਮੇਰੇ ਉਦੋਂ ਦਾੜੀ ਵੀ ਨਹੀਂ ਸੀ, ਬਿਲਕੁਲ ਦਾੜੀ ਨਹੀਂ ਸੀ ਮੂੰਹ ਦੇ ਉੱਤੇ, ਬਿਲਕੁਲ ਕਲੀਨ ਸ਼ੇਵ ਹੁੰਦਾ ਸੀ ਤੇ ਮੈਂ 2 ਦਿਨ ਵੇਟ ਕੀਤੀ, ਕੋਈ ਪ੍ਰੋਗਰਾਮ ਨਹੀਂ ਕੀਤਾ, ਦਾੜੀ ਸ਼ੇਵ ਨਹੀਂ ਕੀਤੀ ਤੇ ਤੀਜੇ ਦਿਨ ਜਾ ਕੇ ਮੈਂ ਪਹਿਲਾ ਸ਼ੋਅ ਕੀਤਾ ਪੱਗ ਬੰਨ ਕੇ ਦਾੜੀ ਦੇ ਵਿੱਚ ਤੇ ਉਹ ਸ਼ੋਅ ਮੈਂ ਔਨ ਏਅਰ ਜਦੋਂ ਕੀਤਾ ਤੇ ਉਸ ਤੋਂ ਬਾਅਦ ਮੈਨੂੰ ਫਿਰ ਤੋਂ ਮਾਤਾ ਦਾ ਫੋਨ ਆਇਆ ਕਿ ਪੁੱਤ ਅੱਜ ਰੂਹ ਖੁਸ਼ ਹੋ ਗਈ, ਹੁਣ ਤੂੰ ਥੋੜੀ ਦਾੜੀ ਹੋਰ ਵਧਾ ਲਾ, ਠੀਕ ਹੈ, ਤੇ ਰੱਬ ਦੀ ਬਹੁਤ ਛੇਤੀ ਕਿਰਪਾ ਹੋਏਗੀ ਤੇ ਤੈਨੂੰ ਮੈਂ ਬਾਣੀ ਦੇ ਵਿੱਚ ਦੇਖਾਂਗੀ। ਤੇ ਉਸ ਤੋਂ ਆਈ ਥਿੰਕ ਮਹੀਨੇ ਕੀ ਬਾਅਦ ਜਾਂ ਸਵਾ ਕੀ ਮਹੀਨੇ ਬਾਅਦ ਉਹਨਾਂ ਦੇ ਬੇਟੇ ਦਾ ਫੋਨ ਆਉਂਦਾ, ਮੈਨੂੰ ਇਹ ਪਤਾ ਨਹੀਂ ਨੂੰਹ ਦਾ ਫੋਨ ਆਉਂਦਾ ਕਿ ਮਾਤਾ ਜੀ ਪੂਰੇ ਹੋ ਗਏ। ਤੇ ਉਹ ਮਤਲਬ ਤੁਹਾਡੀ ਬਹੁਤ ਗੱਲ ਕਰਦੇ, ਤੁਹਾਡੇ ਸਾਰੇ ਪ੍ਰੋਗਰਾਮ ਦੇਖਦੇ ਸੀ ਤੇ ਉਹਨਾਂ ਨੂੰ ਮੈਂ ਕਦੀ ਮਿਲਿਆ ਨਹੀਂ, ਪਰ ਉਹ ਮਾਂ ਨੇ ਕੀ ਦੇਖਿਆ ਕੀ ਮੈਨੂੰ ਕਿਹਾ ਤੇ ਉਸ ਤੋਂ ਬਾਅਦ ਮੇਰਾ ਰੱਬ ਜਾਣਦਾ ਹੈ, ਮੈਂ ਬਿਨਾਂ ਦਸਤਾਰ ਤੋਂ ਕਦੀ ਪ੍ਰੋਗਰਾਮ ਨਹੀਂ ਕੀਤਾ। ਮੈਂ ਦਾੜੀ ਉਸ ਤੋਂ ਬਾਅਦ ਬੀਅਰਡ ਵਧਾਣੀ ਸ਼ੁਰੂ ਕਰਤੀ ਤੇ ਮੈਂ ਰੱਖ ਲਈ, ਕਟਿੰਗ ਕਰਦਾ ਸੀਗਾ ਤੇ ਹੁਣ ਮਤਲਬ ਉਹ ਜਜ਼ਬਾ ਤੇ ਉਸ ਤੋਂ ਬਾਅਦ ਲੋਕਾਂ ਨੇ ਜਿੰਨਾ ਪਿਆਰ ਦਿੱਤਾ। ਦਸਤਾਰ ਜਦੋਂ ਮੈਂ ਸਜਾਈ, ਜਦੋਂ ਮੈਂ ਬੀਅਰਡ ਰੱਖਣੀ ਸ਼ੁਰੂ ਕੀਤੀ ਤੇ ਸੰਗਤ ਨੇ ਜਿੰਨਾ ਪਿਆਰ ਦਿੱਤਾ ਤੇ ਮਤਲਬ ਉਹ ਚੀਜ਼ ਤੁਸੀਂ ਮਹਿਸੂਸ ਨਹੀਂ ਕਰ ਸਕਦੇ। ਅੱਜ ਵੀ ਸੰਗਤ, ਮੈਂ ਅਗਰ ਬਿਨਾਂ ਪੱਗ ਤੋਂ, ਮੈਨੂੰ ਲੱਗਦਾ ਕਿ ਅਗਰ ਮੈਂ ਕਿਸੇ ਸ਼ੋਅ 'ਚ ਬਹਿਣਾ ਨਾ ਸੰਗਤ ਦਾ, ਮੈਨੂੰ ਲੱਗਦਾ ਕਿ ਮੈਂ ਸੰਗਤ ਦੇ ਦਿਲ ਨੂੰ ਠੇਸ ਪਹੁੰਚਾਊਂਗਾ। ਹੁਣ ਉਸ ਗੁਰੂ ਨੇ ਜਿਸ ਰੂਪ ਦੇ ਵਿੱਚ ਜਿੱਦਾਂ ਸੇਵਾ ਲੈਣੀ ਹੈ ਉਦਾਂ ਹੀ, ਤੇ ਮੈਨੂੰ ਪਰਿਵਾਰ ਤੁਸੀਂ ਹੋਗੇ, ਸੰਗਤ ਜਿਹੜੀ ਪਿਆਰ ਇੰਨੀ ਕਰਦੀ ਹੈ, ਥੱਲੇ ਕਮੈਂਟਸ ਇੰਨੇ ਆਉਂਦੇ ਨੇ। ਮੈਂ ਸੰਪੂਰਨ ਗੁਰਸਿੱਖ ਨਹੀਂ ਆ, ਮੈਂ ਬਾਣੀ ਦਾ ਧਾਰਨੀ ਨਹੀਂ ਆ, ਪਰ ਤੁਸੀਂ ਕਮੈਂਟ ਪੜੋਗੇ ਤਾਂ ਆਪਣੇ ਆਪ ਨੂੰ ਐਵੇਂ ਲੱਗਦਾ ਕਿ ਇਹ ਪ੍ਰੀਤ ਤੇਰੇ ਬਾਰੇ ਹੀ ਕਮੈਂਟ ਲਿਖੇ ਗਏ ਨੇ, ਤੇਰੇ ਬਾਰੇ ਗੱਲਾਂ ਹੋ ਰਹੀਆਂ ਨੇ। ਫਿਰ ਲੱਗਦਾ ਕਿ ਨਹੀਂ, ਹੁਣ ਮਤਲਬ ਜੋ ਜਿੰਨਾ ਕਰਨਾ ਸੀ, ਜਿੰਨੀ ਐਸ਼ ਕਰਨੀ ਸੀ ਕਰ ਲਈ ਹੈ, ਬਥੇਰੀ ਹੈ। ਰੱਬ ਨੇ ਜਿੱਦਾਂ ਦਾ ਬਣਾਇਆ ਉਦਾਂ ਦਾ ਹੋ ਕੇ ਰਹੋ ਤੇ ਸੰਗਤ ਦੀ ਸੇਵਾ ਕਰੋ ਤੇ ਸੰਗਤ ਦੇ ਨਾਮ ਹੀ ਮੇਰੀ ਹੁਣ ਜ਼ਿੰਦਗੀ ਹੈ। ਕਿਉਂਕਿ 2020 ਦੇ ਵਿੱਚ ਜਦੋਂ ਮੇਰੇ ਤੇ ਅਟੈਕ ਹੋਇਆ ਸੀਗਾ, ਉਸ ਦਿਨ ਮੈਂ ਮਰ ਗਿਆ ਸੀਗਾ, ਮੈਨੂੰ ਇੱਕ ਨਵੀਂ ਜ਼ਿੰਦਗੀ ਉਦੋਂ ਮਿਲ ਗਈ ਹੈ ਜੀ। ਸ਼ਿਵ ਸੈਨਾ ਦੇ ਵੱਲੋਂ ਕੀਤਾ ਗਿਆ ਸੀ, ਸਾਰਿਆਂ ਨੂੰ ਪਤਾ ਹੈ ਉਸ ਚੀਜ਼ ਦਾ। ਤੇ ਉਸ ਤੋਂ ਬਾਅਦ ਤਾਂ ਮੈਂ ਧਾਰ ਲਿਆ ਸੀ ਕਿ ਹੁਣ ਮੇਰੀ ਜਿਹੜੀ ਲਾਈਫ ਹੈਗੀ ਹੈ, ਮੇਰੀ ਜ਼ਿੰਦਗੀ ਹੈ, ਉਹ ਕੌਮ ਦੇ ਲੇਖੇ ਹੈ, ਉਹ ਸਰਬੱਤ ਦੇ ਭਲੇ ਦੇ ਲੇਖੇ ਹੈ, ਮਨੁੱਖਤਾ ਦੀ ਭਲਾਈ ਦੇ ਲੇਖੇ ਹੈ। ਤਾਂ ਅੱਜ ਉਹ ਜਿਹੜਾ ਕਮਲ ਪ੍ਰਿੰਸ ਪ੍ਰੀਤ ਸਿੰਘ ਸੀਗਾ, ਪ੍ਰੀਤ ਸਿੰਘ ਸੈਣੀ ਏਦਾਂ ਬਣ ਕੇ ਤੁਹਾਡੇ ਸਾਹਮਣੇ ਆਇਆ ਹੈ ਜੀ। ਬਿਲਕੁਲ ਮਾਫ ਕਰਨਾ, ਬਿਜਲੀ ਚਲੀ ਗਈ ਸੀ, ਇਸ ਕਰਕੇ ਥੋੜੀ ਡਿਸਟਰਬੈਂਸ ਆਈ ਤੇ ਬਿਜਲੀ ਜਾ ਚੁੱਕੀ ਹੈ, ਉਹ ਵੀ ਪਤਾ ਨਹੀਂ ਸਾਥ ਨਹੀਂ ਦੇ ਰਹੀ ਆਪਣਾ, ਪਰ ਹਾਂ ਪਰਮਾਤਮਾ ਆਪਣੇ ਨਾਲ ਹੈ, ਕੋਈ ਦਿੱਕਤ ਨਹੀਂ ਹੈਗੀ। ਸੈਣੀ ਸਾਹਿਬ ਇੱਕ ਗੱਲ ਮੈਂ ਹੋਰ ਕਰਾਂਗਾ ਕਿ ਜਦੋਂ ਪੱਤਰਕਾਰ ਦੇ 295 ਦਾ ਪਰਚਾ ਦਰਜ ਹੁੰਦਾ, ਉਹ ਵੀ ਸਿੱਖ ਪੱਤਰਕਾਰ ਤੇ, ਕਿਉਂਕਿ ਸਿੱਖਾਂ ਦੀ ਹਜੇ ਤੱਕ ਡੈਫੀਨੇਸ਼ਨ ਕਲੀਅਰ ਨਹੀਂ ਹੋਈ ਕਿ ਅੰਮ੍ਰਿਤਧਾਰੀ ਸਿੱਖ ਨੇ ਜਾਂ ਸਹਿਜਧਾਰੀ ਵੀ ਸਿੱਖ ਨੇ ਜਾਂ ਪਤਿਤ ਸਿੱਖ ਨੇ, ਜੀ ਤੁਸੀਂ ਗੱਲ ਕਰੀ ਆ ਕਿ ਧਰਮ ਛੱਡ ਕੇ ਵਾਪਸ ਚਲੇ ਗਏ, ਧਰਮ ਅਡਾਪਟ ਕਰਨ ਤੋਂ ਬਾਅਦ ਤੇ ਫਿਰ ਵਾਪਸ ਆ ਗਏ, ਉਹ ਇਹ ਸਿੱਖਾਂ ਦੀ ਹਜੇ ਤੱਕ ਕੋਈ ਉਹ ਨਹੀਂ ਹੋਈ। ਬਟ ਮੈਂ ਇਹ ਗੱਲ ਤੁਹਾਡੇ ਮੂੰਹ ਤੋਂ ਸੁਣਨਾ ਚਾਹੁੰਦਾ ਕਿ ਜਦੋਂ ਬੰਦੇ ਤੇ 295 ਇਹ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀਆਂ, ਧਰਮ ਦੀਆਂ ਭਾਵਨਾਵਾਂ ਨਾਲ ਖੇਡਣ ਦੀਆਂ ਦਾ ਦੋਸ਼ ਲੱਗਦਾਗਾ, ਤੇ ਫਿਰ ਉਹ ਮਨ ਦੇ ਵਿੱਚ ਕੀ ਸਥਿਤੀ ਜਿਹੜੀ ਆ ਉਹ ਪੈਦਾ ਹੋ ਗਿਆ ਕਿ ਅਜਿਹਾ ਦੋਸ਼ ਹੈ ਜਿਹੜਾ ਉਹ ਇੱਕ ਕਲੰਕ ਤੋਂ ਘੱਟ ਨਹੀਂ ਹੈਗਾ। ਦੇਖੋ ਮੈਂ ਤੁਹਾਨੂੰ ਕੀ ਕਹਿਣਾ ਚਾਹੋਗੇ ਕਿ ਜਦੋਂ ਇਹੋ ਜਿਹੇ ਦੋਸ਼ ਲਾਏ ਜਾਂਦੇ ਨੇ, ਹਨਾ ਜੀ 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 ਹਾਂਜੀ ਸੈਣੀ ਸਾਹਿਬ ਜੀ, ਮੈਂ ਇਹ ਕਹਾਂਗਾ ਕਿ ਦੇਖੋ ਮੈਂ ਤਾਂ ਇੱਕ ਆਮ ਇਨਸਾਨ ਆ, ਠੀਕ ਹੈ ਜੀ, ਮੇਰੀ ਤਾਂ ਔਕਾਤ ਹੀ ਕੀ ਹੈ। ਜਦ ਸਾਡੇ ਆਪਣਿਆਂ ਨੇ ਸਾਡੇ ਗੁਰੂਆਂ ਨੂੰ ਨਹੀਂ ਬਖਸ਼ਿਆ, ਸਾਡੇ ਯੋਧਿਆਂ ਨੂੰ ਨਹੀਂ ਬਖਸ਼ਿਆ, ਤਾਂ ਫਿਰ ਪ੍ਰੀਤ ਸਿੰਘ ਸੈਣੀ ਇਹਨਾਂ ਵਾਸਤੇ ਕੀ ਚੀਜ਼ ਹੈ। ਮੈਨੂੰ ਫਰਕ ਨਹੀਂ ਪੈਂਦਾ, ਮੇਰੇ ਤੇ 295 ਇਹ ਲਾਈ ਇਹਨਾਂ ਨੇ, ਮੈਨੂੰ ਫਰਕ ਨਹੀਂ ਪੈਂਦਾ। ਇਹ ਮੈਨੂੰ ਚਾਹੇ ਨਸ਼ੇੜੀ ਕਹਿਣ, ਚਾਹੇ ਮੈਨੂੰ RSS ਦਾ ਕਹਿਣ, BJP ਦਾ ਕਹਿਣ, ਆਮ ਆਦਮੀ ਪਾਰਟੀ ਦਾ ਕਹਿਣ, ਠੀਕ ਹੈ, ਕੌਮ ਦਾ ਗੱਦਾਰ ਕਹਿਣ, ਨਹੀਂ ਮੈਨੂੰ ਸੱਚੀ ਫਰਕ ਨਹੀਂ ਪੈਂਦਾ। ਕਿਉਂਕਿ ਜਵਾਬਦਾਰੀ ਜਿਸ ਪਰਮਾਤਮਾ ਨੂੰ ਅਸੀਂ ਦੇਣੀ ਆ, ਅਸੀਂ ਉਹਦੀ ਕਚਹਿਰੀ 'ਚ ਸੱਚੇ ਆ। ਇਹ ਸਰਟੀਫਿਕੇਟ ਮੈਨੂੰ ਇਹ ਲੋਕ ਦੇਣਗੇ ਜਿਨ੍ਹਾਂ ਨੇ 1999 ਦੇ ਵਿੱਚ ਕਿਤਾਬਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਲਾਤਕਾਰੀ ਲਿਖਤਾ,
ਇਹ ਲੋਕ ਮੈਨੂੰ ਸਰਟੀਫਿਕੇਟ ਦੇਣਗੇ ਜਿਨ੍ਹਾਂ ਨੇ ਗੁਰੂਆਂ ਨੂੰ ਚੋਰ, ਠੱਗ, ਡਾਕੂ ਤੱਕ ਲਿਖਤਾ, ਜਿਨ੍ਹਾਂ ਨੇ ਸਾਡੇ ਗੁਰੂ ਨਹੀਂ ਬਖਸ਼ੇ, ਜਿਹੜਾ ਗੁਰੂ ਘਰਾਂ ਦੇ ਵਿੱਚ ਇਹ ਸੇਵਾ ਨਿਭਾ ਰਹੇ ਨੇ, ਜਿਨ੍ਹਾਂ ਦਰਾਂ ਦੇ ਵਿੱਚ ਕੰਮ ਕਰਕੇ ਇਹ ਆਪਣੇ ਪਰਿਵਾਰ ਪਾਲਦੇ ਨੇ, ਘਰ ਚਲਾ ਰਹੇ ਨੇ, ਜਿਹੜੇ ਉਸ ਦਰ ਦੇ ਨਹੀਂ ਹੋਏ, ਉਹ ਫਿਰ ਮੇਰੇ ਕਿੱਥੋਂ ਹੋ ਜਾਣਗੇ, ਤੁਹਾਡੇ ਕਿੱਥੋਂ ਸਕੇ ਹੋ ਜਾਣਗੇ, ਜਿਹੜਾ ਆਪਣੇ ਪਿਓ ਦਾ ਨਹੀਂ ਹੋਇਆ ਸਰ ਬਾਬਾ ਜੀ। ਠੀਕ ਹੈ, ਹੁਣ ਤੁਸੀਂ ਕਿਸੇ ਵੀ ਧਰਮ ਨਾਲ ਤਾਲੁਕ ਕਿਉਂ ਨਾ ਰੱਖਦੇ ਹੋਵੋ, ਤੁਸੀਂ ਦੱਸੋ ਕਿ ਕੋਈ ਹਿੰਦੂ ਵੀਰ ਹੋਵੇ, ਕੋਈ ਮੁਸਲਮਾਨ ਵੀਰ ਹੋਵੇ, ਕੋਈ ਈਸਾਈ ਵੀਰ ਹੋਵੇ, ਉਹ ਆਪਣੇ ਇਸ਼ਟ ਨੂੰ ਧੋਖਾ ਦੇ ਕੇ ਖੁਸ਼ੀ ਨਾਲ ਰਹਿ ਸਕਦਾ ਹੈ? ਆਪਣੇ ਇਸ਼ਟ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਕੇ ਆਪਣੇ ਇਸ਼ਟ ਦੀ ਕਮਾਈ ਖਾ ਕੇ ਆਪਣੇ ਘਰ ਭਰ ਸਕਦਾ ਆ? ਆਪਣੇ ਇਸ਼ਟ ਦੀਆਂ ਅੱਖਾਂ 'ਚ ਘੱਟਾ ਪਾ ਕੇ? ਕਿਉਂਕਿ ਉਹਨਾਂ ਵਾਸਤੇ ਫਿਰ ਇਹੀ ਹੈ ਕਿ ਰੱਬ ਕਿਹੜਾ ਬੋਲਦਾ ਆ, ਚੁੱਪ ਕਰਕੇ ਬੈਠਾ ਆ। ਅਰਦਾਸਾਂ ਨੇ, ਪ੍ਰੇਅਰਸ ਨੇ, ਠੀਕ ਹੈ, ਕਲਮੇ ਨੇ, ਉਹ ਤਾਂ ਮਤਲਬ ਧਾਰਮਿਕ ਪੁਸਤਕਾਂ ਦੇ ਵਿੱਚ ਇਹਨਾਂ ਵਾਸਤੇ ਲਿਖੇ ਹੋਏ ਨੇ। ਉਹ ਤਾਂ ਇਹਨਾਂ ਵਾਸਤੇ ਫਿਰ ਗ੍ਰੰਥ ਵੀ ਨਹੀਂ, ਇਹਨਾਂ ਵਾਸਤੇ ਧਾਰਮਿਕ ਪੁਸਤਕਾਂ ਨੇ ਉਹ, ਬਿਲਕੁਲ, ਜੋ ਕਈਆਂ ਵੀ ਜਾਂਦੀਆਂ ਨੇ, ਇਹ ਬਸ ਗਿਆਨ ਦੇ ਜ਼ਰੀਏ ਨੇ ਉਹ। ਤਾਂ ਫਿਰ ਜਦੋਂ ਇਹ ਉਸ ਇਲਾਹੀ ਬਾਣੀ ਨੂੰ ਸਿਰਫ ਤੇ ਸਿਰਫ ਧਾਰਮਿਕ ਪੁਸਤਕਾਂ ਸਮਝਦੇ ਨੇ ਤੇ ਉਹ ਪੁਸਤਕਾਂ ਨੂੰ ਸੁਸ਼ੋਭਿਤ ਕਰਕੇ ਸਿਰਫ ਦੁਕਾਨਦਾਰੀਆਂ ਚਲਾਉਂਦੇ ਨੇ, ਤਾਂ ਫਿਰ ਕਿਸੇ ਉੱਤੇ 295 ਏ ਲਗਾਉਣਾ, ਕਿਸੇ ਨੂੰ ਮੌਤ ਦੇ ਘਾਟ ਪਹੁੰਚਾਉਣਾ, ਕਿਸੇ ਨੂੰ ਘਰੋਂ ਬੇਘਰ ਕਰਨਾ, ਕਿਸੇ ਦੀਆਂ ਪੱਤਾਂ ਰੋਲਣੀਆਂ, ਕਿਸੇ ਨੂੰ ਬੰਦ ਕਟਵਾਉਣਾ, ਚਰਖੜੀਆਂ ਤੇ ਚੜਾਉਣਾ, ਆਰਿਆਂ ਨਾਲ ਚਰਵਾਉਣਾ, ਇਹ ਉਹੀ ਚੀਜ਼ਾਂ ਨੇ। ਅਰਦਾਸ ਅਸੀਂ ਰੋਜ਼ ਕਰਦੇ ਹਾਂ, ਬਿਲਕੁਲ। ਆਗਿਆ ਭਾਈ ਅਕਾਲ ਕੀ ਤਖੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਪਰ ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤੇ ਨਾ ਕਿਤੇ ਪ੍ਰਗਟ ਗੁਰਾਂ ਦੀ ਦੇਹ ਮੰਨਣ ਤੋਂ ਇਨਕਾਰ ਕਰਕੇ ਗਏ। ਅਰਦਾਸ ਕਰਦੇ ਨਹੀਂ, ਪਰ ਉਸ ਅਰਦਾਸ ਨੂੰ ਵੀ ਇਹਨਾਂ ਨੇ, ਕਿਉਂਕਿ ਅਰਦਾਸ ਕਰਨ ਵਾਸਤੇ ਵੀ ਹੁਣ ਤਾਂ ਚੜਾਵੇ ਚੜ੍ਹਦੇ ਨੇ, 1100 ਦੀ ਕਰਵਾ ਦਿਓ ਜੀ, 5100 ਦੀ ਕਰਵਾ ਦਿਓ ਜੀ, 11000 ਦੀ ਕਰਵਾ ਦਿਓ। ਉਹ ਦੇਖੋ ਉਹ ਇਹਨਾਂ ਦਾ, ਠੀਕ ਹੈ, ਬਿਲਕੁਲ ਉਹ ਇਹਨਾਂ ਨੇ ਪ੍ਰੋਫੈਸ਼ਨਲ ਕਿਹਾ। ਮੈਂ ਇੱਕ ਗੱਲ ਸਪਸ਼ਟ ਕਰਦਾ ਕਿ ਮੈਂ ਵੀ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ। ਮੇਰੇ ਮਦਰ ਫਾਦਰ ਨੇ ਵੀ ਅੰਮ੍ਰਿਤ ਛਕਿਆ ਹੋਇਆ ਸੀਗਾ। 2020 ਦੇ ਵਿੱਚ ਕਰੋਨਾ ਵਕਤ ਵਿੱਚ ਮੇਰੇ ਫਾਦਰ ਸਾਹਿਬ ਚਲੇ ਗਏ ਦੁਨੀਆ ਤੋਂ, ਤੇ ਸਾਡੀ ਸਾਰੀ ਸਿੱਖ ਫੈਮਿਲੀ ਆ, ਸਿੱਖ ਮਦਦ ਨਾਲ ਹੀ ਅਸੀਂ ਕੰਮ ਕਰਦੇ ਆ। ਗੁਰਦੁਆਰਾ ਸਾਹਿਬ ਤੋਂ ਸੇਧ ਲੈ ਕੇ ਹੀ ਅਸੀਂ ਜਿੰਨਾ ਵੀ ਕੁਛ ਕੀਤਾ ਅੱਜ ਤੱਕ, ਸਾਰਾ ਕੁਛ ਗੁਰਦੁਆਰੇ ਤੋਂ ਸੇਧ ਲੈ ਕੇ ਕੀਤਾ ਗਾ। ਠੀਕ ਆ ਵੀ ਅਸੀਂ ਉਹ ਸਮਾਂ ਸੀਗਾ 84 ਦਾ, ਮੈਂ ਫਾਰਮੇਸੀ ਕਰਦਾ ਸੀ, ਕਰਨਾਲ, ਉਦੋਂ ਵਾਲ ਕਟਾਉਣੇ ਪੈ ਗਏ ਤੇ ਕਟਵਾ ਤੇ ਸਮੇਂ ਦੇ ਨਾਲ ਚੱਲ ਰਹੇ ਆ, ਕੋਈ ਦਿੱਕਤ ਨਹੀਂ ਹੈਗੀ। ਪਰ ਗੁਰੂ ਦਾ ਕੜਾ ਪਾਇਆ ਹੋਇਆ, ਨਿਸ਼ਾਨੀ ਹੈਗੀ, ਰੱਖੀ ਹੋਈ ਹੈ ਨਾਲ, ਕਿਉਂਕਿ ਸਾਡੀ ਆਸਥਾ ਹੀ ਇੱਥੇ ਆ, ਅਸੀਂ ਕਿਤੇ ਹੋਰ ਜਾ ਹੀ ਨਹੀਂ ਸਕਦੇ। ਸਾਨੂੰ ਕਿਸੇ ਕੋਈ ਹੋਰ ਅਡਾਪਟ ਹੀ ਨਹੀਂ ਕਰ ਸਕਦਾ। ਚਲੋ ਬਿਲਕੁਲ ਬਾਬਾ ਜੀ, ਇਹੀ ਚੀਜ਼ ਹੈ ਵੀ ਤੁਸੀਂ ਸਿੱਖ ਦੀ ਗੱਲ ਕਰਦੇ ਸੀ ਕਿ ਸਿੱਖ ਕੌਣ ਨੇ, ਕੀ ਨੇ, ਕਿਉਂਕਿ ਬਹੁਤ ਸਾਰੀ ਕਨਫਿਊਜ਼ਨਸ ਜਿਹੜੇ ਨੇ, ਜਿਹੜਾ ਤੁਸੀਂ ਕੁਐਸਚਨ ਕੀਤਾ ਸੀ ਕਿ ਸਹਿਜਧਾਰੀ ਨੇ, ਠੀਕ ਹੈ, ਜਿੱਦਾਂ ਧਾਰਾ 25 ਦੇ ਵਿੱਚ ਕੇਸਾਧਾਰੀ ਹਿੰਦੂ ਲਿਖਿਆ ਗਿਆ ਹੈ ਸਿੱਖਾਂ ਨੂੰ। ਦੇਖੋ, ਸਿੱਖ ਦਾ ਅਰਥ ਕੀ ਹੈ? ਸਿੱਖ ਦਾ ਅਰਥ ਹੈਗਾ ਸਿੱਖੋ, ਸਿੱਖਣਾ। ਗੁਰਸਿੱਖ ਦਾ ਅਰਥ ਕੀ ਹੈ? ਸੰਪੂਰਨ ਗੁਰਸਿੱਖ, ਜਿਹੜਾ ਮਰਿਆਦਾ ਦੇ ਅਧੀਨ ਹੈ, ਜਿਨ੍ਹਾਂ ਨੇ ਮਰਿਆਦਾ, ਜਿਹੜੀਆਂ ਵਜਰ ਕੁਰੈਤਾਂ ਨੇ, ਕਾਮ, ਕ੍ਰੋਧ, ਲੋਭ, ਮੋਹ, ਠੀਕ ਹੈ, ਤੰਬਾਕੂ, ਦਾਰੂ, ਇਹ ਜਿਹੜੀਆਂ ਚੀਜ਼ਾਂ ਤੋਂ ਵਰਜਿਤ ਸਾਨੂੰ ਕੀਤਾ ਗਿਆ ਹੈ, ਉਹ ਸੰਪੂਰਨ ਗੁਰਸਿੱਖ ਜੀ। ਸਿੱਖ ਨੇ, ਤੁਸੀਂ ਵੀ ਸਿੱਖ ਹੋ ਜੀ, ਮੈਂ ਵੀ ਸਿੱਖ ਹਾਂ, ਤੇ ਹਰ ਸਿੱਖ ਦਾ ਫਰਜ਼ ਹੁੰਦਾ ਆ ਕਿ ਸਿੱਖਣਾ, ਤਾਂ ਉਮਰ ਸਿੱਖਣਾ। ਅਸੀਂ ਅਗਰ ਤਾਂ ਉਮਰ ਸਿੱਖਦੇ ਆ ਆਪਣੇ, ਜਿਹੜਾ ਇਨਸਾਨ ਉਹ ਸਿੱਖ ਨਹੀਂ ਹੈ, ਤੁਸੀਂ ਕਹਿ ਰਹੇ ਸੀ ਕੌਣ ਸਿੱਖ ਨਹੀਂ ਹੈ, ਉਹ ਇਨਸਾਨ ਸਿੱਖ ਨਹੀਂ ਹੈ ਜਿਹੜੇ ਇਨਸਾਨ ਨੂੰ ਲੱਗਦਾ ਕਿ ਅਸੀਂ ਸਭ ਕੁਝ ਸੰਪੂਰਨ ਆ। ਸੀ ਜਿਹੜਾ ਆਪਣੇ ਆਪ ਨੂੰ ਸੰਪੂਰਨ ਸਮਝਣ ਦੀ ਗਲਤੀ ਕਰਦਾ ਆ, ਉਹ ਸਿੱਖ ਨਹੀਂ ਹੈ। ਅਸੀਂ ਨਿਮਾਣੇ ਗੁਰੂ ਦੇ ਸਿੱਖ ਹਾਂ ਤੇ ਅਸੀਂ ਤਾਂ ਉਮਰ ਸਿੱਖ ਹੀ ਰਹਿਣਾ ਹੈ। ਉਸ ਗੁਰੂ ਦੀ ਮਿਹਰ ਬਹੁਤ ਛੇਤੀ ਜਦੋਂ ਹੋਈ ਤਾਂ ਅਸੀਂ ਸੰਪੂਰਨ ਗੁਰਸਿੱਖ ਬਣਾਂਗੇ। ਬਿਲਕੁਲ। ਤੇ ਇੱਕ ਗੱਲ ਮੈਂ ਹੋਰ ਦੇਖੋ ਜਾਣਨ ਦੀ ਕੋਸ਼ਿਸ਼ ਕਰਾਂਗਾ ਤੁਹਾਡੇ ਤੋਂ, ਕਿ ਤੁਸੀਂ ਮਹੀਨਾ ਡੇਢ ਮਹੀਨਾ ਜਿਹੜਾ ਹੈਗਾ ਉਹ ਘਰ ਤੋਂ ਬਾਹਰ ਰਹੇ, ਤੇ ਉਹ ਸਮਾਂ ਜਿਹੜਾ ਸੀਗਾ ਤੁਹਾਡਾ ਗੁਜ਼ਰਿਆ, ਉਸ ਸਮੇਂ ਦੀਆਂ ਕੁਝ ਯਾਦਾਂ ਵੀ ਸਾਡੇ ਨਾਲ ਸਾਂਝੀਆਂ ਕਰੋ। ਜਿਹੜਾ ਤੁਸੀਂ ਗੁਮਨਾਮੀ ਦੀ ਜ਼ਿੰਦਗੀ, ਜਿਹੜੀ ਚੱਲਦੇ ਬੰਦੇ ਚੰਗੀ ਭਲੀ ਜ਼ਿੰਦਗੀ ਨੂੰ ਗੁਮਨਾਮੀ 'ਚ ਚਲੇ ਗਏ, ਤੇ ਉਹ ਸਾਡੇ ਨਾਲ ਦੋ ਯਾਦਾਂ ਵੀ ਸਾਂਝੀਆਂ ਕਰੋ ਕਿ ਉਹ ਅਨੁਭਵ ਤੁਹਾਡਾ ਜਿਹੜਾ ਸੀਗਾ ਉਹ ਕਿਹੋ ਜਿਹਾ ਰਿਹਾ। ਦੇਖੋ, ਹਰ ਚੀਜ਼ ਜਿਹੜੀ ਹੈਗੀ ਹੈ, ਉਹ ਚੀਜ਼ਾਂ ਨੂੰ ਉਹਨੂੰ ਐਕਸਪਲੇਨ ਕਰਨਾ ਨਾ ਬਾਬਾ ਜੀ ਬਹੁਤ ਮੁਸ਼ਕਿਲ ਹੈ। ਫਿਰ ਵੀ ਥੋੜਾ ਜਿਹਾ ਦੇਖੋ,
ਜੋ ਮੇਰਾ ਹੁਣ ਰੂਪ ਤੁਸੀਂ ਦੇਖ ਰਹੇ ਹੋ ਕਿ ਦਮਾਲਾ ਅਗਰ ਸਜਾ ਲਿਆ ਜਾਂ ਦਸਤਾਰ ਬੰਨੀ ਹੈ, ਤੇ ਮੇਰਾ ਇਹ ਹੁੰਦਾ ਸੀਗਾ ਕਿ ਕਿਤੇ ਅਗਰ ਕਿਸੇ ਜਾਣਾ ਹੈ, ਮਾਰਕੀਟ ਦੇ ਵਿੱਚ ਜਾਣਾ ਹੈ, ਤਾਂ ਮੈਂ ਕੈਪ ਪਾ ਕੇ, ਗਲਾਸਿਸ ਲਾ ਕੇ ਜਾਂ ਮੂੰਹ ਦੇ ਉੱਤੇ ਕਵਰ ਕਰਕੇ ਤਾਂ ਮੈਂ ਨਿਕਲਦਾ ਸੀ ਮੋਸਟ ਪ੍ਰੋਬਬਲੀ। ਗੱਡੀ ਜਿਹੜੀ ਮੇਰੀ ਸੀ, ਆਪਣੀ ਗੱਡੀ ਕਿਤੇ ਲਗਾਈ ਹੋਈ ਸੀ ਸੇਫ ਥਾਂ ਦੇ ਉੱਤੇ, ਤੇ ਕਦੇ ਕਿਸੇ ਤੋਂ ਕਿਸੇ ਨੂੰ ਕਹਿ ਦੇਣਾ ਆ, ਜਾਂ ਨੋਨ 2-4 ਜਣੇ ਬਹੁਤ ਨੋਨ ਨੇ ਜਿਨ੍ਹਾਂ ਨੇ ਬਹੁਤ ਮੇਰੀ ਹੈਲਪ ਕੀਤੀ, ਕਿ ਜਿੱਥੇ ਮੈਂ ਹੁੰਦਾ ਸੀ ਜੋ ਚੀਜ਼ ਦੀ ਮੈਨੂੰ ਜ਼ਰੂਰਤ ਹੁੰਦੀ ਸੀ ਉੱਥੇ ਉਹ ਮੁਹੱਈਆ ਕਰਵਾਉਂਦੇ ਸੀ। ਬਹੁਤ ਸੰਗਤਾਂ ਅਜਿਹੀਆਂ ਨੇ ਤੇ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਹਰ ਤਰੀਕੇ ਨਾਲ ਉਹਨਾਂ ਨੇ ਮੇਰਾ, ਮੈਂ ਜਿੱਥੇ ਵੀ ਸੀਗਾ। ਮਤਲਬ ਸਾਹਮਣੇ ਸੰਗਤ ਤੇ ਮਤਲਬ ਕਮੈਂਟਸ ਦੇ ਵਿੱਚ ਹੀ ਥੱਲੇ ਆ ਜਾਂਦਾ ਸੀ ਕਿ ਸੈਣੀ ਵੀਰ ਅਸੀਂ ਤਨ ਮਨ ਧਨ ਦੇ ਨਾਲ ਤੇਰੇ ਨਾਲ, ਤੂੰ ਹੈ ਕਿੱਥੇ, ਸਾਡੇ ਕੋਲ ਆ ਜਾਓ, ਸਾਡੇ ਕੋਲ ਪਹੁੰਚ ਕਰੋ, ਅਸੀਂ ਤੁਹਾਡੇ ਕੋਲ ਪਹੁੰਚਦੇ ਹਾਂ। ਪਰ ਤੁਹਾਨੂੰ ਪਤਾ ਉਹ ਸਿਚੁਏਸ਼ਨ ਇਹੋ ਜਿਹੀ ਹੁੰਦੀ, ਤੁਸੀਂ ਕਿਸੇ ਤੇ ਉਸ ਵੇਲੇ ਟਰਸਟ ਨਹੀਂ ਕਰ ਸਕਦੇ। ਹੋ ਸਕਦਾ ਕੋਈ ਇਹਨਾਂ ਦਾ ਬੰਦਾ ਹੋਵੇ, ਤੇ ਬਹੁਤ ਔਖਾ ਸੀਗਾ, ਕਿਉਂਕਿ ਮੈਂ ਤੁਹਾਨੂੰ ਸੱਚੀ ਦੱਸਾਂ ਕਿ ਇਸ ਤਰੀਕੇ ਦੇ ਨਾਲ ਮੈਂ ਇੱਕ ਮੇਰੀ ਪਹਿਲਾਂ ਬੜੀ ਖੁਆਇਸ਼ ਹੁੰਦੀ ਸੀ, ਕਿਉਂਕਿ ਛੋਟੇ ਹੁੰਦੇ ਪਿੰਡ ਸਾਡੀ ਜਿਹੜੇ ਮਤਲਬ ਟਾਂਡੇ ਹੁਸ਼ਿਆਰਪੁਰ ਜ਼ਮੀਨ ਜਿੰਨੀ ਕੀ ਹੈਗੀ ਹੈ 2-4 ਕਿੱਲੇ, ਤੇ ਉੱਥੇ ਪਿੰਡ 'ਚ ਖੇਤਾਂ 'ਚ ਜਾ ਕੇ ਤੇ ਮੋਟਰ ਤੇ ਛੋਟੇ ਹੁੰਦੇ ਨਹਾਈਦਾ ਸੀਗਾ। ਤੇ ਉਸ ਤੋਂ ਬਾਅਦ ਆਈ ਥਿੰਕ 7 ਸਾਲ ਦੀ ਉਮਰ ਤੱਕ ਮੈਂ ਮੋਟਰ ਤੇ ਕਿਤੇ ਨਹਾਇਆ ਹੋਊਗਾ। ਉਹ ਜਦੋਂ ਛੁੱਟੀਆਂ ਹੁੰਦੀਆਂ ਸੀ, ਉਦੋਂ 3 ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਸੀ ਆਫਟਰ ਦਾ ਐਗਜ਼ਾਮ। ਉਸ ਤੋਂ ਬਾਅਦ ਇਹ ਸਮੇਂ ਨੇ ਉਹ ਬਚਪਨ ਵੀ ਯਾਦ ਕਰਾਤਾ, ਮੋਟਰਾਂ ਤੇ ਨਵਾਤਾ ਤੇ ਖੁਸ਼ ਹੋ ਕੇ ਨਹਾਇਆ ਮੋਟਰਾਂ ਤੇ ਰਿਹਾ ਆ। ਬਟ ਹਾਂ ਬਹੁਤ ਸਾਰੇ, ਕਿਉਂਕਿ ਲੋਕਾਂ ਨੂੰ ਜਦੋਂ ਪਤਾ ਲੱਗ ਜਾਏ ਨਾ ਵੀ ਇਹ ਉਹ ਇਨਸਾਨ ਹੈ, ਤਾਂ ਉਹ ਫਿਰ ਕੋਈ ਕਸਰ ਨਹੀਂ ਛੱਡਦੇ। ਉਹ ਸਾਥ ਦੇਣ ਵਾਲੇ ਜਿੱਥੇ ਹੈਗੇ ਨੇ, ਅਗਰ 100 ਬੰਦਾ ਸਾਥ ਦੇਣ ਵਾਲਾ ਨਾ, ਤਾਂ 10 ਬੰਦੇ ਅਜਿਹੇ ਵੀ ਹੈਗੇ ਨੇ ਜਿਹੜੇ ਤੁਹਾਡੀਆਂ ਲੱਤਾਂ ਖਿੱਚਦੇ ਨੇ, ਤੁਹਾਡਾ ਫਾਇਦਾ ਚੱਕਦੇ ਨੇ। ਸੋ ਬਸ ਏਦਾਂ ਦਾ ਸੀਗਾ, ਗਰਮੀ ਤੋਂ ਲੈ ਕੇ ਮੱਛਰਾਂ ਤੋਂ ਲੈ ਕੇ ਹਰ ਚੀਜ਼ ਦਾ ਅਹਿਸਾਸ ਹੋ ਗਿਆ। ਬਿਲਕੁਲ ਇੱਕ ਹੋਰ ਗੱਲ ਵੀ ਧਿਆਨ ਚ ਆਈ ਸੀ ਕਿ ਜਦੋਂ ਤੁਸੀਂ ਰੂਹ ਪੋਸ਼ ਹੋਏ, ਜਦੋਂ ਤੁਸੀਂ ਗੁਮਨਾਮੀ ਦੇ ਚਲੇ ਗਏ, ਤਾਂ ਕੁਝ ਲੋਕਾਂ ਨੇ ਤੁਹਾਡੇ ਤੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਤੁਹਾਨੂੰ ਅਸੀਂ ਅਰੈਸਟ ਕਰਾ ਦਾਂਗੇ, ਜਾਂ ਤੁਹਾਡੇ ਤੋਂ ਕੋਈ ਪੈਸਿਆਂ ਦੀ ਡਿਮਾਂਡ ਕੀਤੀ ਹੋਵੇ। ਕੋਈ ਅਜਿਹਾ ਵੀ ਮਾਮਲਾ ਸਾਹਮਣੇ ਆਇਆ ਸੀਗਾ? ਕੁਝ ਆਇਆ ਸੀਗਾ, ਪਰ ਪਤਾ ਨਹੀਂ ਆਇਆ ਸੀ ਕਿ ਨਹੀਂ ਆਇਆ ਸੀ, ਕਿਉਂਕਿ ਤੁਹਾਡੇ ਨਾਲ ਹੀ ਹੋਇਆ ਕੁਝ ਇਦਾਂ ਦੀ ਕੋਈ ਗੱਲ ਵੀ ਸੀ? ਤੁਹਾਡੇ ਤੱਕ ਇਨਫੋਰਮੇਸ਼ਨਸ ਕਾਫੀ ਹੱਦ ਤੱਕ ਪਹੁੰਚ ਜਾਂਦੀਆਂ ਨੇ। ਇਹ ਤੁਹਾਨੂੰ ਕਿਹਨੇ ਗੱਲ ਦੱਸੀ ਕਿ ਇਹ ਤਾਂ ਮੋਸਟ ਪ੍ਰੋਬਬਲੀ ਕੁਝ ਹੋਇਆ ਸੀ ਅਜਿਹਾ। ਤੇ ਜੀ ਮਤਲਬ ਮੈਂ ਸੀਗਾ ਕਿਤੇ, ਤੇ ਅਚਾਨਕ ਪਤਾ ਲੱਗ ਗਿਆ ਕਿਸੇ ਨੂੰ ਕਿ ਇਹ ਉਹੀ ਬੰਦਾ ਹੈ। ਤੇ ਉਸ ਤੋਂ ਬਾਅਦ ਮੈਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਟਿਕਾਣੇ ਰੋਜ਼ ਬਦਲਦੇ ਰਹੋ, ਆਪਣੇ ਹੀ ਜਿੱਦਾਂ ਹੁੰਦੇ ਨੇ ਟਿਕਾਣੇ ਰੋਜ਼ ਬਦਲਦੇ ਰਹੋ, ਠੀਕ ਹੈ, ਗੱਡੀ ਬਦਲ ਲਓ, ਬਿਲਕੁਲ ਤੇ ਨੰਬਰ ਬਦਲ ਲਓ, ਤੁਹਾਨੂੰ ਨੰਬਰ ਵੀ ਅਵੇਲੇਬਲ ਕਰਵਾ ਦਿੰਦੇ ਆ। ਉਸ ਤੋਂ ਬਾਅਦ ਇੱਕ ਸਮਾਂ ਐਸਾ ਆਇਆ ਵੀ ਮੈਨੂੰ ਮਤਲਬ ਅਨਨੋਨ ਜਿੱਦਾਂ ਬੰਦੇ ਨੇ, ਕੁਝ ਅਨਨੋਨ ਆ ਗਏ ਸਾਹਮਣੇ, ਤੇ ਕਹਿੰਦੇ ਵੀ ਸਾਨੂੰ ਪਤਾ ਆ। ਹੁਣ ਮੈਨੂੰ ਨਹੀਂ ਪਤਾ ਵੀ ਉਹ ਕੌਣ ਨੇ, ਕਿਉਂਕਿ ਅਗਰ ਮੈਂ ਬਾਏ ਨੇਮ ਗੱਲ ਕਰਾਂਗਾ ਤਾਂ ਬਹੁਤ ਬਿਨਾਂ ਮਤਲਬ ਤੋਂ ਇੱਕ ਹੋਰ ਕੰਟਰੋਵਰਸੀ ਸ਼ੁਰੂ ਹੋ ਜੂਗੀ। ਨਹੀਂ ਆਪਾਂ ਵਿਵਾਦ ਨਹੀਂ ਕਰਨਾ, ਪਰ ਗੱਲ ਜਿਹੜੀ ਹਾਂਜੀ ਗੱਲ ਨਿਗਤ ਧਿਆਨ ਚ ਆਈ ਸੀ ਇਦਾਂ ਦਾ ਵੀ ਕੁਝ ਹੋਇਆ ਹਨਾ। ਹਾਂਜੀ, ਮੈਨੂੰ ਉਸ ਵੇਲੇ ਕਿਸੇ ਨੇ ਖੜੇ ਪੈਰ ਦੇ ਉੱਤੇ ਸਿੰਪਲੀ ਸਾਹਮਣੇ ਖੜੇ ਹੋ ਕੇ ਕੁਝ ਜੀਆਂ ਨੇ ਇਹ ਗੱਲ ਕਹੀ ਸੀ ਵੀ ਸਾਨੂੰ ਇੰਨੇ ਪੈਸੇ ਦੇ, ਨਹੀਂ ਤਾਂ ਤੈਨੂੰ ਹੁਣੀ ਫੋਨ ਕਰਕੇ ਚੁਕਵਾਉਣ ਲੱਗੇ। ਬਿਲਕੁਲ ਇਹ ਗੱਲ ਧਿਆਨ ਚ ਆਈ ਸੀ ਸਾਡੇ ਵੀ ਸੈਣੀ ਸਾਹਿਬ ਨਾਲ ਇਦਾਂ, ਪਰ ਸਾਨੂੰ ਲੋਕੇਸ਼ਨ ਦਾ ਨਹੀਂ ਸੀ ਪਤਾ ਵੀ ਕਿਸ ਲੋਕੇਸ਼ਨ ਤੇ ਹੋ ਤੁਸੀਂ, ਨਹੀਂ ਤਾਂ ਬੰਦਾ ਰਾਬਤਾ ਕਰ ਲੈਂਦਾ। ਨਹੀਂ, ਉੱਥੇ ਉਹ ਲੋਕੇਸ਼ਨ ਉਦੋਂ ਤੱਕ ਮੇਰੇ ਕੰਟੈਕਟ ਨੰਬਰਸ ਕਿਸੇ ਕੋਲ ਨਹੀਂ ਸੀਗੇ। ਉਦੋਂ ਤੱਕ ਮਤਲਬ ਮੇਰੇ ਨੰਬਰ ਉਦੋਂ ਫੋਨ ਬੰਦ ਸੀਗੇ, ਕਿਸੇ ਕੋਲ ਮੇਰਾ ਕੰਟੈਕਟ ਨੰਬਰ ਨਹੀਂ ਸੀ। ਉਸ ਤੋਂ ਬਾਅਦ ਇੱਕ ਰੱਬੀ ਰੂਹ ਨੇ ਹੱਥ ਫੜਿਆ ਮੇਰਾ, ਨੋ ਡਾਊਟ, ਮੈਂ ਤੁਹਾਨੂੰ ਸਿੱਧਾ ਕਹਿ ਦਿੰਦਾ ਹਾਂ। ਉਸ ਤੋਂ ਬਾਅਦ ਇੱਕ ਰੱਬੀ ਰੂਹ ਨੇ ਮੇਰਾ ਹੱਥ ਫੜਿਆ, ਉੱਥੇ ਜੋ ਲੈਣਾ ਦੇਣਾ ਸੀ ਦੇ ਕੇ ਮੈਂ ਉਹ ਚੀਜ਼ ਨਿਬੇੜੀ। ਉੱਥੋਂ ਮਤਲਬ ਮੈਂ ਗੱਡੀ ਲੈ ਕੇ ਨਿਕਲ ਕੇ ਮੈਂ ਫਿਰ ਮਤਲਬ ਪੰਜਾਬ ਤੋਂ, ਜਾਂ ਕਹਿ ਸਕਦੇ ਹੋ ਵੀ ਮੈਂ ਅਰਾਊਂਡ 250 ਕਿਲੋਮੀਟਰ 300 ਕਿਲੋਮੀਟਰ ਦੂਰ ਚਲਾ ਗਿਆ ਸੀ। ਤੇ ਉਸ ਤੋਂ ਬਾਅਦ ਮੈਂ ਉਸੇ ਇਲਾਕੇ ਦੇ ਵਿੱਚ ਉਧਰਲੇ ਪਾਸੇ ਹੀ ਰਿਹਾ ਹਾਂ। ਤੇ ਉਸ ਗੁਰੂ ਰਾਮਦਾਸ ਤੇ ਭਰੋਸਾ ਸੀਗਾ, ਸੰਗਤ ਦਾ ਸਾਥ ਸੀਗਾ, ਸੰਗਤ ਦਾ ਪਿਆਰ ਸੀਗਾ, ਸੰਗਤ ਦੀਆਂ ਅਰਦਾਸਾਂ ਸੀਗੀਆਂ। ਇਸ ਕਰਕੇ ਮੈਂ ਬਾਰ-ਬਾਰ ਇਹੀ ਕਹਿਣਾ ਵੀ ਇਹ ਜਿਹੜੀ ਜਿੱਤ ਹੈ ਇਹ ਮੇਰੀ ਨਹੀਂ ਹੈ, ਇਹ ਸੰਗਤ ਦੀ ਜਿੱਤ ਹੈ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਿਰਮੌਰ ਜਥੇਬੰਦੀ ਹੈ। ਅਸੀਂ ਸਾਰੇ ਦਿਲੋਂ ਉਸ ਦੀ ਇੱਜ਼ਤ ਕਰਦੇ ਹਾਂ। ਸ਼੍ਰੀ ਅਕਾਲ ਤਖਤ ਸਾਹਿਬ ਦਾ ਸਾਨੂੰ ਸਾਰਿਆਂ ਨੂੰ ਸਿਰ ਮੱਥੇ ਪ੍ਰਵਾਨ ਹੈ। ਸਾਨੂੰ ਉਹਨਾਂ ਤੋਂ ਕੋਈ ਮਤਲਬ, ਇਹਨਾਂ ਜਥੇਬੰਦੀਆਂ ਤੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਸਾਡੀਆਂ ਸਮੂਹ ਸੰਸਥਾਵਾਂ ਤੋਂ ਪ੍ਰੋਬਲਮ ਨਹੀਂ। ਉਹਨਾਂ ਦੇ ਵਿੱਚ ਕੁਝ ਲੋਕ ਜਿਹੜੇ ਕੰਮ ਗਲਤ ਕਰ ਰਹੇ ਨੇ, ਜਿਹੜੀਆਂ ਗਿਰਾਵਟਾਂ ਆਈਆਂ ਨੇ, ਉਹਨਾਂ ਗਿਰਾਵਟਾਂ ਨੂੰ ਸੁਧਾਰਨ ਵਾਸਤੇ ਅਸੀਂ ਜੂਝ ਰਹੇ ਹਾਂ। ਮੈਂ ਬਾਰ-ਬਾਰ ਸੰਗਤ ਨੂੰ ਇਹੀ ਕਹਿਣਾ ਵੀ ਅਗਰ SGPC ਇਹ ਪ੍ਰਚਾਰ ਦੀ ਵੀ ਹੈ ਕਿ ਸੈਣੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੀਵਾਂ ਦਿਖਾਇਆ, ਉਹਦੇ ਤੇ ਹਮਲਾ ਕਰਤਾ, ਜਾਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੇ ਹਮਲਾ ਕਰਤਾ, ਤਾਂ ਮੈਂ
ਹੱਥ ਬੰਨ ਕੇ ਮਾਫੀ ਮੰਗਦਾ ਤੁਹਾਡੇ ਚੈਨਲ ਦੇ ਜ਼ਰੀਏ ਉਹਨਾਂ ਸੰਗਤਾਂ ਨੂੰ ਜਿਹਨਾਂ ਨੂੰ ਇਹ ਲੱਗਦਾ ਆ। ਈਵਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ, ਧਾਮੀ ਤੋਂ ਵੀ ਮੈਂ ਮਾਫੀ ਮੰਗਦਾ ਅਗਰ ਉਹਨਾਂ ਨੂੰ ਪਰਸਨਲੀ ਅਜਿਹਾ ਲੱਗਦਾ ਹੈ। ਪਰ ਮੈਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹਾਂਗਾ, ਇੱਕ ਵਾਰ ਅੱਖਾਂ ਬੰਦ ਕਰਕੇ ਗੁਰੂ ਰਾਮਦਾਸ ਨੂੰ ਧਿਆ ਕੇ ਆਪਣੇ ਅੰਦਰ ਝਾਤੀ ਮਾਰ ਕੇ ਦੇਖਿਓ ਕਿ ਵਾਕਈ ਹੀ ਸੈਣੀ ਗਲਤ ਹੈ ਜਾਂ ਤੁਸੀਂ ਗਲਤ ਹੋ। ਤੁਹਾਡੇ ਅੰਦਰ ਊਨਤਾਈਆਂ ਆਈਆਂ ਨੇ, ਤੁਹਾਡੇ ਅੰਦਰ ਘਾਟਾਂ ਆਈਆਂ ਨੇ। ਬਸ ਇੰਨੀ ਬੇਨਤੀ ਹੈ ਮੇਰੀ ਦੇਸ਼ ਵਿਦੇਸ਼ ਦੀ ਸੰਗਤ ਨੂੰ। ਬਾਕੀ ਹਾਈ ਕੋਰਟ ਦੇ ਫੈਸਲੇ ਦਾ ਵੀ ਅਸੀਂ ਸਤਿਕਾਰ ਕਰਦੇ ਹਾਂ, ਸਿਰ ਮੱਥੇ ਪ੍ਰਵਾਨ। ਉਹਨਾਂ ਦਾ ਫੈਸਲਾ ਬਹੁਤ ਜਲਦੀ ਮੈਂ ਇਨਵੈਸਟੀਗੇਸ਼ਨ ਜੁਆਇਨ ਕਰਾਂਗਾ। ਜਿੰਨੇ ਪ੍ਰੂਫ ਹੈਗੇ ਨੇ ਉਹਨਾਂ ਦੇ ਉੱਤੇ ਹੁਣ 1 ਬਾਏ 1 ਜੋ ਚਾਹੁੰਦਾ ਸੀਗਾ ਮੈਂ ਉਹ ਹੋਇਆ ਹੈ। ਕਿਉਂਕਿ ਇਨਵੈਸਟੀਗੇਸ਼ਨ ਅਗਰ ਜੁਆਇਨ ਕਰਦੇ ਆ ਤੇ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਜੋ ਵੀ ਅੱਗੇ ਟੀਮ ਬਣਾਉਂਦੀ ਹੈ ਉਸ ਟੀਮ ਦੇ ਵਿੱਚ ਜੋ ਵੀ ਅਧਿਕਾਰੀ ਹੋਣਗੇ ਤੇ ਹਰ ਕੋਈ ਚਾਹੇ ਜਿਸ ਮਰਜ਼ੀ ਧਰਮ ਦੇ ਹੋਣ, ਪਰ ਕੋਈ ਵੀ ਧਰਮ ਦੇ ਨਾਮ ਦੇ ਉੱਤੇ ਧਰਮ ਨੂੰ ਕਿਸੇ ਨੂੰ ਵੀ ਧੋਖਾ ਨਹੀਂ ਦਿੰਦਾ। ਤੇ ਇਨਕੁਆਇਰੀ ਜਿਹੜੀ ਹੈਗੀ ਹੈ ਉਹ ਬਹੁਤ ਟਰਾਂਸਪੇਰੈਂਟ ਹੋਏਗੀ, ਕੀਤੀ ਜਾਏਗੀ ਤੇ ਸੱਚਾਈ ਤੇ ਆਧਾਰਿਤ ਕੀਤੀ ਜਾਏਗੀ। ਜਦੋਂ ਪ੍ਰਾਈਵੇਟ ਪੁਲਿਸ ਦੇ ਹੱਥ ਦੇ ਵਿੱਚ ਇਨਕੁਆਇਰੀਜ਼ ਆ ਗਈਆਂ ਨਾ ਤੇ ਬਾਬਾ ਜੀ ਆਪਣੇ ਆਪ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਣਾ ਹੈ। ਕਿਉਂਕਿ ਮੈਨੂੰ ਪਤਾ ਹੈ ਗੁਰੂ ਰਾਮਦਾਸ ਨਾਲ ਨੇ, ਸੰਗਤ ਨਾਲ ਹੈ। ਕਿਉਂਕਿ ਹੁਣ ਸੰਗਤ ਦੇ ਹੌਸਲੇ ਮੁੜ ਕੇ ਬੁਲੰਦ ਹੋ ਗਏ ਆ। ਮੈਨੂੰ ਬੇਲ ਜਦੋਂ ਮਿਲ ਗਈ ਹੈ ਤੇ ਮੈਨੂੰ ਇੰਨੀਆਂ ਹੀ ਕਾਲਸ ਆਈਆਂ ਕਿ ਹੁਣ ਸਾਡੇ ਕੋਲ ਜਿੰਨੇ ਐਵੀਡੈਂਸ ਪਏ ਨੇ ਸੈਣੀ ਸਾਹਿਬ ਅਸੀਂ ਭੇਜ ਰਹੇ ਹਾਂ। ਹੁਣ ਸਾਨੂੰ ਭਰੋਸਾ ਹੋ ਗਿਆ ਵੀ ਸੰਗਤ ਨਾਲ ਹੈ ਤੇ ਸਰਕਾਰਾਂ ਚਾਹੇ ਸਾਥ ਦੇਣ ਨਾ ਦੇਣ, ਪਰ ਸਾਨੂੰ ਜੋ ਸਾਡੀ ਜੁਡੀਸ਼ਰੀ ਹੈ ਉਸ ਦੇ ਉੱਤੇ ਭਰੋਸਾ ਹੈ। ਜੋ ਸਾਡੇ ਫੈਸਲੇ ਲਿੱਤੇ ਗਏ ਨੇ ਹੁਣ ਅਦਾਲਤਾਂ ਦੇ ਵਿੱਚ, ਸਾਨੂੰ ਉਹਨਾਂ ਤੇ ਭਰੋਸਾ ਹੈ। ਸੱਚ ਦੀ ਆਵਾਜ਼ ਦੱਬੀ ਜਦੋਂ ਤੱਕ ਦੱਬੀ ਗਈ ਉਦੋਂ ਤੱਕ ਦੱਬੀ ਰਹੀ, ਹੁਣ ਨਹੀਂ ਦੱਬੀ ਜਾਊਗੀ। ਹੁਣ ਕਾਫਲਾ ਵਧੂਗਾ। ਮੈਂ ਤਾਂ ਕਦੀ ਸੋਚਿਆ ਨਹੀਂ ਸੀ ਇੰਨੀਆਂ ਸਿੱਖ ਸੰਗਤਾਂ ਨਾਲ ਜੁੜਨਗੀਆਂ, ਇੰਨੀਆਂ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਤੇ ਇੰਨੇ ਵੱਡੇ ਪੱਧਰ ਤੇ ਉਹ ਪ੍ਰੈਸ ਕਾਨਫਰੰਸ ਕਰਨਗੀਆਂ ਮੇਰੇ ਹੱਕ 'ਚ। ਸੁਖਜੀਤ ਸਿੰਘ ਖੋਸਾ ਜੀ ਜਿਹੜੇ ਪੱਧਰ ਦੇ ਉੱਤੇ ਉਹਨਾਂ ਨੇ ਕਾਨਫਰੰਸ ਕੀਤੀ ਹੈ, ਜਿੰਨੀਆਂ ਆਈ ਥਿੰਕ 12 ਤੋਂ 13 ਸਿੱਖ ਜਥੇਬੰਦੀਆਂ ਵੱਡੀਆਂ ਉੱਥੇ ਪਹੁੰਚੀਆਂ ਸੀਗੀਆਂ। ਫਿਰ ਹੁਣ ਮਤਲਬ ਇੰਨਾ ਸਤਿਕਾਰ ਜਿਹੜਾ ਮਿਲਿਆ ਹੈ ਨਾ ਉਹ ਸਿਰ ਮੱਥੇ ਪ੍ਰਵਾਨ ਹੈ। ਤੇ ਮੇਰਾ ਸੀਸ ਝੁਕਦਾ ਹੈ ਉਹਨਾਂ ਸਿੰਘਾਂ ਦੇ ਸਾਹਮਣੇ ਜੋ ਆਪਣਾ ਫਰਜ਼ ਸਮਝ ਕੇ ਚੰਡੀਗੜ੍ਹ ਪਹੁੰਚੇ ਤੇ ਜਿਨ੍ਹਾਂ ਨੇ ਹੱਕ ਦੇ ਵਿੱਚ ਹਿੱਕ ਠੋਕ ਕੇ ਬਿਆਨ ਵੀ ਦਿੱਤੇ ਨੇ ਤੇ ਸਾਥ ਵੀ ਦਿੱਤਾ ਹੈ। ਤੇ ਬਹੁਤ ਜਲਦੀ ਬਾਬਾ ਜੀ ਇਹ ਜੋ ਨਿਘਾਰ ਆਇਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ, ਇਹ ਦੂਰ ਹੋਏਗਾ। ਹੁਣ ਦਿਲ ਕਹਿੰਦਾ ਹੈ ਕਿਉਂਕਿ ਸੰਗਤ ਨਾਲ ਹੈ, ਤੁਸੀਂ ਨਾਲ ਹੋ। ਬਿਲਕੁਲ ਬਿਲਕੁਲ, ਤੁਸੀਂ ਇੰਨੀ ਬਰੀਕੀ ਨਾਲ ਜਿਹੜੀ ਹੈ ਇਸ ਮਸਲੇ ਦਾ ਅਧਿਐਨ ਕੀਤਾ, ਤੇ ਕੀ ਲੱਗਦਾ ਤੁਹਾਨੂੰ ਕਿ ਕਿੱਥੇ ਕਮੀਆਂ ਰਹਿ ਗਈਆਂ ਕਿ ਇੰਨੀਆਂ ਉਣਤਾਈਆਂ ਜਿਹੜੀਆਂ ਨੇ ਉਹ ਐਸਜੀਪੀਸੀ 'ਚ ਨੇ, ਜਾਂ ਜਿਹੜੇ ਸਾਡੇ ਸਿਸਟਮ 'ਚ ਕਮੀਆਂ ਨੇ? ਜੀ ਦੇਖੋ, ਊਣਤਾਈਆਂ ਆਬਵੀਅਸ ਹੈ ਕਿ ਕੋਈ ਵੀ ਵੱਡੀ ਚਾਹੇ ਕੰਪਨੀ ਹੋਵੇ, ਕੋਈ ਸੰਸਥਾ ਹੋਵੇ, ਕਿਤੇ ਨਾ ਕਿਤੇ ਘਾਟਾ ਰਹਿ ਜਾਂਦੀਆਂ ਨੇ। ਅਸੀਂ ਜਿੱਦਾਂ ਕਹਿੰਦੇ ਆ ਵੀ ਕਿਸੇ ਨੂੰ ਵੀ 100% ਸੈਟੀਸਫਾਈਡ ਨਹੀਂ ਕਰ ਸਕਦੇ। ਅਸੀਂ 100% ਬਹੁਤ ਘੱਟ ਚੀਜ਼ਾਂ ਹੁੰਦੀਆਂ ਜਿਹਦੇ ਵਿੱਚ ਅਸੀਂ 100% ਆਪਣਾ ਦੇ ਕੇ ਸੰਪੂਰਨ ਕਰ ਦਈਏ ਕੁਝ ਵੀ। ਠੀਕ ਹੈ, ਐਗਜ਼ਾਮ ਵੀ ਅਸੀਂ ਦੇਣ ਜਾਂਦੇ ਹਾਂ ਤਾਂ 100 ਦੇ ਵਿੱਚੋਂ ਹਜ਼ਾਰਾਂ ਦੇ ਵਿੱਚੋਂ ਇੱਕ ਜਾਂ ਦੋ ਬੱਚੇ ਹੁੰਦੇ ਨੇ ਜਿਹੜੇ 100% ਐਗਜ਼ਾਮ ਦੇ ਕੇ ਆਉਂਦੇ ਨੇ। ਹਰ ਬੰਦੇ ਦੇ ਬਸ ਦੀ ਉਹ ਗੱਲ ਨਹੀਂ ਹੈਗੀ। ਉਦਾਂ ਹੀ ਸੰਸਥਾਵਾਂ ਨੇ, ਪਰ ਹਾਂ ਸੰਸਥਾਵਾਂ ਦੇ ਵਿੱਚ 1-2% 5% ਨਿਘਾਰ ਆ ਜਾਵੇ ਕੋਈ ਗੱਲ ਨਹੀਂ, ਉੱਥੇ ਅਸੀਂ ਮੰਨ ਸਕਦੇ ਹਾਂ। ਇਹ 1-2% ਨਿਘਾਰ ਆਇਆ ਹੈ, 1-2 ਬੰਦੇ ਮਤਲਬ ਕਰਪਟ ਨੇ 100 ਪਿੱਛੇ, ਤੇ ਉਹਨਾਂ ਨੂੰ ਅਸੀਂ ਸੁਧਾਰ ਵੀ ਸਕਦੇ ਹਾਂ। ਅਸੀਂ ਉਹਨਾਂ ਨੂੰ ਸੰਸਥਾ ਤੋਂ ਬਾਹਰ ਦਾ ਰਾਹ ਦਿਖਾ ਦਈਏ। ਸਭ ਤੋਂ ਪਹਿਲੀ ਚੀਜ਼ ਹੈ ਵੀ ਅਗਰ ਤੁਸੀਂ ਚੋਰੀ ਕੀਤੀ ਹੈ ਜਾਂ ਤੁਸੀਂ ਕਿਸੇ ਵੀ ਧੀ ਭੈਣ ਦੇ ਨਾਲ ਛੇੜਖਾਨੀ ਕੀਤੀ ਹੈ ਤਾਂ ਤੁਹਾਡਾ ਫਰਜ਼ ਬਣਦਾ ਵੀ ਸਜ਼ਾ ਨਾ ਲਾਈ ਜਾਵੇ, ਸਿੱਧਾ ਉਹਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇ। ਕਿਉਂਕਿ ਇਹ ਕੋਈ ਕੰਪਨੀ ਨਹੀਂ ਹੈਗੀ, ਇਹ ਇੱਕ ਧਾਰਮਿਕ ਸੰਸਥਾ ਆ, ਸਰਮੋਰ ਸਿੱਖਾਂ ਦੀ ਜਥੇਬੰਦੀ ਹੈ। ਉਹਦੇ ਵਿੱਚ ਕੋਈ ਵੀ ਕਰਪਸ਼ਨ ਦਾ ਚਾਂਸ ਹੋਣਾ ਹੀ ਨਹੀਂ ਚਾਹੀਦਾ। ਪਰ ਜਦੋਂ ਅਸੀਂ ਲਿਹਾਜੀ ਬਣ ਜਾਂਦੇ ਹਾਂ ਕਿ ਨਹੀਂ ਜੀ ਇਹ ਉਸ ਸਾਹਿਬ ਦਾ ਭਾਂਜਾ ਆ, ਨਹੀਂ ਜੀ ਇਹ ਉਹਨਾਂ ਸਕੱਤਰ ਸਾਹਿਬ ਦਾ ਭਤੀਜਾ ਆ, ਉਹਨਾਂ ਦਾ ਪੁੱਤ ਆ, ਉਹਨਾਂ ਦਾ ਦੋਤਾ ਆ, ਉਹਨਾਂ ਦਾ ਪੋਤਰਾ ਆ, ਇਹ ਮੈਨੇਜਰ ਦੀ ਉਹ ਮੰਤਰੀ ਨਾਲ ਬਹੁਤ ਬਣਦੀ ਹੈ, ਇਹ ਸਕੱਤਰ ਦੀ ਉਹ ਮੰਤਰੀ ਨਾਲ ਬਹੁਤ ਬਣਦੀ ਹੈ, ਇਹ ਸਟੋਰ ਕੀਪਰ ਦੀ ਉਹ ਸਕੱਤਰ ਨਾਲ ਬਹੁਤ ਬਣਦੀ ਹੈ। ਠੀਕ ਹੈ ਜੀ, ਕੋਈ ਗੱਲ ਨਹੀਂ, ਇਹਨਾਂ ਨੇ ਕਰਪਸ਼ਨ ਕਰਤੀ, ਕੋਈ ਗੱਲ ਨਹੀਂ ਜੀ, ਥੋੜਾ ਜਿਹਾ ਫਾਈਨ ਲਾਓ ਤੇ ਬਹਾਲ ਕਰ ਦਿਓ। ਜਦੋਂ ਅਸੀਂ ਅਜਿਹੀਆਂ ਬਹਾਲੀਆਂ ਤੇ ਆ ਜਾਂਦੇ ਹਾਂ ਨਾ, ਸਾਡਾ ਬੇੜਾ ਉੱਥੇ ਬੈਠਣਾ ਸ਼ੁਰੂ ਹੁੰਦਾ ਹੈ। ਕਿਉਂਕਿ ਤੁਸੀਂ ਅਗਰ 1 ਕਰੋੜ ਦੀ ਕਰਪਸ਼ਨ ਕੀਤੀ ਹੈ ਤੇ ਤੁਹਾਨੂੰ ਮੈਂ 2 ਲੱਖ ਰੁਪਏ ਦਾ ਜੁਰਮਾਨਾ ਲਾ ਕੇ ਬਹਾਲ ਕਰਦਾ ਤਾਂ ਤੁਹਾਡੇ ਜ਼ਿਹਨ ਦੇ ਵਿੱਚ ਕੀ ਆਊਗਾ? ਮੈਨੂੰ ਆਪ ਦੱਸੋ। ਤੁਹਾਡੇ ਤੇ ਕੋਈ ਪਰਚਾ ਨਹੀਂ ਹੋਇਆ, ਤੁਹਾਡੇ ਤੇ ਕੋਈ FIR ਨਹੀਂ ਹੋਈ, 10 ਬੰਦਿਆਂ ਨੇ ਚਾਹੇ ਤੁਹਾਨੂੰ ਇੱਕ ਕਮਰੇ 'ਚ ਬੁਲਾ ਕੇ 20 ਗਾਲਾਂ ਕੱਢਤੀਆਂ ਹੋਣ, ਜਲੀਲ ਕਰਤਾ ਹੋਵੇ ਤੇ ਉਸ ਤੋਂ ਬਾਅਦ ਜਲੀਲ ਕਰਕੇ ਕਹਿਆ ਕਿ ਹਾਂ ਚੱਲ 2 ਲੱਖ ਰੁਪਏ ਤੈਨੂੰ ਜੁਰਮਾਨਾ ਲਾਇਆ, ਅੱਗੇ ਤੋਂ ਇਹ ਗਲਤੀ ਨਹੀਂ ਹੋਣੀ ਚਾਹੀਦੀ। ਤੁਸੀਂ ਆਪ ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ, ਦੂਜੀ ਵਾਰ ਤੁਸੀਂ ਗਲਤੀ ਦੁਹਰਾਓਗੇ ਕਿ ਨਹੀਂ ਦੁਹਰਾਓਗੇ? ਠੀਕ ਹੈ, ਅਜਿਹਾ ਬੰਦਾ ਜ਼ਰੂਰ ਦੁਹਰਾਊਗਾ ਕਿਉਂਕਿ ਉਹਨੂੰ 98 ਲੱਖ ਦਾ ਫਾਇਦਾ ਹੋਇਆ ਹੈ।
1 ਕਰੋੜ ਦਾ ਘਪਲਾ ਕੀਤਾ ਸੀ, ਉਹਨੂੰ ਕੀ ਕਰਨਾ ਵੇ? ਕਮਰੇ 'ਚ ਖੜ ਕੇ 10 ਗਾਲਾਂ ਹੀ ਸੁਣਨੀਆਂ ਪਈਆਂ 10 ਬੰਦਿਆਂ ਤੋਂ। 15 ਬੰਦਿਆਂ ਸਾਹਮਣੇ ਜਲੀਲ ਹੋ ਗਿਆ, ਫਾਇਦਾ ਕਿੰਨੇ ਦਾ ਹੋਇਆ? 98 ਲੱਖ ਦਾ। ਅਗਲੀ ਵਾਰ ਉਹ ਕਹੂਗਾ ਕਿ ਚੱਲ 2 ਲੱਖ ਜੇ ਮੈਨੂੰ ਦੇ ਕੇ 98 ਲੱਖ ਦਾ ਫਾਇਦਾ ਹੋ ਗਿਆ, 10 ਗਾਲਾਂ ਹੀ ਸੁਣੀਆਂ 10 ਬੰਦਿਆਂ ਦੇ ਸਾਹਮਣੇ, ਹਾਰਡਲੀ ਮੈਟਰ। ਅਗਲੀ ਵਾਰ ਹਿੰਮਤ ਨਹੀਂ ਪਊਗੀ, ਇਸ ਵਾਰ 5 ਦਾ ਕਰਦੇ ਆ ਜੀ, 10 ਲੱਖ ਭਰ ਦਾਂਗੇ, ਗਾਲਾਂ ਵੱਧ ਸੁਣ ਲਾਂਗੇ। ਬਿਲਕੁਲ ਬਿਲਕੁਲ ਬਿਲਕੁਲ। ਸੋ ਇਹ ਜਿਹੜੀ ਚੇਨ ਸੀਗੀ ਨਾ, ਇਹ ਚੈਨ ਜਦੋਂ ਪਹਿਲੀ ਕਰਪਸ਼ਨ ਹੁੰਦੀ ਹੈ ਜਾਂ ਪਹਿਲੀ ਗੁਰਮਰਿਆਦਾ ਨੂੰ ਅਧੀਨ ਆਉਂਦੇ ਗੁਰੂ ਘਰਾਂ ਦੇ ਵਿੱਚ ਜਦੋਂ ਪਹਿਲਾ ਕੋਈ ਕਾਂਡ ਅਜਿਹਾ ਹੁੰਦਾ ਆ ਕਿ ਜਿਸ 'ਚ ਮਰਿਆਦਾ ਭੰਗ ਕੀਤੀ ਗਈ ਹੋਵੇ, ਉਸੇ ਵੇਲੇ ਅਗਰ ਸਾਡੇ ਪ੍ਰਧਾਨ, ਸਾਡੇ ਜਥੇਦਾਰ ਜਾਂ ਮੈਨੇਜਰ ਜਾਂ ਸਕੱਤਰ ਜਾਂ ਮੈਂਬਰ SGPC ਆਪਣਾ ਸਟੈਂਡ ਕਲੀਅਰ ਕਰਦੇ, ਚਾਹੇ ਕਿਸੇ ਦਾ ਪੁੱਤ ਹੁੰਦਾ, ਚਾਹੇ ਕਿਸੇ ਦਾ ਭਰਾ ਹੁੰਦਾ, ਚਾਚਾ ਹੁੰਦਾ, ਤਾਇਆ ਹੁੰਦਾ, ਪਿਓ ਹੁੰਦਾ, ਜੇ ਉਸ ਦੇ ਵੇਲੇ ਉਹਨੂੰ ਕੱਢ ਕੇ ਬਾਹਰ ਮਾਰਦੇ ਤੇ FIR ਉੱਤੇ ਕਰਵਾਉਂਦੇ, ਕਿਸੇ ਦੀ ਹਿੰਮਤ ਹੀ ਨਾ ਪੈਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ 1 ਪੈਸੇ ਦੀ ਉਹ ਕਰਪਸ਼ਨ ਕਰ ਜਾਂਦਾ। ਪਰ ਜਦੋਂ ਮਤਲਬ ਜਿਹਨੇ ਇਨਸਾਫ ਦੇਣਾ ਉਹ ਹੀ ਅਗਰ ਕਰਪਸ਼ਨ ਦੇ ਵਿੱਚ ਆਪ ਗਲਤਾਨ ਹੋਵੇ ਤਾਂ ਉਹ ਦੂਜਿਆਂ ਨੂੰ ਕਿੱਥੋਂ ਸਿੱਧੇ ਰਾਹ ਪਾ ਲੂਗਾ? ਸਬੂਤ ਸਾਹਮਣੇ ਨੇ, 328 ਸਰੂਪਾਂ ਦਾ ਨਾ ਪਤਾ ਲੱਗਦਾ ਤੁਹਾਡੇ ਸਾਹਮਣੇ ਹੈ, 1100 ਪੰਨਿਆਂ ਦੀ ਰਿਪੋਰਟ ਕੁਛ ਨਹੀਂ ਹੈਗੀ, ਝੂਠ ਦਾ ਮਾਮਲਾ ਸਾਹਮਣੇ ਹੈ, ਉਸ ਦਾ ਕੁਛ ਨਹੀਂ ਬਣਿਆ, 51 ਬੰਦੇ ਮੁਅੱਤਲ ਕੀਤੇ, 51 ਬੰਦੇ 1.25 ਕਰੋੜ ਦਾ ਮਾਮਲਾ, 1 ਬੰਦੇ ਤੇ FIR ਵੀ ਨਹੀਂ ਹੋਈ। ਕਿਉਂ ਨਹੀਂ ਹੋਈ? ਮਤਲਬ ਤੁਸੀਂ ਉਹਨਾਂ ਦਾ ਹੌਸਲਾ ਵਧਾ ਨਹੀਂ ਰਹੇ? 51 ਬੰਦਿਆਂ ਨੂੰ 1.25 ਕਰੋੜ ਦਾ ਉਹਨਾਂ ਨੇ ਘਪਲਾ ਕੀਤਾ, ਅਗਰ ਉਹਨਾਂ ਨੂੰ ਤੁਸੀਂ ਲੱਖ, ਕਿਸੇ ਨੂੰ 2 ਲੱਖ, ਕਿਸੇ ਨੂੰ 4 ਲੱਖ ਫਾਈਨ ਲਾ ਕੇ ਸਾਰੇ ਹੀ ਬਹਾਲ ਕਰਤੇ, ਫਿਰ ਅਸੀਂ ਆਪ ਉਹਨਾਂ ਨੂੰ ਪ੍ਰੋਤਸਾਹਿਤ ਕਰ ਰਹੇ ਹਾਂ, ਥਾਪੜਾ ਦੇ ਰਹੇ ਹਾਂ ਨਾ, ਚੋਰੀਆਂ ਕਰੋ, ਰੱਜ ਕੇ ਕਰੋ, ਕੋਈ ਗੱਲ ਨਹੀਂ। ਬਿਲਕੁਲ ਜੀ। ਇਹਦੇ ਸੈਂਸਰ ਇੱਕ ਮੈਂ ਹੋਰ ਤੁਹਾਡੇ ਧਿਆਨ 'ਚ ਲਿਆਉਣੀ ਚਾਹੁੰਦਾਗਾ ਕਿ ਇਹਦੇ 'ਚ ਵੀ ਜਿਹੜੀ ਹੈਗੀ ਹੈ ਐਜੂਕੇਸ਼ਨ ਜਿਹੜੀ ਆ ਉਹ ਵੀ ਜਿਹੜੀ ਫਿਕਸ ਹੋਣੀ ਚਾਹੀਦੀ ਹੈ, ਕਿਉਂਕਿ ਇੱਕ ਤਾਂ ਮੈਂ ਤੁਹਾਨੂੰ ਇਸ਼ਤਿਹਾਰ ਦਿਖਾਉਂਦਾ, ਇੱਕ ਇਸ਼ਤਿਹਾਰ ਪੰਜਾਬੀ ਯੂਨੀਵਰਸਿਟੀ ਇਸ਼ਤਿਹਾਰ ਦਿੰਦੀ ਹੈ ਤੇ ਉਹ ਇਸ਼ਤਿਹਾਰ ਹੈਗਾ ਪਾਠੀਆਂ ਰੱਖਣ ਵਾਸਤੇ। ਆ ਤੁਸੀਂ ਇਸ਼ਤਿਹਾਰ ਦੇਖੋ, ਇਹਦੇ ਵਿੱਚ ਕੀ ਆ ਵੀ ਇਹਦੇ ਵਿੱਚ ਡਿਮਾਂਡ ਕੀਤੀ ਗਈ ਹੈ ਵੀ 3 ਪਾਠੀ ਸਿੰਘ ਰੱਖਣੇ ਨੇ ਗੁਰਦੁਆਰਾ ਸਾਹਿਬ ਲਈ, ਸਰਕਾਰੀ ਗੁਰਦੁਆਰਾ ਸਾਹਿਬ ਲਈ, ਤੇ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਆ ਤੁਸੀਂ ਦੇਖੋ ਵੀ 8ਵੀਂ ਪਾਸ ਹੈ। ਕੀ ਇਹ ਜਿਹੜੀ ਅੱਗੇ ਜਾ ਕੇ ਜਿਹੜੀਆਂ ਇਹ ਘੱਟ ਕੁਆਲੀਫਿਕੇਸ਼ਨ ਆ, ਇਹ ਧਰਮ ਤੋਂ ਸੰਪਰਦਾਇ ਤੋਂ ਪੰਥ 'ਚ ਵੀ ਅੱਗੇ ਫਿਰ ਵੱਖਰਾ ਪੰਥ ਚਲਾਉਣ 'ਚ ਨਹੀਂ ਸਹਾਈ ਹੁੰਦੀਆਂ? ਬਾਬਾ ਜੀ, ਜਿਹੜੀ ਤੁਸੀਂ ਦਿਖਾ ਰਹੇ ਹੋ 8ਵੀਂ ਪਾਸ ਇਹਨਾਂ ਨੇ ਕੁਆਲੀਫਿਕੇਸ਼ਨ ਰੱਖੀ ਹੈ ਪਾਠੀ ਸਿੰਘ ਵਾਸਤੇ। ਤੁਹਾਨੂੰ ਦੱਸਾਂ ਪਹਿਲੀ ਗੱਲ ਤਾਂ ਜਿਹੜੇ ਚੰਗੇ ਪਾਠੀ ਸਿੰਘ ਹੈ ਨੇ ਆਪਣੇ ਸਿੱਖ ਪੰਥ ਦੇ ਵਿੱਚ ਬਹੁਤ ਘੱਟ ਪਾਠੀ ਸਿੰਘ ਨੇ ਜਿਹੜੇ ਵਾਕਈ ਹੀ ਗੁਰਮਤ ਦਾ ਸੰਪੂਰਨ ਗਿਆਨ ਰੱਖਦੇ ਨੇ, ਜਿਨ੍ਹਾਂ ਨੂੰ ਬਾਣੀ ਪੂਰੀ ਮਰਿਆਦਾ ਦੇ ਵਿੱਚ ਕੰਠ ਹੈ ਜਾਂ ਪੜ੍ਹਨੀ ਆਉਂਦੀ ਹੈ। ਬਹੁਤਾਤ ਜਿਹੜੇ ਨੇ ਉਹ ਬਾਣੀ ਪੜ੍ਹਦੇ ਹੋਏ 20 ਤਰ੍ਹਾਂ ਦੀਆਂ ਗਲਤੀਆਂ ਕਰਦੇ ਨੇ। ਕਹਿੰਦੇ ਕਹਾਂਦੇ ਬੰਦੇ ਜਿਹੜੇ ਉੱਚ ਅਹੁਦਿਆਂ ਤੇ ਵੀ ਨੇ ਨਾ, ਕਿਉਂਕਿ ਦੇਖੋ ਗੁਰਬਾਣੀ ਦੀ ਜਿਹੜੀ ਵਿਆਕਰਨ ਹੈ ਨਾ ਉਹ ਬਹੁਤ ਔਖੀ ਹੈ। ਹੁਣ ਅਗਰ ਊੜੇ ਦਾ ਮੂੰਹ ਖੁੱਲਾ ਆ ਤਾਂ ਉਹਦਾ ਅਰਥ ਕੁਛ ਹੋਰ ਹੈ, ਊੜੇ ਦਾ ਮੂੰਹ ਬੰਦ ਹੈ ਉਹਦਾ ਅਰਥ ਕੁਛ ਹੋਰ ਹੈ, ਔਂਕੜ ਹੈ ਉਹਦਾ ਅਰਥ ਕੁਛ ਹੋਰ ਹੈ। ਨਾਨਕ ਨੂੰ ਕਿਤੇ ਕੰਨਾ ਪਿਆ ਹੋਇਆ, ਕਿਤੇ ਔਂਕੜ ਪਈ ਹੋਈ ਹੈ। ਹੁਣ ਉਹਨਾਂ ਦੇ ਅਰਥ ਹੋਰ ਨੇ। ਤੁਸੀਂ ਗੁਰਬਾਣੀ ਪੜ੍ਹਨ ਲੱਗੇ ਸ਼ਬਦ ਨਾਨਕ ਹੀ ਉਚਾਰੋਗੇ, ਪਰ ਉਹ ਜਿਹੜੇ ਕੰਨੇ ਮਾਤਰਾ ਪਏ ਨੇ ਉਹ ਅਰਥ ਪੂਰਾ ਉਹਦਾ ਬਦਲ ਦਿੰਦਾ ਹੈ। ਹੁਣ ਅੱਧਿਆਂ ਨੂੰ ਤਾਂ ਇਹੀ ਨਹੀਂ ਪਤਾ ਵੀ ਅਸੀਂ ਇਹਨਾਂ ਦੇ ਅਰਥ ਭਾਵ ਅਰਥ ਕੀ ਕਰਨੇ ਨੇ। ਇੱਕ ਦੋ ਮੈਨੂੰ ਹੁਣ ਯਾਦ ਨਹੀਂ ਹੈਗਾ ਗੁਰਬਾਣੀ ਦੇ ਅਰਥ, ਮਤਲਬ ਮੰਜੀ ਸਾਹਿਬ ਤੋਂ ਹੀ ਦੀਵਾਨ ਹਾਲ ਤੋਂ ਕਰ ਰਿਹਾ ਸੀ ਕੋਈ ਸਿੰਘ ਇਹਨਾਂ ਦਾ ਪਾਠੀ, ਤੇ ਉਹਦੇ ਵਿੱਚ ਨੀਚ ਸ਼ਬਦ ਆਇਆ ਸੀਗਾ ਤੇ ਉਹਨਾਂ ਨੇ ਨੀਚ ਜਾਤ ਦੇ ਨਾਲ ਜੋੜ ਦਿੱਤਾ ਸੀਗਾ, ਜਦ ਕਿ ਉਹ ਨੀਚ ਜਾਤ ਬਾਰੇ ਕੋਈ ਨਹੀਂ ਸੀ, ਨੀਵੀਂ ਜਾਤ ਬਾਰੇ ਕਿਸੇ ਨੇ ਕੁਛ ਨਹੀਂ ਸੀ ਕਿਹਾ। ਉਹ ਨੀਚ ਸ਼ਬਦ ਜਿਹੜਾ ਨੀਚ ਜਾਤ ਕਿਹਾ ਗਿਆ ਸੀ, ਉਹ ਉਹਨੂੰ ਕਿਹਾ ਗਿਆ ਸੀ ਜਿਹੜਾ ਬੰਦਾ ਕੁਕਰਮ ਕਰਦਾ ਹੈ, ਪੁੱਠੀਆਂ ਹਰਕਤਾਂ ਕਰਦਾ ਆ, ਗੁਰੂ ਮਰਿਆਦਾ ਭੰਗ ਕਰਦਾ। ਉਹ ਸ਼ਬਦ ਉਹਦੇ ਵਾਸਤੇ ਸੀਗਾ, ਪਰ ਇਹਨਾਂ ਨੇ ਕਥਾ ਦੇ ਵਿੱਚ ਉਹਨੂੰ ਨੀਵੀਆਂ ਜਾਤਾਂ ਦੇ ਨਾਲ ਜੋੜਤਾ, ਜਦਕਿ ਸਿੱਖ ਕੌਮ ਦੇ ਵਿੱਚ, ਸਿੱਖ ਧਰਮ ਦੇ ਵਿੱਚ ਜਾਤ ਪਾਤ ਕਿਤੇ ਐਗਜ਼ਿਸਟ ਹੀ ਨਹੀਂ ਕਰਦੀ। ਇਹ ਉਸ ਚੀਜ਼ ਨੂੰ ਅੱਜ ਪ੍ਰਚਲਿਤ ਕਰਦੇ ਨੇ। ਮੈਨੂੰ ਇਹ ਚੀਜ਼ ਦੱਸ ਦਿਓ ਵੀ ਤੁਸੀਂ ਜਦੋਂ ਤੱਕ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੀ, ਪਿੰਡਾਂ ਦੇ ਵਿੱਚ ਤੁਸੀਂ 1 ਜਾਂ 2 ਤੋਂ ਵੱਧ ਗੁਰਦੁਆਰਾ ਕਿਸੇ ਪਿੰਡ 'ਚ ਦੇਖਿਆ ਸੀ ਉਦੋਂ ਤੱਕ? ਕਿਉਂਕਿ ਉਹਨਾਂ ਦੀ ਜੋ ਛਵੀ ਸੀਗੀ, ਉਹਨਾਂ ਨੂੰ ਕਿਤੇ ਵੀ ਪਤਾ ਲੱਗਦਾ ਸੀਗਾ ਇਨਜਸਟਿਸ ਹੋ ਰਿਹਾ ਆ ਜਾਂ ਕਿਤੇ ਜਾਤਾਂ ਪਾਤਾਂ ਦੇ ਨਾਮ ਦੇ ਉੱਤੇ ਧੜੇਬਾਜ਼ੀਆਂ ਹੋ ਰਹੀਆਂ ਨੇ, ਤਾਂ ਉਹ ਕੜਕ ਕੇ ਆਪਣਾ ਫੈਸਲਾ ਸੁਣਾਉਂਦੇ ਸੀ। ਜਿਹੜੇ ਫੈਸਲੇ ਕੋਟਾਂ ਕਚਹਿਰੀਆਂ 'ਚ ਨਹੀਂ ਸੀ ਹੁੰਦੇ, ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ
84 ਤੱਕ ਵੀ ਹੁੰਦੇ ਰਹੇ ਆ, ਪਰ ਉਸ ਤੋਂ ਬਾਅਦ ਸਾਡਾ ਬੇੜਾ ਕਿਉਂ ਬੈਠਿਆ ਉਹ ਸਾਨੂੰ ਆਪ ਸਮਝ ਆਉਣਾ ਚਾਹੀਦਾ ਹੈ। ਕਿਉਂਕਿ ਸੰਗਤਾਂ ਨੂੰ ਸਿਆਸੀ ਧਿਰਾਂ ਨੇ ਆਪਣੀਆਂ ਰੋਟੀਆਂ ਜਿਹੜੀਆਂ ਸੇਕਣੀਆਂ ਸੀਗੀਆਂ, ਕੋਈ ਕਾਂਗਰਸ ਦਾ ਬਣ ਗਿਆ, ਕੋਈ ਅਕਾਲੀਆਂ ਦਾ, ਕੋਈ ਬੀਜੇਪੀ ਦਾ, ਕੋਈ ਕਿਸੇ XYZ ਦਾ, ਠੀਕ ਹੈ ਜੀ। ਉਹਨਾਂ ਨੇ ਕਹਿਤਾ ਜੀ ਕਾਂਗਰਸੀ ਹੋ, ਉਹ ਗੁਰਦੁਆਰਾ ਕਿਹਨੇ ਬਣਾਇਆ ਸੀ? ਉਹ ਅਕਾਲੀਆਂ ਨੇ ਬਣਾਇਆ ਸੀ। ਕਾਂਗਰਸ ਕਹਿੰਦਾ ਮੈਂ ਬਣਾ ਕੇ ਦੇਣਾ ਤੁਹਾਨੂੰ ਗੁਰਦੁਆਰਾ, ਠੀਕ ਹੈ ਇੱਧਰ ਆ ਜਾਓ। ਉਧਰ ਦੂਜੇ ਪਾਸੇ ਮਜ਼੍ਹਬੀ ਸਿੱਖ, ਠੀਕ ਹੈ ਜੀ, ਮਜ਼੍ਹਬੀ ਸਿੰਘਾਂ ਨੂੰ ਜਾਇਆ ਕਹਿਤਾ ਵੀ ਹਾਂਜੀ ਤੁਸੀਂ ਉਧਰ ਗੁਰਦੁਆਰਾ ਕਿ ਨਹੀਂ ਜੀ ਸਾਨੂੰ ਉਹ ਕਹਿੰਦੇ ਨੇ ਵੀ ਤੁਸੀਂ ਨੀਵੀਂ ਜਾਤ ਦੇ ਹੋ। ਅੱਛਾ ਤੁਹਾਨੂੰ ਨੀਵੀਂ ਜਾਤ ਕਹਿਤਾ, ਕੋਈ ਗੱਲ ਨਹੀਂ, ਉਹਨਾਂ ਨੂੰ ਦੱਸਦੇ ਆ ਅਸੀਂ ਤੁਹਾਡੇ ਵਾਸਤੇ ਗੁਰਦੁਆਰਾ ਬਣਾਉਂਦੇ ਹਾਂ, ਚਲੋ ਜੀ ਇੱਧਰ ਬਣਾਤਾ, ਠੀਕ ਹੈ ਨੇ। ਉਸ ਤੋਂ ਬਾਅਦ ਛਿੰਬਿਆਂ ਨੂੰ ਹਾਂਜੀ ਤੁਹਾਨੂੰ ਕੀ ਹੋ ਗਿਆ ਜੀ, ਤੁਸੀਂ ਕਿਉਂ ਨਹੀਂ, ਸਾਨੂੰ ਕੋਈ ਪੁੱਛਦਾ ਨਹੀਂ, ਸਾਨੂੰ ਕੋਈ ਮੂੰਹ ਨਹੀਂ ਲਾਉਂਦਾ। ਅੱਛਾ ਤੁਹਾਡੇ ਵਾਸਤੇ ਅਸੀਂ ਤੁਹਾਡੀ ਧਰਮ ਸਥਾਨ ਬਣਾ ਕੇ ਦਿੰਦੇ ਹਾਂ, ਚਲੋ ਜੀ ਤੁਹਾਡਾ। ਤੁਸੀਂ ਅੱਜ ਦੀ ਤਰੀਕ ਦੇ ਵਿੱਚ ਤਰਨਤਾਰਨ ਦੇ ਵਿੱਚ ਇੱਕ ਪਿੰਡ ਆ ਜੀ ਜਿਹਦੇ ਵਿੱਚ 36 ਤੋਂ 37 ਗੁਰਦੁਆਰੇ ਨੇ ਇੱਕ ਪਿੰਡ 'ਚ। ਇੱਕ ਪਿੰਡ ਆ ਜਿਹਦੇ ਵਿੱਚ 18 ਗੁਰਦੁਆਰੇ ਨੇ, 2-2 3-3 4-4 ਗੁਰਦੁਆਰੇ ਤਾਂ ਆਮ ਹੋ ਗਏ ਪਿੰਡਾਂ ਦੇ ਵਿੱਚ। ਇੱਕ ਪਿੰਡ ਦੇ ਵਿੱਚ 4-4 ਸਿਵੇ ਨੇ। ਹੁਣ ਤੁਸੀਂ ਸੋਚੋ ਇਹ ਪਾੜ ਕਿਹਨੇ ਪਾਇਆ? ਅਸੀਂ ਆਪ ਪਾਇਆ। ਸਿਆਸਤ ਦੀਆਂ ਉਂਗਲੀਆਂ ਦੇ ਉੱਤੇ ਅਸੀਂ ਚੜੇ, ਵੋਟਾਂ ਅਸੀਂ ਆਪਣੀਆਂ ਵੇਚੀਆਂ, ਸ਼ਰਾਬ ਦੀਆਂ ਬੋਤਲਾਂ ਪਿੱਛੇ ਅਸੀਂ ਵਿਕ ਗਏ ਤੇ ਅਸੀਂ ਆਪਣੇ ਪਿੰਡਾਂ 'ਚ ਪਾੜ ਪਾਲੇ। ਹੁਣ ਤਾਂ ਕਿਸੇ ਦੀ ਮਰਗਤ ਦੇ ਉੱਤੇ ਵੀ ਜਿਹੜਾ ਬੰਦਾ ਜਾਂਦਾ ਤੇ 2 ਮਿੰਟ ਬਾਹਰੋਂ ਖੜ ਕੇ ਨਿਕਲ ਜਾਂਦਾ ਹੈ। ਕਿਸੇ ਦੇ ਘਰ ਦਿਨ ਤਿਉਹਾਰ ਹੋਵੇ, ਕੋਈ ਇਕੱਠ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਫਾਰਮੈਲਿਟੀਆਂ ਸਾਰੀਆਂ ਰਹਿ ਗਈਆਂ ਆ ਪਿੰਡਾਂ ਦੇ ਵਿੱਚ। ਨਹੀਂ ਤਾਂ ਇੱਕ ਦੇਖੋ, ਚਾਹੇ ਪਿੰਡ ਦੇ ਵਿੱਚ ਇੱਕ ਮੰਦਿਰ ਹੁੰਦਾ, ਇੱਕ ਗੁਰਦੁਆਰਾ ਹੁੰਦਾ, ਇੱਕ ਗਿਰਜਾ ਘਰ ਹੁੰਦਾ ਜਾਂ ਇੱਕ ਮਸੀਤ ਹੋਵੇ। ਪਹਿਲਾਂ ਇਹੀ ਹੁੰਦਾ ਸੀ, ਇੱਕ ਹੁੰਦਾ ਸੀ। ਉਸ ਗੁਰੂ ਘਰ ਦੇ ਵਿੱਚ ਅਗਰ 4 ਸਿੱਖ ਵੀ ਜਾ ਰਹੇ ਨੇ, ਆਪਸ ਦੇ ਵਿੱਚ ਲੜਦੇ ਨੇ, ਮਰਦੇ ਨੇ, ਜੋ ਮਰਜ਼ੀ ਕਰਦੇ ਨੇ, ਗੁਰੂ ਘਰ ਦੇ ਵਿੱਚ ਬਹਿਸ ਵੀ ਹੋ ਜਾਵੇ ਤਾਂ ਉੱਥੇ ਪਾਠੀ ਆ ਕੇ ਆਰਾਮ ਨਾਲ ਸਮਝਾਉਂਦਾ ਸੀਗਾ, ਗ੍ਰੰਥੀ ਆ ਕੇ ਸਮਝਾਉਂਦਾ ਸੀਗਾ, ਕਮੇਟੀ ਆ ਕੇ ਉਹਨਾਂ ਨੂੰ ਸਮਝਾਉਂਦੀ ਸੀ। ਅਗਰ ਉੱਥੇ ਵੀ ਨਹੀਂ ਸਮਝਦਾ, ਪੰਚਾਇਤ ਦੇ ਵਿੱਚ ਫੈਸਲਾ ਹੋ ਜਾਂਦਾ ਸੀ ਤੇ ਉੱਥੇ ਵੀ ਗੁਰੂ ਘਰ ਦਾ ਗ੍ਰੰਥੀ ਸਿੰਘ ਜਾਂ ਪਾਠੀ ਮੌਜੂਦ ਹੁੰਦਾ ਸੀ ਵੀ ਭਾਈ ਕਾਕਾ ਨਾ ਕਰੋ, ਆ ਤੁਸੀਂ ਭਰਾ ਹੋ, ਇੱਕੋ ਪਿੰਡ ਦੇ। 4 ਭਾਂਡੇ ਨੇ, ਖੜਕਣਗੇ 4 ਭਾਂਡੇ। ਤੇ ਉਹਦੇ ਵਿੱਚ ਇਹ ਵੀ ਹੁੰਦਾ ਸੀਗਾ ਕਿ ਪਿੰਡ ਵਾਲਿਆਂ ਦਾ ਪਿਆਰ ਵੀ ਪਤਾ ਲੱਗਦਾ ਸੀਗਾ ਤੇ ਨਫ਼ਰਤ ਵੀ ਪਤਾ ਲੱਗਦੀ ਸੀ ਤੇ ਉਹ ਆਪਸ ਦੇ ਵਿੱਚ ਸਮਝੌਤੇ ਵੀ ਹੁੰਦੇ ਸੀ। ਪਰ ਅੱਜ ਅਸੀਂ ਕਤਲਾਂ ਤੱਕ ਪਹੁੰਚ ਗਏ ਆ ਕਿਉਂਕਿ ਸਾਡੇ ਵਿੱਚ ਕੋਈ ਸਮਝੌਤਾ ਕਰਾਉਣ ਵਾਲਾ ਨਾ ਤਾਂ ਆ ਕੇ ਤਿਆਰ ਆ, ਨਾ ਕੋਈ ਕਰਵਾ ਸਕਦਾ। ਕਿਉਂਕਿ ਤੁਸੀਂ ਲੜ ਗਏ ਇੱਕ ਦੇ ਨਾਲ, ਜੱਟ ਦੇ ਨਾਲ, ਕੋਈ ਮਤਲਬ ਮਜ਼੍ਹਬੀ ਜੇ ਲੜ ਪਿਆ ਤਾਂ ਮਜ਼੍ਹਬੀਆਂ ਨੂੰ ਅਸੀਂ ਗੁਰਦੁਆਰੇ ਅਲੱਗ ਬਣਾਤਾ, ਬਜਾਏ ਉਹਨਾਂ ਦੀ ਅਸੀਂ ਸੁਲ੍ਹਾ ਕਰਵਾਉਂਦੇ। ਬਿਲਕੁਲ ਇਹ ਤੇ ਸੈਣੀ ਸਾਹਿਬ ਆਪਾਂ ਇੱਕ ਦਿਨ ਇਹ ਤੇ ਫਿਰ ਵੀਡੀਓ ਬਣਾਵਾਂਗੇ। ਤੇ ਟਾਈਮ ਬਹੁਤ ਹੋ ਗਿਆ, ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਅਸੀਂ ਤਾਂ ਇਹੀ ਦੁਆ ਕਰਾਂਗੇ ਕਿ ਬਸਦਾ ਰਹਿ ਮਿੱਤਰਾ ਦਾ ਬਰਕਾ ਆਸਰਾ ਤੇਰਾ, ਤੁਸੀਂ ਲੋਕਾਂ ਦੀ ਆਵਾਜ਼ ਬਣਿਓ ਤੇ ਆਵਾਜ਼ ਬਣਦੇ ਰਹੋ, ਤਾਂ ਹੀ ਲੋਕਾਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਉਠਾਉਂਦੇ ਰਹੋ, ਚਾਹੇ ਉਹ ਧਰਮ ਪ੍ਰਤੀ ਨੇ, ਚਾਹੇ ਉਹ ਸਮਾਜ ਪ੍ਰਤੀ ਨੇ, ਚਾਹੇ ਉਹ ਸਰਕਾਰਾਂ ਪ੍ਰਤੀ ਨੇ। ਤੁਸੀਂ ਆਪਣੀ ਆਵਾਜ਼ ਬੁਲੰਦ ਕਰਦੇ ਰਹੋ, ਹਮੇਸ਼ਾ ਤੁਹਾਡੇ ਨਾਲ ਸਾਡਾ ਪਿਆਰ, ਪਬਲਿਕ ਦਾ ਪਿਆਰ ਜਿਹੜਾ ਤੁਹਾਡੇ ਨਾਲ ਬਣਿਆ ਰਹੇਗਾ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ, ਤੁਹਾਡੀ ਸਾਰੀ ਟੀਮ ਦਾ ਬਹੁਤ ਧੰਨਵਾਦ ਤੇ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ। ਤੇ ਅੰਤ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਜੋ ਮੁਹਿੰਮ ਇਹ ਚੱਲੀ ਹੈ, ਇਸ ਨਾਮ ਦੇ ਉੱਤੇ, ਮੇਰੇ ਨਾਮ ਦੇ ਉੱਤੇ ਜਾਂ ਇਸ ਮੂਵਮੈਂਟ ਦੇ ਨਾਮ ਦੇ ਉੱਤੇ ਕਦੇ ਵੀ ਕਿਸੇ ਨੂੰ ਕੋਈ ਵੀ ਫੰਡ ਨਾ ਦਿੱਤਾ ਜਾਵੇ, ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਅਜਿਹੀਆਂ ਨੇ ਜਿਹਨਾਂ ਨੇ ਕਹਿਣਾ ਆ ਵੀ ਅਸੀਂ ਸੈਣੀ ਦੇ ਨਾਲ ਆ ਜੀ, ਬਹੁਤ ਜ਼ਿਆਦਾ ਖਰਚਾ ਹੋ ਰਿਹਾ। ਮੈਂ ਤੁਹਾਨੂੰ ਦੱਸਦਾ ਕਿ ਵਕੀਲ ਦੀ ਵੀ ਕੋਈ ਫੀਸ ਨਹੀਂ ਹੈਗੀ। ਪ੍ਰਦੀਪ ਸਿੰਘ ਵਿਰਕ ਜੀ ਨੇ ਸਾਫ਼ ਕਹਿ ਦਿੱਤਾ ਹੈ ਵੀ ਮੈਂ ਸੇਵਾ ਕਰ ਰਿਹਾ ਹਾਂ ਕੌਮ ਦੀ, ਕਿ ਮੈਂ ਵੀ ਇੱਕ ਸਿੱਖ ਹਾਂ, ਮੈਂ ਸੇਵਾ ਕਰ ਰਿਹਾ ਹਾਂ। ਇਸ ਕਰਕੇ ਕਿਸੇ ਨੂੰ ਵੀ ਫੰਡ ਨਾ ਦਿੱਤਾ ਜਾਵੇ ਇਸ ਮੂਵਮੈਂਟ ਦੇ ਨਾਮ ਦੇ ਉੱਤੇ। ਜੇ ਸਾਨੂੰ ਲੋੜ ਹੋਏਗੀ ਤਾਂ ਮੈਂ ਆਪ ਤੁਹਾਡੇ ਅੱਗੇ ਬੇਨਤੀ ਕਰਾਂਗਾ, ਮੈਂ ਆਪ ਕਹਿ ਦਾਂਗਾ ਜੇ ਸਾਨੂੰ ਜ਼ਰੂਰਤ ਪਏਗੀ। ਪਰ ਕਿਸੇ ਦੇ ਧੱਕੇ ਸੰਗਤ ਜੀ ਨਾ ਚੜਿਓ, ਕਿਉਂਕਿ ਮੈਂ ਬਹੁਤ ਵਾਰ ਪਹਿਲਾਂ ਵੀ ਤੁਹਾਨੂੰ ਕਿਹਾ ਆ ਵੀ ਅਕਲੀ ਕੀਚੇ ਦਾਨ, ਜੇ ਅਸੀਂ ਦਾਨ ਵੀ ਕਰਦੇ ਹਾਂ ਤਾਂ ਪਰਮਾਤਮਾ ਨੇ ਬਾਣੀ ਦਾ ਫਰਮਾਨ ਦਿੱਤਾ ਕਿ ਉਹ ਵੀ ਸਾਨੂੰ ਸਮੱਤ ਵਰਤ ਕੇ ਦਾਨ ਕਰਨਾ ਪੈਣਾ। ਏਦਾਂ ਹੀ ਡੇਰਿਆਂ ਦੀਆਂ ਜੇਬਾਂ ਨਾ ਭਰੋ, ਗੋਲਕਾਂ ਨਾ ਭਰੋ ਜਿਹੜੀਆਂ ਕਿਸੇ ਖਾਤੇ ਨਹੀਂ ਆਉਣੀਆਂ। ਬਹੁਤ ਬਹੁਤ ਧੰਨਵਾਦ ਜੀ, ਦੇਸ਼ ਵਿਦੇਸ਼ ਦੀ ਸੰਗਤ ਦਾ ਵੀ ਤੇ ਤੁਹਾਡਾ ਵੀ, ਪੂਰੀ ਟੀਮ ਦਾ ਬਹੁਤ ਬਹੁਤ ਦਿਲੋਂ ਧੰਨਵਾਦ। ਜਿੱਤ ਹੈ ਤੁਹਾਡੀ ਸਾਰਿਆਂ ਦੀ ਹੈ।